आदाब एंड प्यार भरी सत श्री अकाल। दिल ਦੀਆਂ ਗੱਲਾਂ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ। ਸਰਦ ਕੇਸੀ ਲਾਈਵ ਨੂੰ ਵੇਖਦੇ ਹੋਏ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗੱਲਾਂ ਦੇ ਵਿੱਚ ਮੈਂ ਇੱਕ ਵਾਰੀ ਫਿਰ ਤਹਿ ਦਿਲ ਵੱਲੋਂ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਇਸ ਸ਼ੋਅ ਨੂੰ ਬੜਾ ਪਿਆਰ ਦਿੱਤਾ ਹੈ। ਹਾਂ, ਇੱਕ ਛੋਟੀ ਜੀ ਮੈਂ ਤੁਹਾਡੇ ਕੋਲੋਂ ਮਾਫੀ ਵੀ ਮੰਗਣਾ ਚਾਹਾਂਗਾ ਕਿ ਲਾਸਟ ਵੀਕ ਦੇ ਵਿੱਚ, ਯਾਨੀ ਕਿ ਪਿਛਲੇ ਵੀਕ ਦੇ ਵਿੱਚ ਮੈਂ ਥੋੜਾ ਜਿਹਾ ਐਬਸੈਂਟ ਰਿਹਾ ਤੁਹਾਡੇ ਤੋਂ। ਥੋੜਾ ਜਿਹਾ ਐਬਸੈਂਟ ਸੀ ਜੀ ਕਿਸੇ ਕਾਰਨਵੰਸ਼। ਕਿਉਂ ਕਾਰਨਵੰਸ਼ ਵੀ ਮੈਂ ਦੱਸ ਦੇਣਾ, ਕਿਉਂਕਿ ਲਾਸਟ ਸੰਡੇ ਅਸੀਂ ਤੁਹਾਡੇ ਸਾਹਮਣੇ ਇੱਕ ਨਵਾਂ ਸ਼ੋਅ ਲੈ ਕੇ ਆਏ ਸੀ, ਅੰਤਾਕਸ਼ਰੀ, ਯਾਨੀ ਕਿ ਕਪਲ ਅੰਤਾਕਸ਼ਰੀ। ਸੋ ਕੱਲ ਵੀ ਦੇਖਣਾ ਨਾ ਭੁੱਲਣਾ, ਸੇਮ ਟਾਈਮ ਤੇ ਕਪਲ ਅੰਤਾਕਸ਼ਰੀ, ਯਾਨੀ ਸ਼ਾਮ 7 ਵਜੇ। ਹਾਂ, ਸੋ ਵਾਪਸ ਆ ਰਿਹਾ ਜੀ ਦਿਲ ਦੀਆਂ ਗੱਲਾਂ ਦੇ ਉੱਤੇ। ਦਿਲ ਦੀਆਂ ਗੱਲਾਂ ਦੇ ਵਿੱਚ ਅੱਜ ਤੁਹਾਡੇ ਨਾਲ ਫਿਰ ਥੋੜ੍ਹੀਆਂ ਜਿਹੀਆਂ ਦਿਲ ਦੀਆਂ ਗੱਲਾਂ ਕਰਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ। ਮਹਿਮਾਨ ਦੀ ਜਦੋਂ ਵੀ ਟੱਲੀ ਵੱਜੇਗੀ, ਯਾਨੀ ਕਿ ਜਦੋਂ ਵੀ ਆਪਣੇ ਡੋਰਬੈਲ ਵੱਜੇਗੀ, ਮਹਿਮਾਨ ਆਪਣੇ ਵਿੱਚ ਹੋਣਗੇ। ਉਸ ਤੋਂ ਪਹਿਲਾਂ ਯਾਨੀ ਕਿ ਮੇਰੇ ਕੋ ਹੋਸਟ, ਯਾਨੀ ਕਿ ਮਿਲਾਨ ਦਾ ਟਾਈਮ ਆ ਗਿਆ ਜੀ। ਮੇਰੇ ਕੋ ਹੋਸਟ ਵਿੱਚੋਂ ਕਦੇ ਕਦੇ ਛੁੱਟੀ ਲੈ ਜਾਂਦੇ ਨੇ, ਲੇਕਿਨ ਅੱਜ ਮੇਰੇ ਨਾਲ ਨੇ, ਯਾਨੀ ਕਿ ਮੇਰੇ ਵੱਡੇ ਵੀਰ ਅੰਮ੍ਰਿਤ ਸਚਦੇਵਾ ਜੀ। ਅੰਮ੍ਰਿਤ ਜੀ ਸਤਿ ਸ੍ਰੀ ਅਕਾਲ। ਵੱਡੇ ਨਹੀਂ ਸਰ, ਵੱਡੇ ਨਹੀਂ, ਬਰਾਬਰ ਕਹਿ ਲਓ ਤੁਸੀਂ ਸਰ। ਮੈਂ ਹਾਂਜੀ, ਤੁਸੀਂ ਸਰ ਵੱਡਾ ਕਹਿ ਕੇ ਮਾਈਲੇਜ ਲੈ ਜਾਂਦੇ ਹੋ ਹਰ ਵਾਰ, ਉਹ ਨਹੀਂ ਮੈਂ ਲੈਂਦੇ ਨਹੀਂ। ਦੇਖੋ ਭਾਜੀ, ਛੋਟਿਆਂ ਨੂੰ ਤਾਂ ਸਾਰਾ ਕੁਝ ਹੀ ਮਿਲ ਜਾਂਦਾ ਹੈ, ਵੱਡਿਆਂ ਨੇ ਦੇਣਾ ਹੁੰਦਾ ਹੈ। ਮੈਂ ਤਾਂ ਵੱਡਾ ਕਹਿ ਦਿੰਦਾ। ਆਪਾਂ ਵੰਡ ਲਾਂਗੇ ਸਰ, ਉਹ ਠੀਕ ਹੈ। ਨਹੀਂ, ਲੈਣਾ ਦੇਣਾ ਦਾ ਦੇਖੋ ਵੰਡ ਲਾਂਗੇ ਜ਼ਿਆਦਾ ਸਹੀ ਹੈ। ਵੰਡਣ ਦਾ ਸਰ ਸਰਕਾਰ ਲੱਗੀ ਹੋਈ ਹੈ, ਕਰੋਨਾ 19 ਚੱਲ ਰਿਹਾ ਹੈ। ਹੁਣ ਇਹ ਨਹੀਂ ਸਮਝ ਲੱਗ ਰਹੀ ਕਿ ਲੋਕਡਾਊਨ ਚੱਲ ਰਿਹਾ ਹੈ ਕਿ ਅਨਲੋਕ ਚੱਲ ਰਿਹਾ। ਅੱਜ ਵੀ ਇੱਕ ਚੀਜ਼ ਵੰਡੀ ਜੀ ਸਰ, ਅੱਜ ਵੰਡੀ ਜੀ ਲੋਕਡਾਊਨ ਦੀ ਨਵੀਂ ਡੋਜ਼। ਉਹ ਕਿਹੜੀ ਜੀ? ਤੁਹਾਨੂੰ ਨਹੀਂ ਪਤਾ? ਨਹੀਂ, ਮੈਨੂੰ ਨਹੀਂ ਪਤਾ। ਅੱਜ ਲੋਕਡਾਊਨ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ। ਕਿਸ ਤਰ੍ਹਾਂ ਦਾ ਜੀ? ਤੁਸੀਂ ਬਾਜ਼ਾਰ ਨਹੀਂ ਗਏ? ਨਹੀਂ, ਮੈਂ ਅੱਜ ਬਾਜ਼ਾਰ ਘੱਟ ਗਿਆ। ਤੁਸੀਂ ਸਰਹੱਦ ਕਿਸੇ ਨਾਲ ਜੁੜੇ ਹੋ ਜੀ, ਤੇ ਤਾਂ ਵੀ ਤੁਹਾਨੂੰ ਨਹੀਂ, ਮੈਂ ਲਾਈਵ ਤਾਂ ਵੇਖਿਆ। ਤੁਸੀਂ 5 ਵਜੇ ਵਾਲੇ ਦੀ ਗੱਲ ਕਰ ਰਹੇ ਹੋ? ਬਿਲਕੁਲ, ਹਾਂ, 5 ਵਜੇ ਵਾਲਾ ਮੈਂ ਲਾਈਵ ਤਾਂ ਦੇਖਿਆ ਜੀ। ਦੇਖੋ, ਇਹ ਤਾਂ ਮੇਰੀ ਮਤਲਬ ਬਣਦਾ, ਮੇਰੀ ਡਿਊਟੀ ਬਣਦੀ, ਮੇਰਾ ਪ੍ਰੋਟੋਕੋਲ ਹੈ ਕਿ ਸਰਹੱਦ ਕੇਸੀ ਜਦੋਂ ਲਾਈਵ ਹੋਵੇ, ਜਿਵੇਂ ਕਿ ਤੁਹਾਡਾ ਪ੍ਰੋਟੋਕੋਲ ਹੈ, ਜਿਵੇਂ ਤੁਸੀਂ ਲਾਈਵ, ਅਸੀਂ ਲਾਈਵ ਹੁੰਦੇ ਆ, ਤੁਸੀਂ ਸਾਡੇ ਨਾਲ ਔਨ ਹੋ ਜਾਂਦੇ ਹੋ, ਕਿਉਂਕਿ ਤੁਹਾਡਾ ਪਿਆਰ ਹੀ ਬਹੁਤ ਮਿਲਦਾ ਹੈ। ਸਰ ਮੈਂ ਵੀ ਲਾਈਵ ਹੋਇਆ ਜੀ। ਬਿਲਕੁਲ, ਥੈਂਕ ਯੂ ਸਰ। ਹਾਂ, ਮੈਂ ਵੇਖੀ ਹੈ ਜੀ, ਪਾਰਟ ਆਫ ਸਰਹੱਦ ਕੇਸਰੀ। ਜੀ 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 ਸਰ। ਮੈਨੂੰ ਨਾ ਇੱਕ ਨਹੀਂ ਸਮਝ ਲੱਗ ਪਾ ਰਹੀ ਹੈ, ਕਰਫਿਊ ਨਾ ਪਹਿਲੇ ਲੱਗਿਆ ਆਪਣਾ ਜਨਤਾ ਕਰਫਿਊ ਤੋਂ ਬਾਅਦ ਕਰਫਿਊ ਲੱਗ ਗਿਆ। ਕਰਫਿਊ ਤੋਂ ਬਾਅਦ ਲੋਕਡਾਊਨ 1 2 3 4 5 4 ਲੱਗਿਆ, ਅਨਲੋਕ 1 ਆ ਗਿਆ, ਇਹ ਅੱਜ ਫਿਰ ਲੋਕਡਾਊਨ ਆ ਗਿਆ। ਇਹ ਕਹਾਣੀ ਜੀ ਕੀ ਚੱਲ ਕੀ ਰਿਹਾ ਜੀ? ਸਰ ਤੁਸੀਂ ਕੀ ਸਮਝਦੇ ਹੋ? ਦੇਖੋ, ਮੈਨੂੰ ਸਰ, ਮੈਂ ਤਾਂ ਇੰਨਾ ਕੁਝ ਜ਼ਿਆਦਾ ਸਮਝਦਾ ਹੀ ਨਹੀਂ। ਮੈਨੂੰ ਤਾਂ ਇੰਨਾ ਪਤਾ ਜੀ, ਮੈਂ ਤਾਂ ਸਰਕਾਰ ਦੇ ਦੇਸ਼ਾਂ ਦੀ ਪਾਲਣਾ ਕਰਦਾ ਜੀ। ਉਹ ਕਹਿੰਦੇ ਘਰੋਂ ਨਹੀਂ ਨਿਕਲਣਾ, ਆਪਾਂ ਘਰੇ ਬਹਿ ਜੀਦਾ। ਪਹੇਲੀਆਂ ਬੁਝਾਈਆਂ ਗਈ ਤੁਸੀਂ? ਨਹੀਂ, ਘੱਟ ਪੱਤ ਬੁਝਾਉਣਾ। ਇਹ ਪਹੇਲੀ ਹੈ ਸਰ, ਪਹੇਲੀ ਹੈ। ਪਹੇਲੀ ਹੈ, ਯਾਨੀ ਕਿ ਜਲੇਬੀ ਤਰ੍ਹਾਂ ਟੇਢੀ ਹੋਇਆ ਪਿਆ ਜੀ ਕੰਮ। ਇਹ ਬਿਲਕੁਲ ਜਲੇਬੀ ਦਾ ਸਿੱਧਾ ਕੰਮ ਹੈ। ਸਮਝੋਗੇ ਤਾਂ ਸਮਝ ਆ ਜਾਏਗਾ, ਨਹੀਂ ਤਾਂ ਪਹੇਲੀ ਤਾਂ ਹੈਗੀ ਹੈ। ਬਟ ਸਰ, ਇਹ ਕਰੋਨਾ ਜਿਹੜਾ ਚੱਲ ਰਿਹਾ ਹੈ, ਕਰੋਨਾ ਦੇ ਕਰਕੇ ਕੱਲ ਸੰਡੇ ਹੈ ਨਾ, ਕੱਲ ਕਹਿੰਦੇ ਜੀ ਸੰਪੂਰਨ ਬੰਦ ਹੈ, ਸੰਪੂਰਨ ਬੰਦ, ਬਾਜ਼ਾਰ ਵੀ ਬੰਦ, ਤੁਸੀਂ ਬਾਹਰ ਵੀ ਨਹੀਂ ਜਾ ਸਕਦੇ, ਆ ਵੀ ਨਹੀਂ ਸਕਦੇ। ਇੱਕ ਅੱਜ ਮੈਨੂੰ ਕਿਸੇ ਨੇ ਮੈਸੇਜ ਪਾਇਆ ਜੀ, ਅੱਜ 9 ਵਜੇ ਤੋਂ ਲੈ ਕੇ 5 ਵਜੇ ਤੱਕ ਬਾਜ਼ਾਰ ਬੰਦ ਹੈ। ਠੇਕੇ ਲੇਕਿਨ 8 ਵਜੇ ਤੱਕ ਖੁੱਲੇ ਰਹਿਣਗੇ। ਵੀ ਜਿਹੜੇ 5 ਵਜੇ ਤੋਂ ਬਾਅਦ ਠੇਕੇ ਦੇ ਦਾਰੂ ਲੈਣ ਜਾਣਗੇ, ਉਹਨਾਂ ਦਾ ਚਲਾਨ ਕੱਟਿਆ ਜਾਏਗਾ। ਹੋਮ ਡਿਲੀਵਰੀ ਹੈ ਜਨਾਬ। ਨਹੀਂ ਸਰ, 8 ਵਜੇ ਤੱਕ ਠੇਕੇ ਖੁੱਲੇ ਰਹਿਣਗੇ। ਹਾਂ, ਠੇਕੇ ਖੁੱਲੇ ਲੇਕਿਨ ਹੋਮ ਡਿਲੀਵਰੀ ਹੈ। ਅੱਛਾ, ਠੇਕੇ ਵੀ ਹੋਮ ਡਿਲੀਵਰੀ ਲੈਣ ਨਹੀਂ ਜਾ ਸਕਦੇ। ਸ਼ਰਾਬ ਦੀ ਵੀ ਹੋਮ ਡਿਲੀਵਰੀ ਹੈ ਤੇ ਰੈਸਟੋਰੈਂਟ ਦੀ ਵੀ ਹੋਮ ਡਿਲੀਵਰੀ ਹੈ। ਬਿਲਕੁਲ ਜੀ, ਵਾਹ ਜੀ ਵਾਹ। ਦੇਖੋ, ਜਿਨ੍ਹਾਂ ਨੇ ਅੱਜ ਸੈਟਰਡੇ ਨਾਈਟ ਮਨਾਉਣੀ ਹੈ ਜੀ, ਉਹ ਇਹ ਗੱਲਾਂ ਨੂੰ ਸੋਚਦੇ ਨੇ ਜੀ। ਲੇਕਿਨ ਚਲੋ, ਆਪਾਂ ਲੋਕਡਾਊਨ ਦੀ ਗੱਲਾਂ ਕਰ ਰਹੇ ਹਾਂ। ਸਰ, ਤੁਹਾਨੂੰ ਫਿਰ ਕਿੱਦਾਂ ਲੱਗ ਰਿਹਾ ਵੀ ਇਹ ਲੋਕਡਾਊਨ ਜਿਹੜਾ ਨਵਾਂ ਸ਼ੁਰੂ ਹੋਇਆ ਹੈ, ਇਹ ਵਧੇਗਾ ਕਿ ਇੱਥੇ ਸਮਾਪਤ ਹੋ ਜਾਏਗਾ? ਸਰਕਾਰਾਂ ਦੀ ਪਹਿਲੀ ਨੂੰ ਛੱਡ ਦਿਓ ਤਾਂ ਤੁਸੀਂ ਆਦੇ ਦਿਲ ਤੋਂ ਜੋ ਕੁਝ, ਆਦੇ ਮਨ ਤੋਂ ਜੋ ਕੁਝ ਕਰ ਸਕਦੇ ਹੋ ਇਸ ਵਾਇਰਸ ਤੋਂ ਬਚਣ ਵਾਸਤੇ, ਤਾਂ ਉਹੀ ਬੈਸਟ ਹੈ। ਸਾਰਾ ਵੱਡੀ ਚੀਜ਼ ਤਾਂ ਇਹੀ ਹੈ ਕਿ ਤੁਸੀਂ ਆਪਣੇ ਘਰਾਂ 'ਚ ਰਹੋ, ਬਚੇ ਰਹੋ। ਆਪਦੇ ਮੇਨ ਗੱਲ ਸੁਣੋ ਜੀ ਅੰਮ੍ਰਿਤ ਜੀ ਦੇ, ਵੀ ਆਪਦੇ ਘਰਾਂ ਦੇ ਵਿੱਚ ਰਹੋ। ਆਪਾਂ ਇੱਕ ਦੂਜੇ ਦੇ ਘਰ ਦੇ ਵਿੱਚ ਵੀ ਨਹੀਂ ਜਾਣਾ। ਮੈਂ ਨਹੀਂ ਵੀ ਤੁਹਾਨੂੰ ਅੱਜ ਸੈਟਰਡੇ ਨਾਈਟ ਹੈ ਜਾਂ ਤੁਸੀਂ ਮਨਾਉਣ ਕਿਸੇ ਦੂਜੇ ਦੇ ਘਰੇ ਚਲੇ ਜਾਓ, ਕੱਲ ਸੰਡੇ ਹੈ ਤੇ ਆਪਾਂ ਪਿਕਨਿਕ ਮਨਾਉਣ ਕਿਸੇ ਹੋਰ ਘਰੇ ਚਲੇ ਜਾਈਏ। ਮੇਨ ਮੋਟਿਵ ਹੈ ਜੀ, ਤੁਸੀਂ ਕਰੋਨਾ ਨੂੰ ਬਾਹਰੋਂ ਘਰੇ ਲੈ ਕੇ ਨਹੀਂ ਆਉਣਾ। ਮਤਲਬ ਕਰੋਨਾ ਤੁਹਾਡੇ ਘਰੇ ਚੱਲ ਕੇ ਨਹੀਂ ਆਏਗਾ, ਲੇਕਿਨ ਤੁਸੀਂ ਬਾਹਰੋਂ ਲੈ ਕੇ ਆ ਸਕਦੇ ਹੋ। ਕੱਲ ਦੀ ਬੜੀ ਵੱਡੀ ਖਬਰ ਚੱਲ ਰਹੀ ਸੀ ਜੀ, ਹਬੋਰ ਦੇ ਵਿੱਚ ਕੋਈ ਇੱਕ ਕੇਸ ਆਇਆ ਜੀ, ਉਹ ਕੋਈ ਭਟੂਰਿਆਂ ਵਾਲਾ ਕੇਸ ਆਇਆ ਜੀ, ਵੀ 500 ਬੰਦੇ ਨੂੰ ਭਟੂਰੇ ਖਵਾਉਂਦਾ ਜੀ। ਇਹ ਹੁਣ ਥੋੜੀ ਜਿਹੀ ਹਜੇ ਤੱਕ ਨਹੀਂ ਸਮਝ ਲੱਗ ਪਾ ਰਹੀ ਹੈ ਵੀ ਉਹ 500 ਬੰਦਿਆਂ ਦੇ ਘਰੇ ਕਰੋਨਾ ਪਹੁੰਚਿਆ ਹੈ ਕਿ ਕਰੋਨਾ ਖੁਦ ਲੈ ਕੇ ਗਏ ਨੇ ਬਾਹਰੋਂ ਖਾਣ ਪੀਣ ਵਾਲੇ। ਸਰ, ਜਿੱਥੇ ਆਪਾਂ ਬੋਲ ਦੀ ਗੱਲ ਕਰੀਏ ਤਾਂ ਜੋ ਹੋਣਾ ਸੀ ਉਹ ਹੋ ਗਿਆ। ਹੁਣ ਉਹ ਕਿੰਨੇ ਘਰਾਂ 'ਚ ਗਿਆ ਹੈ, ਇਹ ਲੱਭਣਾ ਸਰਕਾਰ ਦਾ ਕੰਮ ਹੈ ਜਾਂ ਸਿਹਤ ਵਿਭਾਗ ਦਾ ਕੰਮ ਹੈ ਜੀ। ਇਹ ਬੜੀ ਲੇਕਿਨ ਜੋ ਲੋਕਾਂ ਦੇ ਮਤਲਬ ਦੀ ਗੱਲ ਹੈ ਉਹ ਇਹੀ ਹੈ ਕਿ ਤੁਸੀਂ ਇਹਦੇ ਤੋਂ ਸਬਕ ਲਓ। ਬਾਜ਼ਾਰੋਂ ਨਹੀਂ ਖਾਣਾ ਪੀਣਾ,
ਬਿਲਕੁਲ ਬਾਜ਼ਾਰੋਂ ਨਹੀਂ ਖਾਣਾ ਪੀਣਾ, ਨਹੀਂ ਖਾਓ। ਜੇ ਤੁਹਾਨੂੰ ਲੱਗਦਾ ਹੈ ਤੁਸੀਂ ਪੂਰੀ ਤਰ੍ਹਾਂ ਸ਼ੋਰ ਹੋ ਕਿ ਸੇਫ ਹੈ ਤਾਂ ਤੁਸੀਂ ਖਾ ਸਕਦੇ ਹੋ ਕਿਉਂ। ਲੇਕਿਨ ਸੇਫ ਤੁਸੀਂ ਉਦੋਂ ਸਮਝੋਗੇ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੰਨੇ ਹੱਥਾਂ ਚੋਂ ਨਿਕਲਿਆ ਹੈ, ਕਿ ਉਹਨੂੰ ਬਣਾਉਣ ਵਾਲਾ ਪਰਸਨ ਇਨਫੈਕਟਡ ਤਾਂ ਨਹੀਂ ਸੀ, ਉਹਨੂੰ ਵੇਚਣ ਵਾਲਾ ਪਰਸਨ ਇਨਫੈਕਟਡ ਤਾਂ ਨਹੀਂ ਸੀ, ਜਾਂ ਜਿਨ੍ਹਾਂ ਨੇ ਤੁਹਾਡੇ ਕਰੰਸੀ ਲੈ ਕੇ ਤੁਹਾਨੂੰ ਬੈਕ ਕੀਤੀ ਉਹ ਸੇਲਮੈਨ ਇਨਫੈਕਟਡ ਤਾਂ ਨਹੀਂ ਸੀਗਾ। ਬਹੁਤ ਕਦਮ ਤੇ ਸਮਝਣ ਦੀ ਲੋੜ ਹੈ। ਆਪਾਂ ਨੂੰ ਹਰ ਇੱਕ ਚੀਜ਼ ਦੇ ਉੱਤੇ ਧਿਆਨ ਦੇਣਾ ਹੈ ਜੀ। ਜਿਹੜੀ ਚੀਜ਼ ਬਣ ਰਹੀ ਹੈ ਖਾਣ ਵਾਲੀ, ਸਰ ਮੇਰੀ ਗੱਲ ਉਹ ਸਹੀ ਹੈ। ਇੰਨੀਆਂ ਚੀਜ਼ਾਂ ਤੇ ਧਿਆਨ ਦੇਣ ਦੀ ਬਜਾਏ ਇੱਕੋ ਚੀਜ਼ ਕਿਉਂ ਨਹੀਂ ਅਪਣਾ ਲਈ ਜਾਂਦੀ ਕਿ ਤੁਸੀਂ ਬਾਹਰੋਂ ਖਾਓ ਹੀ ਨਾ। ਬੜੀ ਵੱਡੀ ਗੱਲ ਹੈ ਜੀ, ਬਾਹਰੋਂ ਤੁਸੀਂ ਖਾਓ ਹੀ ਨਾ। ਤੁਸੀਂ ਤਾਂ ਆਪ ਅੱਛੇ ਕੁੱਕ ਹੋ, ਅਕਸਰ ਤੁਸੀਂ ਲਾਈਵ ਹੋ ਕੇ ਅੱਛੇ ਪਕਵਾਨ ਬਣਾਉਂਦੇ ਹੋ। ਨਹੀਂ, ਇਹ ਤੁਸੀਂ ਮੈਨੂੰ ਲਾਂਭਾ ਦੇ ਰਹੇ ਹੋ ਕਿ ਤੁਸੀਂ ਅੱਗੇ ਵੀ ਲਾਂਭਾ ਦਿੱਤਾ। ਮੈਂ ਅਗਲੇ ਟਾਈਮ ਦਾ ਆਦਾ ਖਾਣਾ ਪੱਕਾ ਕਰ ਰਿਹਾ ਸਰ ਜੀ। ਮੈਂ ਹਮੇਸ਼ਾ ਇੱਕ ਗੱਲ ਹੀ ਕਹਿਣਾ ਜੀ, ਲਾਂਭਾ ਜ਼ਰੂਰ ਲਾਵਾਂਗੇ। SMS ਨੂੰ ਹਮੇਸ਼ਾ ਅਪਣਾ ਲਓ ਜੀ। ਆਪਾਂ ਫੋਨ ਤੇ, ਮੋਬਾਈਲ ਫੋਨ ਤੇ SMS ਕਰਦੇ ਹਾਂ। S ਮੀਨ ਸੈਨੀਟਾਈਜ਼ਰ, M ਮੀਨ ਮਾਸਕ, ਅਗੇਨ S ਮੀਨ ਸੋਸ਼ਲ ਡਿਸਟੈਂਸ। ਬਿਲਕੁਲ। ਜੇ ਆਪਾਂ SMS ਨੂੰ ਹਮੇਸ਼ਾ ਯਾਦ ਰੱਖਣਾ ਹੈ ਜਾਂ ਕਰੋਨਾ 19 ਤੋਂ ਤੁਸੀਂ ਆਪਦੀ ਸੇਫਟੀ ਕਰਨੀ ਹੈ ਤਾਂ SMS ਆਪਦੀ ਲਾਈਫ ਦੇ ਵਿੱਚ ਪਰਮਾਨੈਂਟ ਆਪਣੇ ਨਾਲ ਰੱਖਣਾ ਪਏਗਾ ਜੀ। ਕੀ ਕਹਿੰਦੇ ਹੋ ਜੀ? ਬਿਲਕੁਲ ਸਰ। ਛੋਲੇ ਭਟੂਰੇ ਤੋਂ ਅੱਗੇ ਵਧੋ ਸਰ। ਛੋਲੇ ਭਟੂਰੇ ਤੋਂ ਬਾਅਦ ਅਸਰ ਲੱਸੀ ਮਿਲਦੀ ਹੈ ਜੀ ਬਾਜ਼ਾਰ ਦੇ ਵਿੱਚ। ਲੱਸੀ ਤਾਂ ਵੈਸੇ ਸਾਰਾ ਕੰਮ ਹੋਇਆ ਪਿਆ ਜੀ। ਤੁਸੀਂ ਹੁਣ ਬਾਜ਼ਾਰ ਦੀ ਚੀਜ਼ਾਂ ਤੋਂ ਮਤਲਬ ਕੰਮ ਮੇਰਾ ਗੱਲ ਹੈ ਜੀ, ਲੱਸੀ ਵੀ ਨਹੀਂ ਪੀਣੀ ਚਾਹੀਦੀ ਕਿਉਂਕਿ ਠੰਡੀ ਹੁੰਦੀ ਹੈ। ਮੈਂ ਕਹਿੰਦਾ ਬਾਜ਼ਾਰ ਦੀ ਚੀਜ਼ਾਂ ਨੂੰ ਛੱਡ ਹੀ ਦਿਓ ਇੱਕ ਵਾਰ। ਅਮਰਿਤ ਜੀ, ਕਰੋਨਾ ਜੀ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਵੀ ਗਰਮ ਚੀਜ਼ਾਂ ਦਾ ਪ੍ਰਯੋਗ ਕਰੋ, ਕਾੜੇ ਦਾ ਪ੍ਰਯੋਗ ਕਰੋ, ਕੌਫੀ ਦਾ ਪ੍ਰਯੋਗ ਕਰੋ, ਟੀ ਦਾ ਪ੍ਰਯੋਗ ਕਰੋ। ਮੈਂ ਤਾਂ ਗੱਲ ਕਰ ਰਿਹਾ ਵੀ ਜਿਹੜੀ ਭਟੂਰਿਆਂ ਤੋਂ ਬਾਅਦ ਕਈ ਬੰਦਿਆਂ ਨੂੰ, ਮੇਰੇ ਡਿਪਾਰਟਮੈਂਟ 'ਚ ਵੀ ਕਈ ਬੰਦੇ ਭਟੂਰਿਆਂ ਤੋਂ ਬਾਅਦ ਲੱਸੀ ਪੀਂਦੇ ਨੇ ਜੀ। ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ, ਮੈਨੂੰ ਸਪੈਸ਼ਲ ਰੋਕਿਆ ਗਿਆ ਜੀ ਅੱਜ ਦੇ ਸ਼ੋਅ ਦੇ ਵਿੱਚ ਕਿਸੇ ਦਾ ਨਾਂ ਨਹੀਂ ਲੈਣਾ ਜੀ, ਕਿਉਂਕਿ ਡਿਨਰ ਦਾ ਟਾਈਮ ਹੈ। ਆਪਾਂ ਭਟੂਰੇ ਛੋਲਿਆਂ ਤੋਂ ਬਾਅਦ ਲੱਸੀ ਵੀ ਨਹੀਂ ਯੂਜ਼ ਕਰਨੀ। ਕਰੋਨਾ 19 ਦੀ ਗੱਲ ਚੱਲ ਰਹੀ ਹੈ, ਕਰੋਨਾ 19 ਦੀ ਹੀ ਗੱਲ ਕਰਨੀ ਹੈ ਜੀ। ਤਾਂ ਤੁਸੀਂ ਦੱਸੋ ਜੀ ਅਮਰਿਤ ਜੀ, ਤੁਸੀਂ ਆਪਦੇ ਵੱਲੋਂ ਕੀ ਸੁਜੈਸ਼ਨ ਇੱਕ ਆਪਾਂ ਐਡ ਕਰਨਾ ਚਾਹੁੰਦੇ ਹਾਂ ਜੀ? ਸੁਜੈਸ਼ਨ ਆਹੀ ਨੇ ਕਿ ਲੋਕਡਾਊਨ ਦੁਬਾਰਾ ਲੱਗਣ ਤੇ ਸੋਚਣਾ ਪਏਗਾ, ਹਰ ਹਾਲ 'ਚ ਸੋਚਣਾ ਪਏਗਾ। ਤੁਹਾਨੂੰ ਵੀ ਸੋਚਣਾ ਪਏਗਾ, ਮੈਨੂੰ ਵੀ ਸੋਚਣਾ ਪਏਗਾ, ਤੇ ਸਾਡੇ ਹਰ ਦਰਸ਼ਕ ਨੂੰ ਸੋਚਣਾ ਪਏਗਾ ਕਿ ਇਹ ਕਿਉਂ ਲੱਗ ਗਿਆ, ਕੀ ਵਜ੍ਹਾ ਹੈ। ਵਜ੍ਹਾ ਤਾਂ ਵੈਸੇ ਸਾਰੇ ਅੱਗੇ ਕਲੀਅਰ ਹੈ ਕਿ ਜਿਹੜੇ ਕੇਸ ਲਗਾਤਾਰ ਵੱਧ ਰਹੇ ਨੇ ਉਹਦੇ ਤੇ ਅੰਕੁਸ਼ ਲੱਗਦਾ ਨਜ਼ਰ ਨਹੀਂ ਆ ਰਿਹਾ। ਇਹੀ ਕਾਰਨ ਹੈ ਕਿ ਸਰਕਾਰ ਨੂੰ ਦੁਬਾਰਾ ਇਸ ਤਰੀਕੇ ਦਾ ਕੋਈ ਫੈਸਲਾ ਲੈਣਾ ਪਿਆ ਹੈ। ਉਹ ਕਿਸ ਰੂਪ 'ਚ ਲਾਗੂ ਹੋ ਰਿਹਾ ਹੈ, ਲੋਕ ਉਹਨੂੰ ਕਿਸ ਢੰਗ ਨਾਲ ਲੈ ਰਹੇ ਨੇ, ਸਰਕਾਰ ਨੂੰ ਸਹੀ ਮੰਨ ਰਹੇ ਨੇ ਕਿ ਗਲਤ ਮੰਨ ਰਹੇ ਨੇ, ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ ਕਿ ਨਹੀਂ ਹੋ ਰਹੇ, ਇਹ ਸੈਪਰੇਟ ਇਸ਼ੂ ਹੈ। ਸਾਰਿਆਂ ਨਾਲੋਂ ਪਹਿਲਾ ਇਸ਼ੂ ਇਹੀ ਹੈ ਕਿ ਜਾਨ ਆਪਣੀ ਇਸ ਟਾਈਮ ਸੰਕਟ 'ਚ ਹੈ ਤੇ ਆਪਾਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਨੀ ਹੈ ਕਿ ਕਿਵੇਂ ਬਚਿਆ ਜਾ ਸਕਦਾ ਹੈ। ਬਚਣ ਦੇ ਤਰੀਕੇ ਸਰ, ਜਿਵੇਂ SMS ਦੀ ਆਪਾਂ ਗੱਲ ਕੀਤੀ ਹੈ ਜੀ, ਅੱਜ ਆਪਾਂ ਗੱਲਾਂ ਇਹੀਆਂ ਕਰਾਂਗੇ ਕਿਉਂਕਿ ਆਪਣੇ ਵਿੱਚ ਗੈਸਟ ਵੀ ਪਹੁੰਚਣ ਵਾਲੇ ਨੇ। ਸੋ ਆਪਾਂ ਗੈਸਟ ਦਾ ਵੀ ਵੈਲਕਮ ਕਰਨਾ। ਸੋ ਆਪਾਂ ਜਲਦੀ ਇਸ ਚੀਜ਼ ਨੂੰ ਥੋੜਾ ਜਿਹਾ ਵਾਈਂਡ ਅਪ ਵੀ ਕਰਾਂਗੇ ਕਿ ਬਚਣ ਦਾ ਤਰੀਕਾ ਸਰ ਇਹੀ ਹੈ ਕਿ ਜੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਪ੍ਰੀਕਾਸ਼ਨਸ ਬੜੇ ਜ਼ਰੂਰੀ ਨੇ ਜੀ। ਆਪਣੇ ਵਿੱਚ 2-3 ਡਾਕਟਰਸ ਵੀ ਆਏ ਸੀ ਜੀ, ਉਹਨਾਂ ਨੇ ਵੀ ਆਪਾਂ ਨੂੰ ਇਹ ਚੀਜ਼ ਦੱਸੀ ਹੈ ਕਿ ਜੇ ਤੁਸੀਂ ਬਾਹਰੋਂ ਘਰੇ ਵਾਪਸ ਜਾ ਰਹੇ ਹੋ ਤਾਂ ਹੈਂਡ ਵਾਸ਼ ਕਰੋ, ਚੰਗੀ ਤਰ੍ਹਾਂ ਕਰੋ। ਈਵਨ ਕਿ ਆਪਦੇ ਸ਼ੂਜ਼ ਵੀ ਬਾਹਰ ਹੀ ਉਤਾਰੋ, ਮਤਲਬ ਘਰ ਦੇ ਬਾਹਰ ਨਹੀਂ, ਕੋਈ ਚੱਕ ਕੇ ਨਾ ਲੈ ਜਾਵੇ, ਉਹਦੀ ਗੱਲ ਨਹੀਂ ਕਰ ਰਿਹਾ ਮੈਂ। ਅੰਦਰ ਆ ਕੇ ਵਿਹੜੇ ਦੇ ਵਿੱਚ ਉਤਾਰ ਦਿਓ ਵੀ, ਲੇਕਿਨ ਬਿਲਕੁਲ ਅੰਦਰ ਨਾ। ਹਰ ਤਰੀਕੇ ਪ੍ਰੀਕਾਸ਼ਨ ਵਰਤਣੀ ਚਾਹੀਦੀ ਹੈ, ਹਰ ਤਰੀਕੇ ਦਾ ਪ੍ਰੀਕਾਸ਼ਨ। ਲੇਕਿਨ ਜੇਕਰ ਹੁਣ ਵੀ ਲੋਕ ਨਹੀਂ ਸਮਝ ਪਾ ਰਹੇ ਤਾਂ ਉਹੀ ਗੱਲ ਹੋ ਜਾਏਗੀ ਵੀ ਸਾਰੀ ਰਾਤ ਰਮਾਇਣ ਸੁਣਦੇ ਰਹੇ ਤੇ ਸਵੇਰੇ ਪੁੱਛਦੇ ਸੀਤਾ ਕੌਣ ਸੀਗੇ। ਆਪਾਂ ਲੋਕਡਾਊਨ 1 ਤੋਂ ਲੈ ਕੇ ਜੀ ਐਨੇ ਲੋਕਡਾਊਨ ਵੀ ਮਤਲਬ ਕਿ ਫੇਸ ਕਰ ਚੁੱਕੇ ਹਾਂ। ਹੁਣ ਅਨਲੌਕ ਵੀ ਫੇਸ ਕਰਨ ਤੋਂ ਬਾਅਦ ਫਿਰ ਦੁਬਾਰਾ ਲੋਕਡਾਊਨ ਦੀ ਪੋਜੀਸ਼ਨ 'ਚ ਆ ਰਹੇ ਹਾਂ। ਲੇਕਿਨ ਹੁਣ ਵੀ ਆਪਾਂ ਉਹਨਾਂ ਹਿਦਾਇਤਾਂ ਨੂੰ ਨਹੀਂ ਸਮਝ ਪਾ ਰਹੇ ਤਾਂ ਫਿਰ ਉਹੀ ਗੱਲ ਹੈ ਕਿ ਸਾਰੀ ਰਾਤ ਰਮਾਇਣ ਸੁਣਨ ਤੋਂ ਬਾਅਦ ਸਵੇਰ ਤੁਸੀਂ ਕਰੈਕਟਰਸ ਬਾਰੇ ਪੁੱਛ ਰਹੇ ਹੋ ਤੇ ਇੱਕ ਮਜ਼ਾਕੀਆ ਗੱਲ ਹੋ ਜਾਏਗੀ। ਸਾਡੇ ਦਰਸ਼ਕ ਐਨੇ ਸੁਧੀ ਨੇ, ਐਨੇ ਸਮਝਦਾਰ ਨੇ। ਅਸੀਂ ਉਮੀਦ ਕਰਦੇ ਹਾਂ ਕਿ ਜੋ ਅਸੀਂ ਸੰਦੇਸ਼ ਆਦੇ ਦਿਲ ਦੀਆਂ ਗੱਲਾਂ ਰਾਹੀਂ ਦੇਣਾ ਚਾਹੁੰਦੇ ਹਾਂ, ਜਾਂ ਸਾਡੇ ਜੋ ਦਰਸ਼ਕ ਲਗਾਤਾਰ ਸਾਨੂੰ ਕਮੈਂਟ ਕਰ ਰਹੇ ਨੇ, ਉਹ ਐਨੇ ਸੁਧੀ ਨੇ, ਐਨੇ ਸਮਝਦਾਰ ਨੇ ਕਿ ਉਹ ਇਸ ਚੀਜ਼ ਨੂੰ ਸਮਝਣਗੇ, ਆਪਣੇ ਆਸ-ਪਾਸ ਵੀ ਜਾਗਰੂਕਤਾ ਫੈਲਾਉਣਗੇ। ਐਸੇ ਚੀਜ਼ ਨੂੰ ਅੱਗੇ ਲੈ ਕੇ ਚੱਲਣਾ ਹੀ ਅੱਜ ਦੀ ਬਹੁਤ ਵੱਡੀ ਜ਼ਰੂਰਤ ਹੈ। ਬਹੁਤ ਵੱਡੀ ਜ਼ਰੂਰਤ ਹੈ ਜੀ, ਬੜੀ। ਬਿਲਕੁਲ ਅਮਰਿਤ ਜੀ, ਤੁਸੀਂ ਬੜੀ ਸਹੀ ਗੱਲ ਕਰ ਰਹੇ ਹੋ। ਸਹੀ ਦੇ ਨਾਲ ਕਹਿੰਦਾ ਸਟੀਕ ਗੱਲ ਕਰ ਰਹੇ ਹੋ। ਬੜੀ ਚੀਜ਼ ਯੂਜ਼ ਕਰਦੇ ਨੇ ਵਰਡ, ਆਪਾਂ ਵੀ ਸਟੀਕ ਵਰਡ ਹੁੰਦਾ ਕਿ ਨਪੀ ਤੁਲੀ ਗੱਲ ਹੈ ਜੀ। ਮੈਂ ਫਿਰ ਕਹਿ ਰਿਹਾ ਜੀ, ਸਰਤ ਕੇਸੀ ਦੇ ਵੱਲੋਂ ਜਾਂ ਦਿਲ ਦੀਆਂ ਗੱਲਾਂ ਜਿੰਨੇ ਵੀ ਲੋਕ ਦੇਖ ਰਹੇ ਜਾਂ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ ਵੀ ਕਰੋਨਾ ਤੁਹਾਡੇ ਆਸ-ਪਾਸ ਘੁੰਮ ਰਿਹਾ ਹੈ। ਕਰੋਨਾ ਨੂੰ ਘਰੇ ਨਾ ਲੈ ਕੇ ਆਓ। ਜੇ ਤੁਸੀਂ ਬਚ ਸਕਦੇ ਹੋ ਤਾਂ ਬਚੋ, ਬਾਹਰ ਨਾ ਨਿਕਲੋ। ਇੱਕ ਹੋਰ ਸੰਦੇਸ਼, ਕੱਲ ਸੰਡੇ ਹੈ ਜੀ, ਕੱਲ ਸੰਡੇ ਹੈ ਕਿ ਸੰਪੂਰਨ
ਬੰਦ ਹੈ ਜੀ, ਸੰਪੂਰਨ ਕਲੋਜ਼ ਬੰਦ ਕੀਤਾ ਗਿਆ ਹੈ ਜੀ ਬਾਜ਼ਾਰ। ਸੋ ਜਿਨ੍ਹਾਂ ਨੇ ਬਾਹਰ ਵੀ ਜਾਣਾ ਹੈ ਪਲੀਜ਼ ਬਾਹਰ ਜਾਣ ਤੋਂ ਅਵੋਇਡ ਕਰੋ, ਬਾਜ਼ਾਰ ਨਾ ਘੁੰਮੋ, ਭੀੜ ਵਾਲੇ ਇਲਾਕਿਆਂ ਦੇ ਵਿੱਚ ਨਾ ਜਾਓ। ਅੰਮ੍ਰਿਤ ਜੀ ਮੈਨੂੰ ਐ ਲੱਗਦਾ ਹੈ ਕਿ ਤੁਹਾਨੂੰ ਆਵਾਜ਼ ਹੀ ਨਹੀਂ ਆਈ ਟੱਲੀ ਵੱਜਣ ਦੀ? ਬਿਲਕੁਲ ਆ ਚੁੱਕੀ ਸਰ। ਸੋ ਮੈਨੂੰ ਲੱਗਦਾ ਹੈ ਕਿ ਟੱਲੀ ਵੱਜਣ ਦੀ ਆਵਾਜ਼ ਮਤਲਬ ਕਿ ਆਪਾਂ ਆਪਣੇ ਦਿਲ ਦੀ ਗੱਲਾਂ ਨਾ ਕਰਦੇ ਰਹੀਏ। ਅਸੀਂ ਸਾਡੇ ਦਰਸ਼ਕਾਂ ਨੂੰ ਇਹ ਆਹਵਾਨ ਕਰਦੇ ਹਾਂ ਕਿ ਉਹ ਗਿਆਨ ਨਾ ਦੇਣ, ਲੇਕਿਨ ਆਪ ਜੋ ਇੰਪਲੀਮੈਂਟ ਕਰ ਰਹੇ ਨੇ, ਆਦੇ ਤੇ ਜੋ ਚੀਜ਼ ਲਾਗੂ ਕਰ ਰਹੇ ਨੇ ਇਸ ਕੋਰੋਨਾ ਤੋਂ ਬਚਣ ਵਾਸਤੇ, ਇਸ ਸੰਕਰਮਣ ਤੋਂ ਬਚਣ ਵਾਸਤੇ, ਜੋ ਆਦੇ ਤੇ ਅਪਲਾਈ ਕਰ ਰਹੇ ਨੇ, ਉਹ ਲਾਜ਼ਮੀ ਸਾਡੇ ਨਾਲ ਸ਼ੇਅਰ ਕਰਨ, ਕਮੈਂਟ ਕਰਨ ਵੀ ਉਹਨਾਂ ਨੇ ਕੀ ਪ੍ਰਯਾਸ ਕੀਤਾ, ਤਾਂ ਕਿ ਉਸ ਨੂੰ ਦੂਸਰੇ ਸਾਡੇ ਪਾਠਕ ਵੀ ਜਾਂ ਦਰਸ਼ਕ ਵੀ ਸਮਝ ਸਕਣ, ਉਹਨੂੰ ਅਪਣਾ ਸਕਣ। ਤੁਸੀਂ ਆਦੇ ਉੱਤੇ ਜੋ ਚੀਜ਼ ਲਾਗੂ ਕਰ ਰਹੇ ਹੋ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਬਸ ਆਹੀ ਆਹਵਾਨ ਕਰਦੇ ਹੋਏ ਮੈਂ ਪੰਕਜ ਜੀ, ਤੁਸੀਂ ਅੰਤਾਕਸ਼ਰੀ ਦੀ ਗੱਲ ਕਰ ਰਹੇ ਸੀਗੇ ਜੀ, ਮੈਂ ਅੰਤਾਕਸ਼ਰੀ ਦੀ ਗੱਲ ਕਰ ਰਿਹਾ ਸੀ ਜੀ। ਯਾਨੀ ਕਿ ਕੱਲ ਸੰਡੇ ਸਾਡਾ ਦੂਜਾ ਐਪੀਸੋਡ ਹੈ 7 ਵਜੇ। ਵੇ ਦੇਖਣਾ ਨਾ ਭੁੱਲਣਾ, ਵਰਿੰਦਰ ਇਲੈਕਟ੍ਰੋਨਿਕਸ ਕਪਲ ਅੰਤਾਕਸ਼ਰੀ, ਠੀਕ ਸ਼ਾਮ 7 ਵਜੇ। ਮੈਂ ਆਦੇ ਵਿਊਵਰਸ ਨਾਲ ਇੱਕ ਗੱਲ ਹੋਰ ਵੀ ਕਰਨੀ ਚਾਹਾਂਗਾ ਜੀ ਇੱਥੇ। ਸੋ ਜਿੰਨੇ ਵੀ ਵਿਊਵਰਸ ਸਰਤ ਕੇਸੀ ਦੇ ਸਾਡੇ ਦਿਲ ਦੀਆਂ ਗੱਲਾਂ ਦਾ ਲਾਈਵ ਸ਼ੋਅ ਦੇਖ ਰਹੇ ਨੇ ਜੀ, ਜੇ ਤੁਸੀਂ ਸਾਡੇ ਲਾਈਵ ਸ਼ੋਅ ਨੂੰ ਪਸੰਦ ਕਰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਲਾਈਵ ਸ਼ੋਅ ਜਾਰੀ ਰਹੇ, ਸੋ ਸਾਡੇ ਨਾਲ ਤੁਸੀਂ ਕਮੈਂਟ ਕਰੇ ਰਹੋ। ਜਿੱਦਾਂ ਕਿ ਤੁਹਾਨੂੰ ਹਮੇਸ਼ਾ ਮੈਂ ਕਹਿੰਦਾ ਜੀ, ਟੱਲੀ ਵੱਜ ਗਈ ਹੈ ਜੀ ਸਾਡੇ ਵਿਚਕਾਰ। ਅੱਜ ਦੇ ਗੈਸਟ ਦਾ ਆਉਣ ਦਾ ਟਾਈਮ ਹੋ ਗਿਆ ਜੀ। ਸਾਡੇ ਵਿਚਕਾਰ ਸਾਡੇ ਗੈਸਟ ਪਹੁੰਚ ਚੁੱਕੇ ਨੇ ਜੀ। ਯਾਨੀ ਕਿ ਗੈਸਟ ਦਾ ਮੈਂ ਇੰਟਰੋਡਕਸ਼ਨ ਕਰਾਉਣ ਤੋਂ ਪਹਿਲੇ ਮੈਂ ਸਿਰਫ ਇੱਕ ਲਾਈਨ ਇੰਟਰੋਡਕਸ਼ਨ ਕਰਾਵਾਂਗਾ, ਲੇਕਿਨ ਪੂਰੀ ਇੰਟਰੋਡਕਸ਼ਨ ਮੇਰੇ ਵੱਡੇ ਵੀਰ ਕਰਵਾਉਣਗੇ ਜਾਂ ਮੇਰੇ ਬਰਾਬਰ ਦੇ ਵੀਰ ਕਰਵਾਉਣਗੇ, ਜਿਵੇਂ ਅੰਮ੍ਰਿਤ ਜੀ ਕਹਿੰਦੇ ਨੇ। ਸੋ ਜਿਨ੍ਹਾਂ ਨੂੰ ਮੈਂ ਇੰਟਰੋਡਕਸ਼ਨ ਕਰਾਉਣ ਲੱਗਿਆ ਜੀ, ਸ਼ਹਿਰ ਦੀ ਬਹੁਤ ਜਾਣੀ ਮਾਨੀ ਹਸਤੀ ਹੈ ਜੀ। ਹਸਤੀ ਦਾ ਮੈਂ ਕੀ ਕਹਾਂ ਜੀ, ਸ਼ਹਿਰ ਦੇ ਸਮਾਜ ਸੇਵਕ ਨੇ ਜੀ। ਜੇ ਉਹਨਾਂ ਵਾਸਤੇ ਮੈਂ ਇੱਕ ਵਰਡ ਵੀ ਯੂਜ਼ ਕਰਾਂ ਤਾਂ ਉਹਨਾਂ ਵਾਸਤੇ ਮੈਂ ਵਰਡ ਇਹ ਯੂਜ਼ ਕਰਾਂਗਾ ਕਿ ਹੀ ਇਜ਼ ਦਾ ਸੰਪੂਰਨ ਮੈਨ ਜੀ। ਮੈਂ ਇੰਟਰੋਡਕਸ਼ਨ ਕਰਵਾ ਰਿਹਾ ਜੀ ਸੇਠ ਸੰਜੀਵ ਨਾਗਪਾਲ ਜੀ। ਵੈਲਕਮ ਬਾਬੂ ਜੀ। ਤੁਸੀਂ ਪਹਿਲੇ ਤਾਂ ਦਿਲ ਦੀਆਂ ਗੱਲਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੈਲਕਮ ਸਰ। ਥੈਂਕ ਯੂ। ਸੋ ਮੈਂ ਰਿਕੁਐਸਟ ਕਰਾਂਗਾ ਜੀ, ਪੂਰੀ ਇੰਟਰੋਡਕਸ਼ਨ ਮੈਂ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਕਰਵਾਈ ਹੈ ਜੀ, ਸੰਪੂਰਨ ਮੈਨ। ਬਾਕੀ ਸੰਪੂਰਨ ਕਿਉਂ ਨੇ, ਕਿਵੇਂ ਬਣੇ, ਮੈਂ ਅੰਮ੍ਰਿਤ ਜੀ ਨੂੰ ਕਹਾਂਗਾ ਜੀ ਉੱਥੋਂ ਸਟਾਰਟ ਕਰਨ। ਸੰਪੂਰਨ ਦੇ ਵਿੱਚ ਸਭ ਕੁਝ ਆ ਜਾਂਦਾ ਹੈ ਪੰਕਜ ਜੀ। ਤੁਸੀਂ ਬਹੁਤ ਛੋਟੇ ਸ਼ਬਦ ਦੇ ਵਿੱਚ, ਬਹੁਤ ਇੱਕ ਸਿੰਗਲ ਵਰਡ ਦੇ ਵਿੱਚ ਸਰ ਦੀ ਪੂਰੀ ਸ਼ਖਸੀਅਤ ਬਿਆਨ ਕਰ ਦਿੱਤੀ ਹੈ। ਲੇਕਿਨ ਕਹਿੰਦੇ ਨਾ, ਵੈਸੇ ਤਾਂ ਸਰ ਕਿਸੇ ਪਰਚੇ ਦੇ ਮੁਹਤਾਜ ਨਹੀਂ ਗਏ, ਲੇਕਿਨ ਮੈਂ ਜੋ ਆਬਜ਼ਰਵ ਕਰਨਾ ਆਪ ਸਮਝਦਾ, ਮੈਂ ਹੁਣ ਤੱਕ ਜੋ ਸ੍ਰੀ ਨਾਗਪਾਲ ਜੀ ਨੂੰ ਮੈਂ ਸਮਝਿਆ ਹੈ, ਉਹ ਮੈਂ ਮੇਰੀ ਆਦਤ ਹੈ, ਮੈਨੂੰ ਸਾਡੇ ਡਿਪਟੀ ਚੀਫ ਐਡੀਟਰ ਵੀ ਕਈ ਵਾਰ ਟੋਕਦੇ ਨੇ ਵੀ ਤੁਸੀਂ ਆਦਾ ਸਵਾਲ ਬਹੁਤ ਲੰਬਾ ਖਿੱਚਦੇ ਹੋ ਤੇ ਸਵਾਲ ਉਸ ਤੋਂ ਜਵਾਬ ਉਸ ਤੋਂ ਛੋਟਾ ਆਉਂਦਾ। ਲੇਕਿਨ ਮੈਂ ਇੰਟਰੋਡਕਸ਼ਨ ਜ਼ਰੂਰ ਲੰਬੀ ਕਰਵਾਉਣਾ ਚਾਹਾਂਗਾ। ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਜੋ ਆਬਜ਼ਰਵ ਕੀਤਾ ਉਹ ਇਹ ਹੈ ਕਿ ਮੈਨੂੰ ਇੱਥੇ ਵਰਕਿੰਗ ਕਰਦੇ ਨੂੰ 15 ਸਾਲ ਪਲੱਸ ਹੋ ਚੁੱਕੇ ਨੇ। 15 ਸਾਲਾਂ ਦੇ ਵਿੱਚ ਇੱਕ ਇਹੋ ਜਿਹੀ ਸ਼ਖਸੀਅਤ ਨੇ ਨਾਗਪਾਲ ਸਰ ਕਿ ਇਹਨਾਂ ਨੇ ਹਮੇਸ਼ਾ ਫਾਜ਼ਿਲਕਾ ਦਾ ਨਾਮ ਰੋਸ਼ਨ ਕਰਨ ਲਈ, ਉੱਚਾ ਕਰਨ ਲਈ ਸਿਰਫ ਇਹ ਨਹੀਂ ਵੀ ਕੁਝ ਨੋਰਮਲ ਐਕਟੀਵਿਟੀ ਕੀਤੀ ਹੈ, ਇਹਨਾਂ ਨੇ ਹਮੇਸ਼ਾ ਹੀ ਕੁਝ ਨਵਾਂ ਆਪਣੇ ਇਲਾਕੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸੇ ਹੀ ਕੜੀ ਦੇ ਵਿੱਚ ਇਹ ਨਵਾਂ ਕਰਦੇ ਕਰਦੇ ਇੱਕ ਇਹੋ ਜਿਹਾ ਤੋਹਫਾ ਆਪਣੇ ਫਾਜ਼ਿਲਕਾ ਨੂੰ ਦੇ ਚੁੱਕੇ ਨੇ। ਪੰਕਜ ਜੀ, ਤੁਹਾਡੇ ਨਾਲ ਹੁਣੇ ਡਿਸਕਸ਼ਨ ਹੋਈ ਸੀਗੀ ਕਿ ਇਕੱਲੇ ਇੰਡੀਆ ਦੀ ਨਹੀਂ, ਇਕੱਲੇ ਪੰਜਾਬ ਦੀ ਨਹੀਂ, ਇਕੱਲੇ ਇੰਡੀਆ ਦੀ ਨਹੀਂ, ਇਕੱਲੇ ਏਸ਼ੀਆ ਦੀ ਨਹੀਂ, ਇਸ ਟਾਈਮ ਪੂਰੇ ਵਰਲਡ ਦੀ ਇੱਕਮਾਤਰ ਇੰਡਸਟਰੀ ਜਿਹੜੀ ਕਿ ਸ਼੍ਰੀ ਨਾਗਪਾਲ ਜੀ ਚਲਾ ਰਹੇ ਨੇ, ਇੰਜੀਨੀਅਰ ਸੰਜੀਵ ਨਾਗਪਾਲ ਜੀ ਚਲਾ ਰਹੇ ਨੇ, ਉਹ ਹੈ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਸੀ, ਪਰਾਲੀ ਨੂੰ ਠਿਕਾਣੇ ਲਗਾਉਣ ਦੀ ਸਮੱਸਿਆ। ਇੱਕ ਇਹੋ ਜਿਹੀ ਸਮੱਸਿਆ ਜਿਹੜੀ ਪਰਿਆਵਰਨ ਤੇ ਬਹੁਤ ਜ਼ਿਆਦਾ ਇਫੈਕਟ ਪਾ ਰਹੀ ਸੀ, ਪਰਿਆਵਰਨ ਬਹੁਤ ਪ੍ਰਭਾਵਿਤ ਕਰ ਰਹੀ ਸੀ। ਇਕੱਲਾ ਪੰਜਾਬ ਦਾ ਹੀ ਨਹੀਂ, ਪੰਜਾਬ ਜਿੰਨੀ ਪਰਾਲੀ ਬਰਨ ਹੁੰਦੀ ਸੀਗੀ ਉਹਦੇ ਨਾਲ ਜੋ ਧੂਆਂ ਜਾਂ ਜੋ ਪੋਲਿਊਸ਼ਨ ਪੈਦਾ ਹੁੰਦਾ ਸੀ, ਉਹਦੇ ਨਾਲ ਆਸ-ਪਾਸ ਦੀ ਕਈ ਸਟੇਟਾਂ ਪ੍ਰਭਾਵਿਤ ਹੁੰਦੀਆਂ ਸੀਗੀਆਂ। ਲੇਕਿਨ ਇਹਨਾਂ ਨੇ ਇੱਕ ਇਹੋ ਜਿਹਾ ਇੰਡਸਟਰੀ ਸਥਾਪਿਤ ਕਰਤੀ ਹੈ ਜਿਹਦੇ ਨਾਲ ਪਰਾਲੀ ਠਿਕਾਣੇ ਲੱਗਣ ਦੇ ਨਾਲ ਨਾਲ ਉਹਦੇ ਨਾਲ ਇੱਕ ਕਿਫਾਇਤੀ ਪ੍ਰੋਡਕਟ ਵੀ ਤਿਆਰ ਹੋ ਰਹੇ ਨੇ, ਬਾਇਓਗੈਸ, ਬਾਇਓ ਆਇਲ, ਆਹੀ ਨਾ ਸਰ? ਖਾਦ। ਹਾਂ, ਬਾਇਓ ਖਾਦ। ਯਾਨੀ ਕਿ ਤੁਹਾਡੀ ਜਿਹੜੀ ਖੇਤੀਬਾੜੀ ਦੇ ਜਿਹੜੇ ਅਵਸ਼ੇਸ਼ ਨੇ, ਕੂੜਾ ਕਰਕਟ ਹੈ, ਉਹ ਹੀ ਤੁਹਾਡੀ ਖੇਤੀ ਵਾਸਤੇ ਇੱਕ ਵਰਦਾਨ ਸਾਬਿਤ ਹੋਣ ਵਾਲੀ ਕੁਦਰਤੀ ਖਾਦ ਬਣਾ ਰਹੇ ਨੇ। ਇਸ ਟਾਈਮ ਸ਼੍ਰੀ ਨਾਗਪਾਲ ਜੀ ਦਾ ਸੰਪੂਰਨ ਐਗਰੀ ਵੈਂਚਰ ਇੱਕ ਇਹੋ ਜਿਹਾ ਉਦਮ ਬਣ ਚੁੱਕਿਆ ਹੈ ਜਿਹੜਾ ਵਰਲਡ ਦੀ ਇੱਕਮਾਤਰ ਇੰਡਸਟਰੀ ਹੈ। ਤੇ ਸਰ, ਮੈਂ ਦੁਬਾਰਾ ਫਿਰ ਬੜਾ ਵੈਲਕਮ ਕਰਨਾ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਵਿਚਕਾਰ ਆਏ। ਤੁਸੀਂ ਸਾਡੇ ਸ਼ਹਿਰ ਦੀ ਇੱਕ ਇਹੋ ਜਿਹੀ ਸ਼ਖਸੀਅਤ ਹੋ
ਜਿਨ੍ਹਾਂ ਪਰਿਚੈ ਕਰਾਇਆ ਜਾਵੇ ਸ਼ਬਦ ਥੋੜੇ ਰਹਿ ਜਾਂਦੇ ਨੇ। ਮੈਂ ਬਾਕੀ ਗੱਲਾਂ ਤੁਹਾਡੇ ਨਾਲ ਲਗਾਤਾਰ ਜਿਵੇਂ ਸਵਾਲ ਜਵਾਬ 'ਚ ਕਰਾਂਗਾ। ਮੈਂ ਪੰਕਜ ਜੀ ਨੂੰ ਅਪੀਲ ਕਰਾਂਗਾ ਕਿ ਸਵਾਲ ਜਵਾਬ ਦਾ ਸਿਲਸਿਲਾ ਤਾਂ ਚੱਲਦਾ ਰਹੇਗਾ, ਤੁਸੀਂ ਲੋਕਡਾਊਨ ਦਾ ਜਿਹੜਾ ਆਪਣਾ ਮੁੱਦਾ ਹੈ, ਜੋ ਮੇਨ ਮਕਸਦ ਹੈ ਦਿਲ ਦੀਆਂ ਗੱਲਾਂ, ਉਸ ਤੋਂ ਸ਼ੁਰੂਆਤ ਕਰੋ ਸਰ। ਮੈਂ ਦਿਲ ਦੀਆਂ ਗੱਲਾਂ ਸਟਾਰਟ ਇੱਥੋਂ ਕਰਨੀਆਂ ਚਾਹੁੰਦਾ ਜੀ ਮੈਂ ਵਾਕਈ ਦਿਲ ਦੀਆਂ ਗੱਲਾਂ ਕਰਨੀਆਂ ਨੇ। ਉਹਨਾਂ ਨੇ ਤੁਹਾਡੇ ਨਾਲ ਸਟੀਕ ਗੱਲਾਂ ਕਰਨਗੇ ਜੀ, ਮੈਂ ਦਿਲ ਦੀਆਂ ਗੱਲਾਂ ਕਰਾਂਗਾ ਜੀ। ਵੀ ਦਿਲ ਦੀਆਂ ਗੱਲਾਂ ਕਰਾਂ ਜੀ, ਜਿੰਨਾ ਕੁ ਮੈਂ ਇੰਜੀਨੀਅਰ ਸੰਜੀਵ ਨਾਗਪਾਲ ਜੀ ਬਾਰੇ ਜਾਣਨਾ, ਤੁਹਾਨੂੰ ਬੜਾ ਪੰਜਾਬੀ ਦੇ ਵਿੱਚ ਜੀ ਭੋਲਾ ਸੇਠ ਕਿਹਾ ਜਾਂਦਾ ਜੀ, ਇਹ ਸਹੀ ਹੈ ਜੀ? ਦੇਖੋ, ਆਪਣੀ ਆਪਣੀ ਸ਼ਖਸੀਅਤ ਦਾ ਆਪਣੀ ਇੱਕ ਨੇਚਰ ਹੁੰਦੀ ਹੈ। ਮੇਰੇ ਪਰਿਵਾਰ 'ਚ ਮੇਰੇ ਫਾਦਰ ਸਾਹਿਬ ਦੀ ਵੀ ਨੇਚਰ ਇਹ ਰਹੀ ਹੈ। ਅਸੀਂ ਕਦੇ ਵੀ ਕਿਸੇ ਤੇ ਕੋਈ ਆਪਣੇ ਆਪ ਨੂੰ ਐਗਜ਼ਰਟ ਕਰਨ ਦੀ ਜਾਂ ਕਿਸੇ ਨਾਲ ਝਗੜਾ ਕਰਨ ਦੀ ਜਾਂ ਕੁਛ ਵੀ ਇੱਕ ਨੀਵਾਂ ਧਾਰ ਲੈ ਕੇ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਹਾਂ। ਤੇ ਅਸੀਂ ਕੋਈ ਲੜਾਈ ਝਗੜਾ ਜਾਂ ਕਿਸੇ ਦੇ ਵੀ ਕੰਮ ਦੂਰ ਰਹੇ ਹਮੇਸ਼ਾ। ਇਸ ਕਰਕੇ ਲੋਕ ਸ਼ਾਇਦ ਮਤਲਬ ਇਹ ਗੱਲ ਸਹੀ ਹੈ ਜੀ, ਕਹਿੰਦੇ ਨੇ। ਸੋ ਬੜਾ ਵਧੀਆ ਵਰਡ ਹੈ ਜੀ ਭੋਲਾ, ਕਿਉਂਕਿ ਭੋਲਾ ਸ਼ਿਵ ਸ਼ੰਕਰ ਨੂੰ ਵੀ ਕਿਹਾ ਜਾਂਦਾ ਜੀ। ਭਗਵਾਨ ਸ਼ਿਵ ਸ਼ੰਕਰ ਨੂੰ ਵੀ ਭੋਲੇ ਦੇ ਨਾਂ ਤੋਂ ਮਤਲਬ ਕਿਹਾ ਜਾਂਦਾ। ਜੇ ਕਿਸੇ ਨੇ ਉਹਨਾਂ ਕੋਲੋਂ ਵੀ ਜੇ ਕੋਈ ਮੰਗਣ ਚਲਾ ਜਾਵੇ ਤਾਂ ਉਹ ਵੀ ਨਾ ਨਹੀਂ ਕਰਦੇ ਜੀ। ਉਵੇਂ ਹੀ ਜੋ ਸਾਨੂੰ ਪਤਾ ਲੱਗਿਆ ਜੀ ਇੰਜੀਨੀਅਰ ਸੰਜੀਵ ਨਾਗਪਾਲ ਜੀ ਕੋਲ ਜੇ ਕੋਈ ਮੰਗਣ ਆ ਜਾਵੇ ਤਾਂ ਭੋਲਾ ਸੇਠ ਦੇ ਨਾਂ ਤੇ ਕੋਈ ਬੰਦਾ ਤੁਸੀਂ ਨਾ ਨਹੀਂ ਕਰਦੇ ਜੀ, ਸਾਨੂੰ ਏਦਾਂ ਪਤਾ ਲੱਗਿਆ। ਇਹ ਤਾਂ ਹਰ ਇਨਸਾਨ ਦੇ ਵਿੱਚ ਇੱਕ ਆਪਣੀ ਖਮਤਾ ਹੁੰਦੀ ਹੈ, ਜੋ ਭਗਵਾਨ ਨੇ ਤੁਹਾਨੂੰ ਅਗਰ ਇਸ ਕਾਬਿਲ ਬਣਾਇਆ ਹੈ ਵੀ ਕਿਸੇ ਦੀ ਮਦਦ ਕਰ ਸਕੋ ਤਾਂ ਮੇਰੇ ਮੁਤਾਬਿਕ ਉਹ ਜ਼ਰੂਰ ਕਰਨੀ ਚਾਹੀਦੀ। ਸੋ ਇੱਕ ਪਰੰਪਰਾ ਵੀ ਹੈ ਜੀ, ਜੋ ਮੈਨੂੰ ਪਤਾ ਲੱਗਿਆ ਜੀ ਤੁਹਾਡੇ ਫਾਦਰ ਸਾਹਿਬ ਸੇਠ ਰਾਜਾ ਰਾਮ ਨਾਗਪਾਲ ਜੀ ਵੀ ਇਸ ਪਰੰਪਰਾ ਦੇ ਉੱਤੇ ਬੜੇ ਸੀ ਜੀ। ਉਹ ਵੀ ਬੜੇ ਸੇਵਾ ਭਾਵ ਦੇ ਨਾਲ ਬੜੀ ਸੇਵਾ ਕਰਦੇ ਸੀ ਜੀ। ਜਿੱਦਾਂ ਕਿ ਮੈਨੂੰ ਪਤਾ ਲੱਗਿਆ ਜੀ ਗਊਸ਼ਾਲਾ ਰੋਡ ਤੇ ਮਾਇਆ ਦੇਵੀ ਆਸ਼ਰਮ ਦੇ ਨਾਲ ਮੰਦਿਰ ਗੁਰਦੁਆਰੇ ਦੀ ਜਗ੍ਹਾ ਵੀ ਤੁਹਾਡੀ ਹੈ ਜੀ। ਮਤਲਬ ਸਟਾਰਟਿੰਗ ਤੋਂ ਹੀ ਦਾਨੀ ਪਰਿਵਾਰ ਦੇ ਵਿੱਚੋਂ ਤੁਸੀਂ। ਦਾਦਾ ਜੀ ਦੇ ਟਾਈਮ ਤੇ ਇਹ ਗੁਰਦੁਆਰਾ ਔਰ ਇਹ ਮੰਦਿਰ ਮੇਰੇ ਪੜਦਾਦਾ ਜੀ ਦੀ ਸਮਾਧੀ ਦੇ ਤੌਰ ਤੇ ਬਣਾਇਆ ਸੀ। ਉਹਨਾਂ ਦੀ ਵੀ ਨੇਚਰ ਇਹੀ ਰਹੀ ਹੈ ਵੀ ਜਿੰਨਾ ਕੁ ਹੋ ਸਕੇ। ਈਵਨ ਜਿਹੜੀ ਗਊਸ਼ਾਲਾ ਜਿੱਥੇ ਬਣੀ ਹੈ ਉਹ ਵੀ ਮੇਰੇ ਦਾਦਾ ਜੀ ਨੇ ਹੀ ਬਣਵਾਈ ਸੀ। ਇਹਦੀ ਜ਼ਮੀਨ ਉਹਨਾਂ ਨੇ ਦਿੱਤੀ ਸੀ। ਉਹਦੇ ਪਿੱਛੇ ਜਿਹੜਾ ਮਹੱਲਾ ਹੈ ਗਰੀਬ ਲੋਕਾਂ ਦਾ, ਉਹ ਵੀ ਉਹਨਾਂ ਦੇ ਮੇਰੇ ਦਾਦਾ ਜੀ ਦੇ ਟਾਈਮ ਦਾ ਉਹਨਾਂ ਨੇ ਫ੍ਰੀ ਲੋਕਾਂ ਨੂੰ ਘਰ ਵਸਾਇਆ ਸੀ ਉੱਥੇ। ਜੀ ਜੀ ਜੀ। ਇਹ ਜਿਵੇਂ ਕਹਿੰਦੇ ਨੇ ਇੱਕ ਤਰ੍ਹਾਂ ਦੇ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਤਾਂ ਰੱਬ ਦਾ ਸ਼ੁਕਰੀਆ ਅਦਾ ਕਰ ਰਹੇ ਸਾਨੂੰ ਇਸ ਕਾਬਿਲ ਬਣਾਇਆ ਵੀ ਅਸੀਂ ਕੁਝ ਕਰ ਸਕੀਏ। ਸੋ ਇਹ ਬਹੁਤ ਵੱਡੀ ਗੱਲ ਹੈ ਜੀ ਵੀ ਹਜੇ ਵੀ ਇੰਜੀਨੀਅਰ ਸਾਹਿਬ ਯਾਨੀ ਕਿ ਸੰਜੀਵ ਨਾਗਪਾਲ ਜੀ ਰੱਬ ਦਾ ਸ਼ੁਕਰੀਆ ਅਦਾ ਕਰ ਰਹੇ ਨੇ ਜੀ ਵੀ ਉਹਨਾਂ ਨੂੰ ਇਸ ਕਾਬਿਲ ਬਣਾਇਆ ਕਿ ਉਹ ਕਿਸੇ ਦੀ ਮਦਦ ਕਰ ਸਕਣ ਜੀ। ਸਰ, ਤੁਸੀਂ ਹਮੇਸ਼ਾ ਕੋਈ ਨਵੇਕਲਾ ਕੰਮ ਕੀਤਾ ਹੈ, ਸ਼ਹਿਰ ਨੂੰ ਬਹੁਤ, ਜਿਵੇਂ ਕੁਝ ਪੰਕਜ ਜੀ ਨੇ ਦੱਸਿਆ ਕਿ ਮਾਇਆ ਦੇਵੀ ਆਸ਼ਰਮ ਹੈ, ਬਹੁਤ ਲੋਕਾਂ ਦੇ ਕੰਮ ਆਉਂਦਾ ਹੈ। ਐਸੇ ਤਰੀਕੇ ਹੀ ਇੱਕ ਮਨੋਰੰਜਨ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਤੁਸੀਂ ਸ਼ੁਰੂਆਤ ਕੀਤੀ ਸੰਜੀਵ ਸਿਨੇਮਾ ਦੀ, ਪਲੱਸ ਉਸ ਤੋਂ ਬਾਅਦ ਉਹਦਾ ਮਾਡਰਨ ਰੂਪ ਸਾਹਮਣੇ ਆ ਚੁੱਕਾ ਹੈ। ਬਿਲਕੁਲ। ਉਹ ਸਰ ਆਈਡੀਆ ਕਿਵੇਂ ਆਇਆ ਕਿ ਇਸ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਦਰਸ਼ਕ ਬਹੁਤ ਘੱਟ ਨੇ ਫਿਰ ਵੀ ਤੁਸੀਂ ਇੱਕ ਪਲੇਟਫਾਰਮ ਦਿੱਤਾ, ਇੱਕ ਲੋਕਾਂ ਨੂੰ ਮਨੋਰੰਜਨ ਦਾ ਸਾਧਨ ਦਿੱਤਾ, ਇਹਦੇ ਪਿੱਛੇ ਕੀ ਸੋਚ? ਅਮਰਿਤ ਜੀ, ਇੱਕ ਮੈਂ ਇੱਥੇ ਹੋਰ ਐਡ ਕਰਨਾ ਜੀ, ਇਹ ਇਕੱਲਾ ਫਾਜ਼ਿਲਕਾ ਦਾ ਸੰਜੀਵ ਸਿਨੇਮਾ ਨਹੀਂ ਜੀ, ਇਹਦੇ ਨਾਲ ਸੰਦੀਪ ਸਿਨੇਮਾ ਅਬੋਹਰ ਐਂਡ ਗਿੱਦੜਵਾਲ ਸ਼ੋ, ਮਤਲਬ ਇਹ ਇੱਕ ਚੇਨ ਸਿਸਟਮ ਸੀ ਜੀ। ਫਾਜ਼ਿਲਕਾ ਦਾ ਅੱਜ ਵੀ ਲਾਈਟਾਂ ਵਾਲਾ ਜਿਹੜਾ ਚੌਂਕ ਹੈ ਉਹ ਸੰਜੀਵ ਸਿਨੇਮਾ ਦੇ ਨਾਂ ਤੇ ਹੀ ਚੱਲਦਾ ਹੈ ਜੀ। ਬਿਲਕੁਲ ਸਰ। ਚਲੋ ਸਰ, ਉਸੇ ਆਈਡੀਆ ਨੂੰ ਜਿਵੇਂ ਡਿਵੈਲਪ ਹੁੰਦਾ ਗਿਆ ਸਿਨੇਮਾ ਦਾ ਹੈ ਵੀ ਡਿਊ ਰਿਸਪੈਕਟ। ਇਹ ਰਾਜਾ ਸਿਨੇਮਾ ਪਹਿਲੇ ਫਾਜ਼ਿਲਕਾ 'ਚ ਬਣਾਇਆ ਗਿਆ ਸੀ ਜੀ, ਸਾਡਾ ਪਹਿਲਾ ਨਹੀਂ ਸੀ। ਨਹੀਂ ਪਹਿਲਾਂ ਨਹੀਂ ਕਿਹਾ ਮੈਂ, ਲੇਕਿਨ ਇੱਕ ਆਈਡੀਆ ਹੁੰਦਾ ਸਰ। ਆਈਡੀਆ ਤੋਂ ਇਲਾਵਾ ਮੇਰੇ ਫਿਰ ਫਾਦਰ ਨੂੰ ਇਸ ਚੀਜ਼ ਦਾ ਥੋੜਾ ਧਿਆਨ ਆਇਆ ਕਿ ਜੋ ਨਵੀਂ ਟੈਕਨੋਲੋਜੀ ਨਾਲ ਅਬੋਹਰ ਵੀ ਗਿਆਨ ਸਿਨੇਮਾ ਸੀ, ਲੇਕਿਨ ਉਹ ਬਹੁਤ ਜ਼ਿਆਦਾ ਪੁਰਾਣੇ ਸਟਾਈਲ ਨਾਲ ਬਣਿਆ ਹੋਇਆ ਸੀ। ਤਾਂ ਖੁੱਲਾ 에ਅਰ ਕੋਲਡ ਔਰ ਅੱਛੀ ਫੈਸਿਲਿਟੀ ਦੇ ਨਾਲ ਇੱਕ ਇਸ ਉਦਯੋਗ ਨੂੰ ਇਸ ਇਲਾਕੇ 'ਚ ਲਿਆਂਦਾ। ਪਹਿਲੇ ਸੰਦੀਪ ਸਿਨੇਮਾ ਹੋਰ ਬਣਾਇਆ, ਫਿਰ ਫਾਜ਼ਿਲਕਾ ਬਣਾਇਆ, ਗਿੱਦੜਵਾ ਬਣਾਇਆ। ਉਹਨਾਂ 'ਚ ਫਰਕ ਸਿਰਫ ਇੰਨਾ ਸੀ ਵੀ ਉਹਦੇ ਵਿੱਚ ਉਸ ਟਾਈਮ ਦੇ ਵਿੱਚ ਜੋ ਨਵੀਂ ਤੋਂ ਨਵੀਂ ਟੈਕਨੋਲੋਜੀ ਹੈਗੀ ਸੀ ਉਹਨੂੰ ਇੱਥੇ ਲਿਆਂਦਾ ਗਿਆ ਔਰ ਉਹਨਾਂ ਲੋਕਾਂ ਨੇ ਕਾਫੀ ਅੱਛਾ ਸਰਾਹਿਆ ਵੀ ਔਰ ਅੱਛੀ ਕਾਮਯਾਬੀ ਵੀ ਮਿਲੀ ਇਸ ਕੰਮ ਦੇ ਵਿੱਚ।
ਉਸ ਤੋਂ ਬਾਅਦ ਜਿਵੇਂ ਜਿਵੇਂ ਟਾਈਮ ਦੇ ਨਾਲ ਚੀਜ਼ਾਂ ਬਦਲਦੀਆਂ ਨੇ, ਨਵੀਆਂ ਚੀਜ਼ਾਂ ਆਉਂਦੀਆਂ ਨੇ, ਤਾਂ ਇਹ ਫਾਜ਼ਿਲਕਾ ਦਾ ਸਿਨੇਮੇ ਨੂੰ ਨਵਾਂ ਜੋ ਟੈਕਨੋਲੋਜੀ ਦੇ ਨਾਲ ਢਾਲਿਆ ਗਿਆ, ਸੈਟੇਲਾਈਟ ਦਾ ਜ਼ਮਾਨਾ ਆਇਆ, ਸੈਟੇਲਾਈਟ ਦੇ ਨਾਲ ਪ੍ਰੋਜੈਕਸ਼ਨ ਸ਼ੁਰੂ ਹੋਈ। ਉਹ ਇੱਕ ਇੱਛਾ ਰਹੀ ਵੀ ਜੋ ਵੀ ਲੇਟੈਸਟ ਚੀਜ਼ ਹੋਵੇ ਉਹਨੂੰ ਕੋਸ਼ਿਸ਼ ਕਰੀਏ ਵੀ ਉੱਥੇ ਲਿਆਈਏ ਔਰ ਉਹਨੂੰ ਸਾਹਮਣੇ ਪੇਸ਼ ਕਰੀਏ। ਮਤਲਬ ਕਿ ਬਿਜ਼ਨਸ ਦੇ ਨਾਲ ਨਾਲ ਇਲਾਕੇ ਨੂੰ ਕਿਵੇਂ ਨਵੀਂ ਤਕਨੀਕ ਨਾਲ ਸਜਾਇਆ ਸਵਾਰਿਆ ਜਾ ਸਕਦਾ ਹੈ, ਇਹਦੇ ਵਾਸਤੇ ਵੀ ਨਾਗਪਾਲ ਪਰਿਵਾਰ ਵੱਲੋਂ ਪੂਰਾ ਖਿਆਲ ਰੱਖਿਆ ਗਿਆ ਹੈ। ਨਾਲ ਹੀ ਸਰ ਤੁਸੀਂ ਰੀਅਲ ਐਸਟੇਟ ਦੇ ਵਿੱਚ ਵੀ ਇੱਕ ਬਹੁਤ ਆਲੀਸ਼ਾਨ, ਬਹੁਤ ਸ਼ਾਨਦਾਰ ਇੱਕ ਕਲੋਨੀ ਸ਼ਹਿਰ ਨੂੰ ਭੇਂਟ ਕੀਤੀ ਹੈ। ਉਹ ਆਪਣੀ ਜਗ੍ਹਾ ਨੂੰ ਸੈਕਰੀਫਾਈਸ ਕਰਕੇ ਇੱਕ ਅਲੱਗ ਖੇਤਰ ਦੇ ਵਿੱਚ ਐਂਟਰ ਕਰਨ ਦਾ, ਉਹਦੇ ਪਿੱਛੇ ਸਰ ਕੀ ਮਤਲਬ ਵਿਚਾਰਧਾਰਾ? ਉਹਦੇ ਪਿੱਛੇ ਤਾਂ ਦੇਖੋ, ਮੇਰਾ ਲਾਈਫ ਦੇ ਵਿੱਚ ਮੈਨੂੰ ਪਹਿਲੇ ਪੜ੍ਹਾਈ ਦੇ ਦੌਰਾਨ ਬਾਹਰ ਹਮੇਸ਼ਾ ਮੈਂ ਰਿਹਾ, ਵੱਡੇ ਸ਼ਹਿਰਾਂ ਦੇ ਵਿੱਚ ਨਾਲ ਤਾਲੁਕਾਤ ਰਹੇ ਨੇ, ਬਾਹਰ ਦੀ ਦੁਨੀਆ ਦੇਖੀ ਹੈ, ਤਾਂ ਔਰ ਇੱਛਾ ਸੀ ਵੀ ਇੱਥੇ ਵੀ ਕੁਝ ਇਸ ਤਰ੍ਹਾਂ ਦਾ ਰਹਿਣ ਦਾ ਹੋਵੇ ਵੀ ਜੋ ਖੁੱਲ੍ਹਾ ਵਾਤਾਵਰਨ, ਪੂਰੀ ਗ੍ਰੀਨਰੀ ਦੇ ਵਿੱਚ ਅੱਛੇ ਲਾਈਫ ਸਟਾਈਲ ਦੇ ਨਾਲ ਲੋਕਾਂ ਨੂੰ ਰਹਿਣ ਦਾ ਮੌਕਾ ਮਿਲੇ। ਤਾਂ ਉਸ ਨੂੰ ਮੱਦੇ ਨਜ਼ਰ ਰੱਖ ਕੇ ਇਹ ਕਾਲੋਨੀ ਬਣਾਈ ਹੈ, ਜਿਹਦੇ 'ਚ ਕਿ ਜੋ ਵੀ ਫੈਸਿਲਿਟੀਜ਼ ਇਸ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਸੈਕਟਰਸ ਦੇ ਵਿੱਚ ਮਿਲਦੀ ਹੈ, ਉਹ ਸਾਰਾ ਕੁਝ ਇੱਥੇ ਫਾਜ਼ਿਲਕਾ ਦੇ ਵਿੱਚ ਲੋਕਾਂ ਨੂੰ, ਔਰ ਮੈਨੂੰ ਖੁਸ਼ੀ ਹੈ ਕਿ ਇਹਨੂੰ ਕਾਫੀ ਲੋਕਾਂ ਨੇ ਪਸੰਦ ਵੀ ਕੀਤਾ ਔਰ ਲੋਕ ਵੱਧ ਤੋਂ ਵੱਧ ਇੱਥੇ ਹੁਣ ਸ਼ਿਫਟ ਹੋ ਰਹੇ ਨੇ। ਮਤਲਬ ਇੱਕ ਸੋਚ ਸੀਗੀ ਲੋਕਾਂ ਨੂੰ ਇੱਕ ਆਧੁਨਿਕ ਜੀਵਨ ਸ਼ੈਲੀ ਦੇਣ ਦੀ, ਜਿਹਦੇ ਵਿੱਚ ਤੁਹਾਡੀ ਜਿਹੜੀ ਕਲੋਨੀ ਹੈ ਉਹ ਇੱਕ ਆਈਡੀਅਲ ਕਲੋਨੀ ਬਣ ਕੇ ਸਾਹਮਣੇ ਆਈ ਹੈ, ਜਿਹਦੇ 'ਚ ਰਹਿ ਕੇ ਲੋਕਾਂ ਨੂੰ, ਬੱਚਿਆਂ ਨੂੰ ਕੋਈ ਬਾਹਰ ਖੇਲਣ ਦਾ ਕੋਈ ਫੈਸਿਲਿਟੀ ਨਹੀਂ ਸੀ। ਬਾਹਰ ਘਰੋਂ ਨਿਕਲ ਕੇ ਬੱਚੇ ਸਿਰਫ ਆਦੇ ਕੰਪਿਊਟਰ ਤੇ ਲੈਪਟਾਪ ਤੇ ਹੀ ਦਾਇਰੇ ਦੇ ਵਿੱਚ ਰਹਿੰਦੇ ਸੀ। ਇੱਥੇ ਜੋ ਹੁਣ ਬੱਚੇ ਨੂੰ ਅਸੀਂ ਮਾਹੌਲ ਦਿੱਤਾ, ਉਹਦੇ ਬਾਹਰ ਓਪਨ ਏਅਰ ਜਿਮ ਵੀ ਬਣਾਇਆ ਹੈ, ਝੂਲੇ ਵੀ ਨੇ, ਪਾਰਕਸ ਵੀ ਨੇ, ਲੋਕਾਂ ਨੂੰ ਆਊਟਡੋਰ ਐਕਟੀਵਿਟੀ ਵੀ ਮਿਲਦੀ ਹੈ, ਪਲੱਸ ਸਿਕਿਉਰਿਟੀ ਵੀ ਹੈ, ਔਰ ਦੂਸਰਿਆਂ ਵੀ ਇੱਕ ਦੂਸਰੇ ਨਾਲ ਸਹਿਯੋਗ ਕਰਨ ਦਾ ਇੱਕ ਕਲਚਰ ਅਸੀਂ ਬਣਾਇਆ ਹੈ, ਤਾਂ ਕਿ ਇੱਕ ਸੁਸਾਇਟੀ ਬਣ ਕੇ ਲੋਕ ਆਪਸ ਵਿੱਚ ਮਿਲਣ, ਆਪਸ ਵਿੱਚ ਸਹਿਯੋਗ ਕਰਨ, ਔਰ ਇਸ ਚੀਜ਼ ਦਾ ਕਾਫੀ ਅੱਛਾ ਲੋਕਾਂ ਨੇ ਵਾਤਾਵਰਨ ਦੇਖ ਕੇ ਹੀ ਲੋਕ ਇੱਥੇ ਹੁਣ ਕਾਫੀ ਜ਼ਿਆਦਾ ਲੋਕ ਇੱਥੇ ਸ਼ਿਫਟ ਕਰ ਰਹੇ ਨੇ। ਮਤਲਬ ਕਿ ਕਲੋਨੀ ਕੱਟਣ ਦੇ ਨਾਮ ਤੇ ਸਿਰਫ ਪਲਾਟ ਕੱਟਣ ਦੀ ਬਜਾਏ ਉਹਦੇ 'ਚ ਪਰਿਆਵਰਨ ਦਾ ਪੂਰਾ ਖਿਆਲ ਰੱਖਿਆ ਗਿਆ ਹੈ, ਹੈਲਥ ਦਾ ਪੂਰਾ ਖਿਆਲ ਰੱਖਿਆ ਗਿਆ ਹੈ, ਤੇ ਨਾਲ ਹੀ ਬੱਚੇ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਜਾਂ ਉਹਨਾਂ ਦੇ ਰੀਕ੍ਰੀਏਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਉਹ ਹਰ ਚੀਜ਼, ਈਵਨ ਕਿ ਸਿਕਿਉਰਿਟੀ ਵੀ ਉਸ ਕਲੋਨੀ 'ਚ ਉਪਲਬਧ ਕਰਵਾਈ ਗਈ ਹੈ। ਇੱਕ ਵਾਕਈ ਹੀ ਜਿਹੜੀ ਮਹਾਨਗਰਾਂ ਦੀ ਕਲੋਨੀਜ਼ ਹੁੰਦੀਆਂ ਨੇ, ਉਹਦੀ ਵਰਗੀ ਫੀਲਿੰਗ ਉਹਦੇ ਵਿੱਚ ਪਹੁੰਚ ਕੇ ਆਪਾਂ ਨੂੰ ਮਿਲਦੀ ਹੈ। ਜੀ ਸਰ, ਕਲੋਨੀ ਦੇ ਨਾਲ ਆਪਾਂ ਗੱਲ ਕਰੀਏ, ਵੈਸੇ ਤੁਹਾਡੇ ਇੰਨੇ ਪ੍ਰੋਜੈਕਟ ਨੇ ਵੀ ਮੈਂ ਹਰ ਸਾਲ ਹੀ ਅਸੀਂ ਉਸ ਚੀਜ਼ ਬਾਰੇ ਲਿਖਦੇ ਰਹੇ ਹਾਂ, ਹਰ ਸਾਲ ਹੀ ਕੁਛ ਨਾ ਕੁਛ ਤੁਸੀਂ ਨਵਾਂ ਤੋਹਫਾ ਦਿੰਦੇ ਸੀਗੇ, ਲੇਕਿਨ ਜੋ ਮੇਰੀ ਸ਼ੁਰੂਆਤ ਤੋਂ ਜਿਹੜੀ ਮੈਂ ਗੱਲ ਕੀਤੀ ਸੀਗੀ, ਸੰਪੂਰਨ ਐਗਰੀਵੈਂਚਰ ਦਾ ਇੱਕ ਸਫ਼ਰ ਸ਼ੁਰੂ ਹੋਇਆ ਸੀਗਾ ਵੇਸਟ ਤੋਂ ਪ੍ਰੋਡਕਟ ਬਣਾਉਣ ਦਾ। ਸਰ, ਉਹਦੇ ਬਾਰੇ ਅਸੀਂ ਤਾਂ ਜਿੰਨਾ ਦੱਸ ਸਕਦੇ ਸੀ ਮੈਂ ਦੱਸਿਆ, ਲੇਕਿਨ ਤੁਸੀਂ ਟੈਕਨੀਕਲੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਵਾਸਤਵ 'ਚ ਕੀ ਪ੍ਰੋਜੈਕਟ ਹੈ ਸਰ, ਤੇ ਵਰਲਡ ਲੈਵਲ ਦਾ ਕਿਵੇਂ ਹੈ ਉਹ? ਦੇਖੋ, ਜਿੱਥੋਂ ਤੱਕ ਇਸ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਹ ਮੇਰਾ ਪਹਿਲਾ ਪ੍ਰੋਜੈਕਟ ਸਿਰਫ ਇਸ ਕਰਕੇ ਹੈ ਵੀ ਇਹਦੇ ਵਿੱਚ ਪਰਾਲੀ ਦਾ ਇਸਤੇਮਾਲ ਕੀਤਾ ਗਿਆ ਜੀ, ਲੇਕਿਨ ਬਾਹਰ ਦੇ ਮੁਲਕਾਂ ਵਿੱਚ ਜਾਂ ਇੱਕ ਇੰਟਰਨੈਸ਼ਨਲ ਲੈਵਲ 'ਤੇ ਇੱਕ ਸੋਚ ਕਲਾਈਮੇਟ ਚੇਂਜ ਤੋਂ ਬਣੀ ਹੈ ਕਿ ਆਪਾਂ ਜੋ ਖੇਤੀਬਾੜੀ ਦੇ ਵਿੱਚ ਔਰ ਜੋ ਗ੍ਰੀਨ ਹਾਊਸ ਗੈਸਿਸ ਆਪਾਂ ਇਮਿਟਿੰਗ ਕਰ ਰਹੇ ਹਾਂ, ਜਿਹੜਾ ਫਸਲਾਂ ਦਾ ਵੇਸਟ ਹੈ ਜਾਂ ਜੋ ਘਰਾਂ ਦਾ ਵੇਸਟ ਹੈ, ਉਹ ਜਦੋਂ ਆਪਾਂ ਜਲਾ ਦਿੰਦੇ ਹਾਂ ਜਾਂ ਵੈਸੇ ਸੜ ਦਿੰਦੇ ਹਾਂ ਬਾਹਰ, ਉਹ ਜਦੋਂ ਗਲਦਾ ਉਹ ਬਹੁਤ ਜ਼ਿਆਦਾ ਹਾਰਮਫੁਲ ਗੈਸਿਸ ਹਵਾ 'ਚ ਛੱਡਦਾ ਔਰ ਉਹਦੇ ਨਾਲ ਉੱਥੇ ਬਿਮਾਰੀਆਂ ਫੈਲਦੀਆਂ। ਆਪਾਂ ਜਦੋਂ ਜਾਈਏ ਪਿੰਡਾਂ 'ਚ ਦੇਖੀਏ, ਆਪਾਂ ਸੜਕਾਂ ਦੇ ਕਿਨਾਰੇ 'ਤੇ ਗੋਬਰ ਦੇ ਢੇਰ ਲੱਗੇ ਹੋਏ ਨੇ, ਜਾਂ ਦੂਸਰੇ ਘਰਾਂ ਦਾ ਜੋ ਕਚਰਾ ਹੁੰਦਾ ਉਹਨਾਂ ਢੇਰ ਦੇ ਉੱਪਰ ਹੀ ਸੜ ਦਿੰਦੇ ਨੇ। ਉਹਦੇ ਨਾਲ ਜੋ ਪਰਿਆਵਰਨ ਦਾ ਜੋ ਨੁਕਸਾਨ ਹੁੰਦਾ, ਗੈਸਿਸ ਰਿਲੀਜ਼ ਹੁੰਦੀਆਂ ਨੇ, ਸਾਰਿਆਂ ਨਾਲੋਂ ਜ਼ਿਆਦਾ ਉੱਥੇ ਇਹ ਪੈਥੋਜਨ ਉੱਥੇ ਪ੍ਰਫੁੱਲ ਹੁੰਦੇ ਨੇ, ਬੈਕਟੀਰੀਆ ਜਾਂ ਦੂਸਰੇ ਜਿਹੜੇ ਹਾਰਮਫੁਲ, ਔਰ ਖਾਸ ਕਰ ਅੱਜ ਕੱਲ੍ਹ ਜਿਵੇਂ ਕੋਵਿਡ ਦਾ ਹੈ ਵੀ ਇਹ ਬਰੀਡਿੰਗ ਗਰਾਊਂਡ ਬਣਦੇ ਨੇ।
ਜੋ ਆਪਣਾ ਵੇਸਟ ਹੈ ਉਹ ਇੱਕ ਬਿਮਾਰੀਆਂ ਦਾ ਬਰੀਡਿੰਗ ਗਰਾਊਂਡ ਹੈ। ਅਗਰ ਅਸੀਂ ਉਹਨੂੰ ਟਾਈਮਲੀ ਪ੍ਰੋਸੈਸ ਕਰਦੇ ਹਾਂ ਇੱਕ ਸਟਰਲਾਈਜ਼ ਤਰੀਕੇ ਨਾਲ, ਅਸੀਂ ਉਹਨੂੰ ਜੋ ਇੰਟਰਨੈਸ਼ਨਲ ਸਟੈਂਡਰਡ ਦੇ ਵਿੱਚ ਉਹਨਾਂ ਨੇ ਜੋ ਨੋਰਮਸ, ਜੋ ਪੈਰਿਸ ਕਨਵੈਨਸ਼ਨ ਦੇ ਮੁਤਾਬਿਕ ਉਹਨਾਂ ਨੇ ਨੋਰਮਸ ਫਿਕਸ ਕੀਤੇ ਨੇ ਵੀ ਮਿਨੀਮਮ ਇੰਨੀ ਦੇਰ ਇਹ ਪਾਣੀ ਦੇ ਵਿੱਚ ਇੰਨੇ ਟੈਂਪਰੇਚਰ 'ਤੇ ਰੱਖਾਂਗੇ ਤਾਂ ਇਹਦੀ ਜਿਹੜੀ ਖਾਦ ਬਣੇਗੀ ਉਹ ਬਿਲਕੁਲ ਸਟਰਲਾਈਜ਼ ਹੋਏਗੀ। ਉਹ ਨੂੰ ਪੂਰਾ ਕਰਦੇ ਹੋਏ ਅਸੀਂ ਇਹ ਪ੍ਰੋਜੈਕਟ ਬਣਾਇਆ। ਫਰਕ ਸਿਰਫ ਇੰਨਾ ਯੂਨੀਕ ਚੀਜ਼ ਹੈਗੀ ਵੀ ਅਸੀਂ ਪਰਾਲੀ ਦਾ ਇਸਤੇਮਾਲ ਕੀਤਾ ਜਿਹੜਾ ਕਿ ਪਹਿਲੇ ਕਿਧਰੇ ਵੀ ਨਹੀਂ ਯੂਜ਼ ਹੋਇਆ ਸੀ, ਜਿੰਦੇ ਕਰਕੇ ਬੜੀ ਲੇਕਿਨ ਜੋ ਕੁਆਲਿਟੀ ਸਟੈਂਡਰਡ ਜਿਹੜੇ ਨੇ ਜੋ ਇੰਟਰਨੈਸ਼ਨਲ ਨੋਰਮਸ ਦੇ ਵਿੱਚ ਜੋ ਮੱਦੇ-ਨਜ਼ਰ ਰੱਖ ਕੇ ਉਹ ਅਸੀਂ ਇਹਨੂੰ ਕੰਪਲਾਈ ਕੀਤਾ। ਇਹਦੇ ਤੋਂ ਕੋਈ ਵੀ ਗ੍ਰੀਨ ਹਾਊਸ ਗੈਸ ਬਾਹਰ ਨਹੀਂ ਜਾਂਦੀ। ਇਹਦੇ ਵਿੱਚ ਕੰਪੈਟੀਬਿਲਿਟੀ ਹੈ ਵੀ ਪਰਾਲੀ ਦੇ ਨਾਲ ਨਾਲ ਅਸੀਂ ਜੋ ਗੋਬਰ ਹੈ ਜਾਂ ਜਿਵੇਂ ਪਿੰਡਾਂ ਦੇ ਵਿੱਚ ਜੋ ਲੋਕਾਂ ਨੂੰ ਅਸੀਂ ਮੋਬਿਲਾਈਜ਼ ਕਰਾਂਗੇ ਵੀ ਜੋ ਸੜਕਾਂ 'ਤੇ ਛੱਡਣ ਦੀ ਬਜਾਏ ਉਹ ਸਾਡੇ ਕੋਲ ਦੇ ਦੇਣ ਜੀ। ਔਰ ਇੱਥੋਂ ਜਿਹੜੀ ਖਾਦ ਬਣੇਗੀ ਉਹਦੇ ਨਾਲ ਜਿਹੜੀਆਂ ਫਸਲਾਂ ਪੈਦਾ ਹੋਣਗੀਆਂ ਉਹਦੀ ਕੁਆਲਿਟੀ ਵੀ ਇੰਟਰਨੈਸ਼ਨਲ ਲੈਵਲ ਦੇ ਬਰਾਬਰ ਹੋਏਗੀ। ਔਰ ਅਸੀਂ ਪਿਛਲੀ ਵਾਰੀ ਬਾਸਮਤੀ ਵਿੱਚ ਇਹ ਸਾਬਿਤ ਕਰਕੇ ਵੀ ਦਿਖਾਇਆ ਵੀ ਅਸੀਂ ਵੀ ਚਾਵਲ ਜਿਹੜਾ ਹੈ ਜਿਹੜਾ ਕਿ ਆਪਣਾ ਬਾਹਰੋਂ ਰਿਜੈਕਟ ਹੋ ਰਿਹਾ ਹੈ, ਅਸੀਂ ਅਮਰੀਕਨ ਸਟੈਂਡਰਡ ਦੇ ਮੁਤਾਬਿਕ ਚਾਵਲ ਪੈਦਾ ਕੀਤਾ ਜਾ ਸਕਦਾ। ਉਹਦਾ ਸਰ ਐਕਸਪੈਰੀਮੈਂਟ ਹੋਇਆ ਜੀ? ਬਿਲਕੁਲ ਹੋਇਆ। ਉਹਦੇ 'ਤੇ ਯੂਨੀਵਰਸਿਟੀ ਦੇ ਸਰਵੇ ਵੀ ਹੋਇਆ, ਉਹਦੀ ਰਿਪੋਰਟ ਵੀ ਆਈ ਹੈ ਜੀ। ਉਹਦੇ 'ਚ ਪ੍ਰੋਟੀਨ ਵੀ ਜ਼ਿਆਦਾ ਹੈ, ਨਿਊਟ੍ਰੀਸ਼ਨ ਵੈਲਿਊ ਵੀ ਜ਼ਿਆਦਾ ਹੈ, ਕੋਈ ਉਹਦੇ 'ਚ ਪੈਸਟੀਸਾਈਡ ਰੈਜ਼ੀਡਿਊ ਨਹੀਂ ਔਰ ਕੋਈ ਕੰਟਾਮੀਨੇਸ਼ਨ। ਵੈਰੀ ਗੁੱਡ ਜੀ। ਇਹ ਤਾਂ ਬੜੀ ਬਹੁਤ ਹੀ ਚੰਗੀ ਗੱਲ ਹੈ ਜੀ। ਇਹ ਤਾਂ ਸਾਡੇ ਇਲਾਕੇ ਵਾਸਤੇ ਵੀ ਬੜੀ ਚੰਗੀ ਗੱਲ ਹੈ ਜੀ। ਜਿੱਥੇ ਲੋਕੀ ਮੋਸਟਲੀ ਕਹਿੰਦੇ ਜੀ ਸਾਡਾ ਪਾਣੀ ਖਰਾਬ ਹੈ ਜੀ, ਉੱਥੇ ਤੁਸੀਂ ਇੱਕ ਨਵੀਂ ਚੀਜ਼ ਕੱਢ ਕੇ ਬਾਇਓ ਖਾਦ ਇਹ ਜੀ ਤਿਆਰ ਕਰ ਦਿੱਤੀ ਗਈ ਹੈ ਜੀ, ਜਿਹਦੇ ਨਾਲ ਫਸਲਾਂ ਦੇ ਵਿੱਚ ਉਹਦੇ ਪ੍ਰੋਟੀਨ ਵੱਧ ਗਿਆ ਜੀ ਜਾਂ ਮਿਨਰਲਸ ਵੱਧ ਗਏ ਨੇ ਜੀ। ਇਹ ਬਹੁਤ ਵੱਡਾ ਸਰ ਉਪਰਾਲਾ ਜੀ ਮੇਰੇ ਖਿਆਲ ਦੇ ਨਾਲ ਜੀ ਵਰਲਡ ਦੇ ਵਿੱਚ। ਤੁਸੀਂ ਉਪਰਾਲਾ ਜ਼ਰੂਰ ਕੀਤਾ ਅਸੀਂ ਔਰ ਕਾਮਯਾਬੀ ਹੋਇਆ, ਲੇਕਿਨ ਤੁਸੀਂ ਕਹਿੰਦੇ ਨਾ ਵੀ ਖੋਜ ਮੇਰੀ ਨਹੀਂ ਹੈਗੀ, ਇਹ ਬੜੇ ਵੱਡੇ ਸਾਇੰਟਿਸਟ ਨੇ ਇੰਟਰਨੈਸ਼ਨਲ ਲੈਵਲ ਦੇ ਪੈਰਿਸ ਦੇ ਵਿੱਚ ਐਗਰੀਮੈਂਟ ਕੀਤਾ ਦੁਨੀਆ ਭਰ ਦੇ ਮੁਲਕਾਂ ਨੇ ਵੀ ਅਸੀਂ ਇਹ ਚੀਜ਼ ਇੱਥੇ। ਪਰ ਸਰ ਸਾਡੇ ਵਾਸਤੇ ਤਾਂ ਬੜੀ ਖੁਸ਼ੀ ਦੀ ਗੱਲ ਹੈ ਜੀ, ਇੱਕ ਫਾਜ਼ਿਲਕਾ ਵਾਸੀ ਇੱਕ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਇਹ ਜਿਹਾ ਪ੍ਰੋਜੈਕਟ ਫਾਜ਼ਿਲਕਾ ਦੇ ਵਿੱਚ ਹੀ ਲਗਾਇਆ ਜਾਏ, ਪਹਿਲ ਕਦਮੀ ਜਿਹੜੀ ਕੀਤੀ ਜਾਵੇ। ਉਸੇ ਚੀਜ਼ ਦੇ ਮੈਨੂੰ ਸਿਰਫ ਇੰਨੀ ਖੁਸ਼ੀ ਹੈ ਵੀ ਮੇਰੇ ਇਸ ਐਕਸਪੈਰੀਮੈਂਟਸ ਨੂੰ ਜਾਂ ਜੋ ਲੋਕਾਂ ਨੇ ਟੈਸਟ ਕੀਤਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਮੇਰੀ ਖਾਦ ਨੂੰ ਜਾਂ UK ਯੂਨੀਵਰਸਿਟੀ ਦੇ ਵਿੱਚ ਇਸ ਖਾਦ ਨੂੰ ਟੈਸਟ ਕੀਤਾ ਗਿਆ ਔਰ ਉਹਦੇ ਮੁਤਾਬਿਕ ਇੱਕ ਅੱਜ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਪਾਲਿਸੀ ਇਨੀਸ਼ੀਏਟਿਵ ਵੀ ਲਿਆ ਵੀ ਆਪਾਂ ਹੁਣ ਇਸ ਚੀਜ਼ ਨੂੰ ਅੱਗੇ ਵਧਾਈਏ ਜੀ। ਇੰਡੀਅਨ ਗਵਰਨਮੈਂਟ ਨੇ ਬਹੁਤ ਵਧੀਆ ਗੱਲ ਹੈ ਸਰ। ਉਪਰਾਲਾ ਕੀਤਾ ਹੈ ਵੀ ਇਸ ਨਾਲ ਦੇ 5000 ਪਲਾਂਟ ਇੰਡੀਆ 'ਚ ਲਗਾਏ ਜਾਣ। 77,000 ਕਰੋੜ ਦਾ ਉਹਨਾਂ ਨੇ ਪਾਈਪਲਾਈਨ ਦਾ ਨੈਟਵਰਕ ਦਾ ਟੈਂਡਰ ਹੋ ਚੁੱਕਿਆ ਹੈ ਆਲਰੇਡੀ ਜੀ, ਜਿਹਦੇ ਵਿੱਚ ਗੈਸ ਦਾ ਇੱਕ ਨੈਟਵਰਕ ਬਣੇਗਾ, ਉਹਦੇ ਨਾਲ ਇਹ ਪਲਾਂਟ ਲੱਗਣਗੇ ਔਰ ਗੈਸ ਜਿਹੜੀ ਉਹ ਨੈਟ ਉਹਦੇ ਵਿੱਚ ਆਏਗੀ। ਓਕੇ। ਉਹਦੇ ਨਾਲ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੁਣ ਸ਼ੁਰੂ ਕੀਤਾ ਹੈ ਵੀ ਜਿਹੜੀਆਂ ਅੱਛੀਆਂ ਫਸਲਾਂ ਹੋਣਗੀਆਂ ਜੀ। ਅੱਜ ਇੱਕ ਜ਼ਿਮੀਂਦਾਰ ਨੂੰ ਅਸੀਂ ਕਹਿੰਦੇ ਆ ਵੀ ਤੂੰ ਆ ਕੈਮੀਕਲ ਤੇ ਜ਼ਹਿਰੀਲੀਆਂ ਨੂੰ ਛੱਡ ਕੇ ਤੇ ਤੂੰ ਅੱਛੀ ਫਸਲ ਉਗਾ, ਤਾਂ ਉਹਨੂੰ ਇੱਕ ਅਲੱਗ ਤੋਂ ਰਸਤਾ ਵੀ ਚਾਹੀਦਾ ਵੀ ਮੈਨੂੰ ਅੱਛਾ ਰੇਟ ਵੀ ਮਿਲੇ ਔਰ ਲੋਕ ਮੇਰੀ ਐਪਰੀਸ਼ੀਏਟ ਕਰਨ ਜੀ। ਤਾਂ ਉਹਦੇ ਵਾਸਤੇ ਹੁਣ ਇੱਕ ਜਿਹੜਾ ਇਸ ਮਾਹੌਲ ਦੇ ਵਿੱਚ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਵੀ ਅਸੀਂ ਇੱਕ ਤਾਂ ਫਾਰਮਰ ਨੂੰ ਫ੍ਰੀ ਕਰਦਾ ਵੀ ਮਜਬੂਰੀ ਨਹੀਂ ਉਹ ਮੰਡੀ ਵਿੱਚ ਹੀ ਜਾ ਕੇ ਜੀ। ਕਿਉਂਕਿ ਅੱਜ ਤੱਕ ਹਿੰਦੁਸਤਾਨ ਨੂੰ ਕਿਸੇ ਨੇ ਰਿਅਲਾਈਜ਼ ਨਹੀਂ ਕੀਤਾ, ਲੇਕਿਨ ਹਿੰਦੁਸਤਾਨ ਦੇ ਵਿੱਚ ਫਾਰਮਰ ਇੱਕ ਬੌਂਡਡ ਲੇਬਰ ਤਰ੍ਹਾਂ ਕੰਮ ਕਰ ਰਿਹਾ ਸੀ। ਉਹਨੂੰ ਕੋਈ AC ਦਫ਼ਤਰ 'ਚ ਬੈਠਾ ਡਿਸਾਈਡ ਕਰਦਾ ਸੀ ਤੂੰ ਆਹ ਬੀਜ ਪਾਉਣਾ, ਆਹ ਖਾਦ ਪਾਉਣੀ ਤੇ ਆਦੀ ਫਸਲ ਲਿਆ ਕੇ ਮੰਡੀ 'ਚ ਇੱਥੇ ਛੱਡ ਦੇ, ਤੇਰਾ ਕੋਈ ਰਾਈਟ ਨਹੀਂ ਹੈਗਾ। ਲੇਕਿਨ ਅੱਜ ਫਾਰਮਰ ਨੂੰ ਉਹਨਾਂ ਨੇ ਛੋੜ ਦਿੱਤੀ ਵੀ ਤੂੰ ਮਾਲਕ, ਪਹਿਲੇ ਮਾਲਕ ਨਹੀਂ ਸੀ ਫਾਰਮਰ। MSP ਫਾਰਮੂਲਾ ਉਹ ਵੀ ਰਹੇਗਾ ਸਰ। ਕਮਿਸ਼ਨ ਏਜੰਟ ਮਾਲਕ, ਕਮਿਸ਼ਨ ਏਜੰਟ ਉਹ ਜੋ ਕਰਦੇ ਹੋਏ ਠੀਕ ਹੈ, ਫਾਰਮਰ ਕੋਲ ਰਾਈਟ ਨਹੀਂ ਸੀ ਵੀ ਮੰਡੀ ਤੋਂ ਬਾਹਰ ਜਾ ਕੇ ਆਦੀ ਚੀਜ਼ ਵੇਚ। ਸਰ ਜਿਹੜੀ ਨਵੀਂ ਵਿਵਸਥਾ ਕੀਤੀ ਜਾ ਰਹੀ ਹੈ ਉਹਦੇ ਚ MSP ਵਾਲਾ ਫਾਰਮੂਲਾ ਉਹੀ ਰਹੇਗਾ। ਦੇਖੋ MSP ਆਉਣ ਵਾਲੇ ਟਾਈਮ 'ਚ ਇਹਨੂੰ ਹੌਲੀ ਹੌਲੀ ਡਿਸਮੈਂਟਲ ਕੀਤਾ ਜਾਏਗਾ। ਅੱਜ ਕਿਉਂਕਿ ਫਾਰਮਰ ਕੋਲ ਹੋਰ ਕੋਈ ਰਸਤਾ ਨਹੀਂ ਹੈਗਾ,
ਜਦੋਂ ਤੱਕ ਇਹਦੀ ਵਿਵਸਥਾ ਨਹੀਂ ਹੁੰਦੀ ਤਾਂ ਇਹ MSP ਨੂੰ ਰੱਖਣਾ ਪਏਗਾ। ਲੇਕਿਨ ਜਦੋਂ ਆਪਣੀ ਇੱਕ ਨਾਰਾ ਦਿੱਤਾ ਹੈ ਵੋਕਲ ਫॉर ਲੋਕਲ, ਜੀ ਆਪਾਂ ਆਦੀ ਪ੍ਰੋਡਿਊਸ ਨੂੰ ਦੀ ਤਾਰੀਫ ਨਹੀਂ ਕਰਾਂਗੇ ਜੀ ਆਪ ਉਹਨੂੰ। ਅੱਜ ਹਾਲਾਤ ਐਸੇ ਨੇ ਵੀ ਪੰਜਾਬ ਦੀ ਕਣਕ ਪੰਜਾਬ ਦੇ ਲੋਕ ਖਾਣ ਨੂੰ ਤਿਆਰ ਨਹੀਂ। ਨਹੀਂ ਖਾਣ ਨੂੰ ਤਿਆਰ ਸੀ, ਬਿਲਕੁਲ ਸਹੀ ਗੱਲ ਹੈ। ਉਹ ਕੋਈ MP ਤੋਂ ਮੰਗਾਦਾ ਹੈ, ਕੋਈ ਕਿਧਰੋਂ ਮੋਸਟਲੀ ਮੰਗਾਦਾ, ਰਾਜਸਥਾਨ ਤੇ MP ਤੋਂ ਹੀ ਆ ਰਹੀ ਹੈ। ਰਾਜਸਥਾਨ ਤੋਂ ਆ ਰਹੀ ਹੈ, ਲੇਕਿਨ ਪਤਾ ਉਹ ਵੀ ਨਹੀਂ ਵੀ ਉੱਥੇ ਪਿੱਛੇ ਕਿਹੜੀ ਫਸਲ ਹੈ। ਬਸ ਇੱਕ ਬ੍ਰਾਂਡ ਬਣ ਗਿਆ ਜੀ ਵੀ ਉਹ ਬ੍ਰਾਂਡ ਬਣ ਗਿਆ, ਲੇਕਿਨ ਨਹੀਂ ਉਹ ਬ੍ਰਾਂਡ ਨਹੀਂ ਬਣਿਆ। ਜੀ ਤੁਸੀਂ ਆਦੀ ਕਣਕ ਨੂੰ ਵੇਖ ਰਹੇ ਹੋ, ਇਹਦੇ ਜ਼ਹਿਰ ਹੀ ਜ਼ਹਿਰ ਹੈ। ਜੀ 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 ਮਤਲਬ ਹੁਣ ਮਜਬੂਰੀਆਂ ਖਤਮ ਹੋ ਗਈਆਂ ਨੇ। ਨਹੀਂ ਮਜਬੂਰੀਆਂ ਤੋਂ ਇਲਾਵਾ ਦੇਖੋ, ਤੁਸੀਂ ਆਦੇ ਆਪ ਨੂੰ ਇੰਨਾ ਬਦਨਾਮ ਕਰ ਲਿਆ ਆਦੀ ਕਣਕ ਨੂੰ, ਪੰਜਾਬ ਦੀ ਕਣਕ ਨੂੰ, ਕਿ ਤੁਸੀਂ ਆਪ ਖਾਣ ਨੂੰ ਤਿਆਰ ਹੋ। ਆਪਾਂ ਨੂੰ ਆਦੀ ਕੁਆਲਿਟੀ ਸੁਧਾਰਨ ਦੇ ਨਾਲ ਨਾਲ ਉਹ ਤਾਂ ਹੀ ਸੁਧਰੇਗੀ ਜਦੋਂ ਆਪਣੀ ਅੱਛੀ ਚੀਜ਼ ਨੂੰ ਦੀ ਐਪਰੀਸੀਏਸ਼ਨ ਕਰਾਂਗੇ। ਆਪਾਂ ਇਹ ਨਹੀਂ ਵੀ ਆ ਫੋਰਨ ਕੰਪਨੀ ਦਾ ਬ੍ਰਾਂਡ ਹੈ ਇਸ ਕਰਕੇ ਮੈਂ ਉਹ ਲੈਣਾ। ਜੀ ਬਰਾਬਰ ਤੇ ਅਗਰ ਕੋਈ ਬੰਦਾ ਐਫਰਟ ਕਰਦਾ ਹੈ, ਕੋਈ ਅੱਛੀ ਕੁਆਲਿਟੀ ਬਣਾਉਂਦਾ ਹੈ, ਤਾਂ ਉਹਦੀ ਵੀ ਐਪਰੀਸੀਏਸ਼ਨ ਹੋਣੀ ਚਾਹੀਦੀ ਹੈ, ਉਹਨੂੰ ਵੀ ਇੱਕ ਪਲੇਟਫਾਰਮ ਮਿਲਣਾ ਚਾਹੀਦਾ। ਜੀ ਜੀ ਉਹਦੇ ਵਾਸਤੇ ਹੁਣ ਇੱਕ ਸਰਕਾਰ ਉਪਰਾਲਾ ਕਰ ਰਹੀ ਹੈ, ਨੈਫਡ ਨੂੰ ਨੋਡਲ ਏਜੰਸੀ ਬਣਾਇਆ ਹੈ। ਓਕੇ ਬਹੁਤ ਜਲਦੀ ਹੀ ਇੱਕ ਪਲੇਟਫਾਰਮ ਕ੍ਰੀਏਟ ਹੋਏਗਾ ਜਿੱਥੇ ਕਿ ਲੋਕਲ ਕੁਆਲਿਟੀ ਪ੍ਰੋਡਿਊਸ ਸਰਟੀਫਾਈਡ ਇੰਟਰਨੈਸ਼ਨਲ ਏਜੰਸੀ ਤੋਂ ਸਰਟੀਫਿਕੇਸ਼ਨ ਵੀ ਜ਼ਿਮੀਦਾਰ ਤੋਂ ਲੈ ਕੇ ਪੂਰੀ ਚੇਨ ਨੂੰ ਸਰਟੀਫਾਈ ਕਰਨਗੇ ਵੀ ਆਹ ਕੁਆਲਿਟੀ ਦੀ ਸਟੈਂਪਿੰਗ ਹੋਏਗੀ, ਉਹ ਬਾਜ਼ਾਰ 'ਚ ਉਤਾਰੀ ਜਾਏਗੀ। ਅਗਰ ਉਹਨੂੰ ਲੋਕਲ ਲੋਕ ਉਹਨੂੰ ਪਸੰਦ ਪ੍ਰੈਫਰ ਕਰਨਗੇ ਤਾਂ ਆਉਣ ਵਾਲੇ ਟਾਈਮ 'ਚ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਕਸ਼ਾ ਬਦਲ ਗਿਆ। ਆਟੋਮੈਟਿਕ ਹੀ ਸਰ ਚੇਂਜ ਹੋਏਗਾ ਜੀ। ਮੈਂ ਸਰ ਇੱਕ ਇੱਥੇ ਹੋਰ ਇੱਕ ਸਵਾਲ ਤੁਹਾਡੇ ਨਾਲ ਐਡ ਕਰਨਾ ਚਾਹੁੰਦਾ ਜੀ। ਸੰਪੂਰਨ ਐਗਰੀ ਵੈਂਚਰ, ਸੰਪੂਰਨ ਐਨਕਲੇਵ, ਐਕਚੁਅਲੀ ਮੈਂ ਵੀ ਤੁਹਾਨੂੰ ਵਰਡ ਸੰਪੂਰਨ ਦਿੱਤਾ ਜੀ। ਸੰਪੂਰਨ ਦਾ ਕੁਝ ਸਪੈਸ਼ਲ ਸੰਪੂਰਨ ਬੇਸਿਕਲੀ ਇੱਕ ਸੰਸਕ੍ਰਿਤ ਦਾ ਵਰਡ ਹੈ ਜਿਹੜਾ ਕਿ ਆਪਾਂ ਜਿਹਨੂੰ ਆਪਾਂ ਕਹਿੰਦੇ ਵੀ ਸਾਰਾ ਜੀ। ਕੁਝ ਉਹਦੇ 'ਚ ਹੋ ਰਿਹਾ। ਜੀ 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 ਔਰ ਇਹ ਉੱਥੋਂ ਇੰਸਪੀਰੇਸ਼ਨ ਲੈ ਕੇ ਅਸੀਂ ਇਹ ਆਪਣੀ ਕੰਪਨੀ ਦਾ ਨਾਮ ਸੰਪੂਰਨ ਰੱਖਿਆ ਹੈ। ਔਰ ਜਿਵੇਂ ਕਿ ਕਾਲੋਨੀ ਦੀ ਗੱਲ ਕਰੀਏ ਤਾਂ ਅਸੀਂ ਉਹਦੇ 'ਚ ਹਰ ਤਰ੍ਹਾਂ ਦੀ ਫੈਸਿਲਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਅੱਛਾ ਉਹਦੇ 'ਚ ਤਾਂ ਰਹਿਣ ਵਾਲੇ ਲੋਕਾਂ ਨੂੰ ਉਹੀ ਸਾਰਾ ਕੁਝ ਮਿਲੇ ਜੋ ਉਹਨੂੰ ਬਾਹਰ ਦੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਅੱਛੀ ਕਾਲੋਨੀ ਦੇ ਵਿੱਚ ਹੁੰਦਾ ਹੈ। ਅੱਛਾ ਤਾਂ ਆਪਾਂ ਵਰਡ ਸੰਪੂਰਨ ਯੂਜ਼ ਕਰਦੇ ਇਹਦੇ ਵਿੱਚ ਅਸੀਂ ਸਿਰਫ ਲੋਕਾਂ ਨੂੰ ਪਲਾਟ ਨਹੀਂ ਦਿੱਤੇ, ਆਪਸ ਵਿੱਚ ਇੱਕ ਮਾਹੌਲ ਦੇ ਵਿੱਚ ਆਪਸ ਵਿੱਚ ਇੱਕ ਸੁਸਾਇਟੀ ਬਣਾਈ ਹੈ ਜਿਹਦੇ 'ਚ ਕੰਟਰੀਬਿਊਸ਼ਨ ਕਰਦੇ ਨੇ। ਈਵਨ ਜਿਵੇਂ ਕੋਵਿਡ ਦੇ ਮਾਹੌਲ ਦੇ ਵਿੱਚ ਵੀ ਕਾਲੋਨੀ ਦੇ ਲੋਕਾਂ ਨੂੰ ਇਨਕਰੇਜ ਕੀਤਾ, ਅਸੀਂ ਆਦੇ ਨਾਲ ਕੁਝ ਕੰਟਰੀਬਿਊਸ਼ਨ ਕੀਤਾ, ਕੁਝ ਲੋਕਾਂ ਨੇ ਕੰਟਰੀਬਿਊਟ ਕਰਕੇ ਅਸੀਂ ਪੈਕੇਟਸ ਗਰੀਬ ਘਰਾਂ 'ਚ ਵੇਚੇ ਆਏ ਖਾਣ ਪੀਣ ਦਾ ਸਮਾਨ। ਇੱਕ ਤਰ੍ਹਾਂ ਦਾ ਨਾ ਇੱਕ ਮਾਹੌਲ ਕ੍ਰੀਏਟ ਕੀਤਾ ਹੈ ਇੱਕ ਅੱਛੀ ਸੁਸਾਇਟੀ ਦੇ ਵਿੱਚ ਰਹਿਣ ਦਾ। ਉਸੇ ਤਰ੍ਹਾਂ ਜਿਹੜੀ ਇਹ ਸੰਪੂਰਨ ਐਗਰੀ ਵੈਂਚਰ ਦਾ ਵੀ ਪਰਪਸ ਇਹੀ ਹੈ ਵੀ ਇੱਕ ਐਗਰੀਕਲਚਰ ਨੂੰ ਕੰਪਲੀਟ ਸਾਈਕਲ ਦੇ ਵਿੱਚ ਜੋੜਨਾ, ਵੇਸਟ ਨੂੰ ਵਾਪਸ ਖੇਤ ਵਿੱਚ ਲਿਜਾ ਕੇ ਔਰ ਅੱਛੀ ਕੁਆਲਿਟੀ ਦੇ ਵਿੱਚ ਦੇਣਾ। ਔਰ ਪੂਰਾ ਔਰ ਇਹ ਜੋ ਅੱਜ ਸਰਕਾਰ ਨੇ ਇਨੀਸ਼ੀਏਟਿਵ ਲਿਆ ਵੋਕਲ ਫॉर ਲੋਕਲ, ਔਰ ਜਿਹੜਾ ਕਿ ਫਾਰਮਰ ਨੂੰ ਫ੍ਰੀ ਕਰਤਾ, ਮੇਰੇ ਮੁਤਾਬਿਕ ਸਹੀ ਮੈਨੇ ਆਜ਼ਾਦੀ ਅੱਜ ਮਿਲੀ ਹੈ ਜੀ। ਅੱਜ ਤੱਕ ਆਪਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਔਰ ਉਹ ਆਪਣੇ ਇਸ ਰੂਲਸ ਨੂੰ ਪੁਰਾਣੇ ਜੋ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਸੀ ਉਹਦੇ ਵਿੱਚ ਜਕੜਿਆ ਹੋਇਆ ਸੀ। ਅੱਜ ਵੀ ਉਹ ਐਕਸਪਲੋਇਟ ਹੋ ਰਿਹਾ ਸੀ। ਅੱਜ ਉਹਨੂੰ ਮਾਲਕ ਬਣਾਤਾ ਵੀ ਤੂੰ ਆਦੀ ਫਸਲ ਦਾ ਆਪ ਪਾਲੇ। ਪਹਿਲੇ ਅੱਜ ਤੱਕ ਉਹ ਕੋਈ ਤੁਹਾਡਾ ਕਹਿਣ ਦਾ ਮਤਲਬ ਹੈ ਜੀ ਜ਼ਮੀਂਦਾਰ ਅੱਜ ਆਜ਼ਾਦ ਹੋਇਆ, ਅੱਜ ਆਜ਼ਾਦ ਇਟ ਹੋਇਆ। ਮੀਨਸ ਉਹ ਨਵੀਂ ਸੋਚ ਨਾਲ ਨਵੇਂ ਤਰੀਕੇ ਨਾਲ ਕੰਮ ਕਰੇਗਾ, ਅੱਛੀ ਫਸਲ ਪੈਦਾ ਕਰੇਗਾ, ਅੱਛੇ ਕੰਪਨੀ ਦੇ ਨਾਲ ਅੱਛੇ ਲੋਕਾਂ ਦੇ ਨਾਲ ਜੁੜੇਗਾ। ਔਰ ਉਹਨੂੰ ਸਪੋਰਟ ਕਰਨ ਵਾਸਤੇ ਸਰਕਾਰ ਬਹੁਤ ਵੱਡਾ ਪਲੇਟਫਾਰਮ ਉਪਰਾਲਾ ਕਰ ਰਹੀ ਹੈ ਵੀ ਲੋਕਲ ਇੰਡਸਟਰੀ ਨੂੰ, ਲੋਕਲ ਬ੍ਰਾਂਡਸ ਨੂੰ ਇੱਕ ਰੈਕਗਨੀਸ਼ਨ ਦਵਾਏਗੀ, ਸਰਟੀਫਿਕੇਸ਼ਨ ਹੋਏਗਾ। ਉਹਦੇ ਨਾਲ ਮੈਂ ਸਮਝਦਾ ਵੀ ਛੋਟੇ ਸ਼ਹਿਰਾਂ ਦੇ ਵਿੱਚ ਅੱਜ ਬਹੁਤ ਵੱਡੀ ਤਰੱਕੀ ਹੋਏਗੀ, ਛੋਟੇ ਛੋਟੇ ਉਦਯੋਗ ਉਤਪੰਨ ਹੋਣਗੇ ਔਰ ਇੱਕ ਬਹੁਤ ਵੱਡੀ ਮੁਹਿੰਮ ਖੜੀ ਹੋਏਗੀ ਜਿਹਦੇ ਨਾਲ ਕਿ ਔਰ ਅੱਜ ਜੋ ਆਪਾਂ ਦੇਖ ਰਹੇ ਹਾਂ ਮਾਈਗ੍ਰੈਂਟ ਲੇਬਰਸ ਦਾ ਹੋਰ ਦਾ, ਲੋਕਾਂ ਨੂੰ ਬਾਹਰ ਜਾ ਕੇ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਰਹੇਗੀ ਜੀ। ਲੋਕਲ ਏਰੀਆ ਦੇ ਵਿੱਚ ਹੀ ਇੰਨਾ ਕਾਰੋਬਾਰ ਖੜਾ ਹੋ ਸਕਦਾ ਜਿਹੜਾ ਕਿ ਅੱਜ ਤੱਕ ਦਬਾਇਆ ਹੋਇਆ ਸੀ।
ਆਪਣੀ ਫਸਲ ਤਾਂ ਸੜਕਾਂ ਤੇ ਰੁਲਦੀ ਸੀ, ਜਾਂ ਕਿਸਾਨ ਵਿਚਾਰਾ ਧੁੱਪੇ ਮੰਡੀ 'ਚ ਬੈਠਾ ਸੀ, ਉਹਦੀ ਮੱਕੀ ਵਿਕਦੀ ਨਹੀਂ ਸੀ ਤੇ ਰਿਟੇਲ ਸਟੋਰ ਦੇ ਵਿੱਚ ਕਲੌਗਸ ਭਰਿਆ ਪਿਆ, ਬਾਹਰੋਂ ਚੀਜ਼ਾਂ ਆ ਰਹੀਆਂ ਨੇ, ਲੋਕ ਉਹਨੂੰ ਖਰੀਦਣਾ ਪ੍ਰੈਫਰ ਕਰਦੇ ਨੇ। ਤੁਹਾਡੀ ਲੋਕਲ ਇੰਡਸਟਰੀ ਦੀ ਚੀਜ਼ ਲੈਣ ਨੂੰ ਤਿਆਰ ਨਹੀਂ, ਕਿਉਂਕਿ ਤੁਸੀਂ ਆਦੀ ਫਸਲ ਨੂੰ ਆਪ ਹੀ ਬਦਨਾਮ ਕੀਤਾ ਵੀ ਅੱਛਾ ਇਹਦੇ 'ਚ ਪੰਜਾਬ ਦੀ ਕਣਕ ਇਹ ਨਹੀਂ ਮੈਂ ਲੈਣੀ, ਜੇ ਇਹਦੇ 'ਚ ਯੂਪੀ ਦੀ ਮੱਕੀ ਇਹ ਮੈਂ ਨਹੀਂ ਲੈਣੀ, ਇਹਦੇ ਤਾਂ ਜ਼ਹਿਰ ਹੈ। ਤੁਸੀਂ ਆਦੀ ਫਸਲ ਨੂੰ ਆਪ ਹੀ ਬਦਨਾਮ ਕੀਤਾ ਤੇ ਤੁਹਾਨੂੰ ਬਾਹਰੋਂ ਚੀਜ਼ਾਂ ਆ ਕੇ ਉਹ ਡੋਮੀਨੇਟ ਹੋ ਰਹੀਆਂ ਸੀ। ਇਹਦੇ ਨਾਲ ਇੱਕ ਨਵਾਂ ਮਾਹੌਲ ਕ੍ਰੀਏਟ ਹੋਏਗਾ, ਨਵਾਂ ਜੋ ਹੈ। ਮੈਨੂੰ ਤਾਂ ਸਿਰਫ ਇੰਨਾ ਹੈ ਵੀ ਇਹ ਖੁਸ਼ੀ ਇਸ ਗੱਲ ਦੀ ਹੈ ਵੀ ਉੱਥੇ ਜੋ ਮੀਟਿੰਗਸ ਹੁੰਦੀਆਂ ਰਹੀਆਂ ਜਾਂ ਜੋ ਟਾਸਕ ਫੋਰਸ ਬਣਿਆ, ਮੈਨੂੰ ਉੱਥੇ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ, ਕਿਉਂਕਿ ਮੇਰੇ ਇਸ ਇੰਡਸਟਰੀ ਨਾਲ IIT ਜੁੜੀ ਹੋਈ ਸੀ ਜਾਂ ਬਹੁਤ ਵੱਡੀਆਂ ਰਿਸਰਚ ਇੰਸਟੀਟਿਊਸ਼ਨ ਮੇਰੇ ਪ੍ਰੋਜੈਕਟ 'ਤੇ ਕੰਮ ਕਰ ਰਹੀਆਂ ਸੀ, ਤਾਂ ਮੇਰਾ ਵਿਚਾਰ ਰੱਖਣ ਦਾ ਮੌਕਾ ਮਿਲਿਆ। ਲੇਕਿਨ ਮੇਰੇ ਮੁਤਾਬਿਕ ਜੋ ਅੱਜ ਹੁਣ ਸਰਕਾਰ ਨੇ ਫੈਸਲਾ ਕੀਤਾ, ਇਹਦੇ ਨਾਲ ਬਹੁਤ ਵੱਡਾ ਬਦਲਾਅ ਆਏਗਾ। ਜੀ ਸਰ, ਡਾਇਰੈਕਟ ਮਾਰਕੀਟਿੰਗ ਨਾਲ ਜਿਹੜੇ ਪ੍ਰਯਾਸ ਕੀਤੇ ਜਾ ਰਹੇ ਨੇ ਉਹ ਫਿਊਚਰ 'ਚ ਜਾ ਕੇ ਕਿੰਨੇ ਕੁ ਕਾਮਯਾਬ ਹੋਣਗੇ, ਇਹ ਤੁਸੀਂ ਉਸ ਕਮੇਟੀ ਦਾ ਹਿੱਸਾ ਹੋ, ਸਾਡੇ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ। ਉਮੀਦ ਕਰਦੇ ਹਾਂ ਜੋ ਤੁਹਾਡੀ ਸੋਚ ਹੈ ਉਹਦੇ ਮੁਤਾਬਿਕ ਹੋਏਗਾ। ਡਾਇਰੈਕਟ ਮਾਰਕੀਟ ਦੇ ਵਿੱਚ ਪਹਿਲੇ ਲੋਕਾਂ ਦੀ ਸੋਚ ਸੀ ਵੀ ਕਿਸਾਨ ਨੂੰ ਜਾਣਾ ਪਏਗਾ ਜਾਂ ਕਿਸਾਨ ਦੂਸਰੀਆਂ ਮੰਡੀਆਂ ਜਾਂ ਦੂਰ ਦੀ ਮੰਡੀਆਂ ਵਿੱਚ ਜਾਏਗਾ, ਇਹ ਨਹੀਂ ਹੈ। ਮਤਲਬ ਕੰਪਨੀਆਂ ਬਣਾਉਣਗੀਆਂ, ਲੋਕ ਆਣ ਜਿਹਨੇ ਕਾਰੋਬਾਰ ਕਰਨਾ ਹੈ, ਇੱਕ ਇੰਡਸਟਰੀ ਲਗਾਏਗਾ, ਮੈਂ ਕਣਕ ਚੰਗੀ ਕੁਆਲਿਟੀ ਦੀ ਕਣਕ ਲੈਣੀ ਹੈ, ਤਾਂ ਉਹ ਲੋਕ ਆਉਣਗੇ, ਤੁਹਾਨੂੰ ਅੱਛਾ ਰੇਟ ਦੇਣਗੇ, ਤੁਹਾਡੇ ਨਾਲ ਤੁਹਾਡੀ ਖੇਤੀਬਾੜੀ ਦੇ ਵਿੱਚ ਤੁਹਾਡੀ ਹੈਲਪ ਕਰਨਗੇ ਵੀ ਇਹਨੂੰ ਚੰਗੀ ਕੁਆਲਿਟੀ ਕਿਵੇਂ ਬਣਾਉਣੀ ਜੀ। ਉਹ ਕਿਸਾਨ ਵਾਸਤੇ ਇੱਕ ਬਹੁਤ ਵੱਡਾ ਅੱਛਾ ਪਲੇਟਫਾਰਮ ਹੋਏਗਾ। ਯੰਗ ਜਨਰੇਸ਼ਨ ਦੇ ਜਿਹੜੇ ਅੱਜ ਫਾਰਮਰਸ ਨੇ, ਉਹ ਜਿਸ ਤਰ੍ਹਾਂ ਮੈਂ ਕਈ ਵਾਰੀ ਐਗਜ਼ਾਮਪਲ ਦਿੱਤਾ ਵੀ ਪੁਰਾਣੇ ਜ਼ਮਾਨੇ 'ਚ ਆਪਾਂ ਆਲੀ ਬਣਾਉਂਦੇ ਸੀ ਤਾਂ ਪਸ਼ੂਆਂ ਦੇ ਨਾਲ ਰਹਿਣਾ, ਪਸ਼ੂਆਂ ਦੇ ਗੋਬਰ ਨੂੰ ਸੰਭਾਲ ਕੇ ਪਿੱਟ ਵਿੱਚ ਰੱਖਣਾ ਇੱਕ ਵੇ ਆਫ ਲਾਈਫ ਸੀ ਜੀ। ਲੇਕਿਨ ਅੱਜ ਦਾ ਜੋ ਪੜ੍ਹਿਆ ਲਿਖਿਆ ਨੌਜਵਾਨ ਹੈ, ਕਿਸਾਨ ਹੈ, ਖੇਤਾਂ ਦੇ ਪਿੰਡਾਂ 'ਚ ਰਹਿ ਰਿਹਾ, ਉਹ ਸਿਰ 'ਤੇ ਗੋਬਰ ਦੀ ਟੋਕਰੀ ਚੱਕਣ ਨੂੰ ਤਿਆਰ ਨਹੀਂ, ਉਹ ਬਾਹਰ ਜਾਣ ਨੂੰ ਤਿਆਰ ਹੈ ਜੀ। ਉਹ ਸਾਰਾ ਕੁਝ ਛੱਡ ਕੇ ਬਾਹਰ ਚਲਾ ਜਾਏਗਾ, ਲੇਕਿਨ ਉਹਨੂੰ ਅੱਛੀ ਫੈਸਿਲਿਟੀ ਇੱਥੇ ਨਹੀਂ ਮਿਲ ਰਹੀ ਪਿੰਡਾਂ 'ਚ। ਲੇਕਿਨ ਅਗਰ ਸਾਡੇ ਤਰ੍ਹਾਂ ਦੇ ਉਦਯੋਗ ਲੱਗਣਗੇ, ਉਹਨਾਂ ਦੇ ਬੰਨੀ ਖਾਦ ਹੀ ਹੈ, ਲੇਕਿਨ ਇੱਕ ਅੱਛੇ ਇੰਡਸਟਰੀਅਲ ਇਨਵਾਇਰਨਮੈਂਟ ਵਿੱਚ ਮਿਲੇਗਾ, ਉਹ ਇੰਡਸਟਰੀ ਵਿੱਚ ਕੰਮ ਕਰਨਾ ਪਸੰਦ ਕਰੇਗਾ ਬਜਾਏ ਇਸ ਚੀਜ਼ ਦੇ ਵੀ ਘਰੇ ਸਿਰ ਤੇ ਟੋਕਰੀ ਚੱਕੇ। ਮਤਲਬ ਕਿ ਜੇ ਡਾਇਰੈਕਟ ਮਾਰਕੀਟਿੰਗ ਹੈ ਸਰ, ਉਹ ਇੱਕ ਅੱਛਾ ਆਧਾਰ ਬਣ ਸਕਦੀ ਹੈ ਯੂਥ ਨੂੰ ਵੀ ਰੋਜ਼ਗਾਰ ਦੇਣ ਦਾ, ਤੇ ਜੋ ਸਾਡਾ ਵੇਸਟ ਹੈ ਉਹਦੇ ਤੋਂ ਵੀ ਅੱਛੇ ਪ੍ਰੋਡਕਟ ਬਣਾਉਣ ਦਾ। ਬਹੁਤ ਸਾਰੇ ਇਹਦੇ ਨਾਲ ਕਾਰੋਬਾਰ ਜੁੜਨਗੇ। ਸਰ ਇੱਕ ਗੱਲ ਹੋਰ ਗਲਤ ਇੰਪ੍ਰੈਸ਼ਨ ਕ੍ਰੀਏਟ ਕੀਤਾ ਜਾਂਦਾ ਹੈ ਵੀ ਜ਼ਿਮੀਂਦਾਰ ਕਿੱਥੇ ਵੇਚੇਗਾ ਜਾ ਕੇ, ਜ਼ਿਮੀਂਦਾਰ ਨੂੰ ਜਾਣ ਦੀ ਲੋੜ ਹੀ ਨਹੀਂ ਪੈਣੀ। ਸਰ ਜਿਵੇਂ ਤੁਸੀਂ ਸੰਪੂਰਨ ਦੀ ਵਿਆਖਿਆ ਬਹੁਤ ਅੱਛੀ ਕੀਤੀ, ਉਹਦਾ ਜਿਹੜੀ ਭਾਵਨਾ ਹੈ ਉਹ ਵੀ ਸਾਡੇ ਦਰਸ਼ਕ ਅੱਛੀ ਤਰ੍ਹਾਂ ਸਮਝ ਚੁੱਕੇ ਹੋਣਗੇ ਕਿ ਉਹ ਅੱਛੀ ਭਾਵਨਾ ਹੈ ਸੰਪੂਰਨ ਨੂੰ ਨਾਲ ਲੈ ਕੇ ਚੱਲਣਾ। ਤੇ ਹੁਣ ਜਿਹੜੀ ਤੁਸੀਂ ਇੱਕ ਨਵੀਂ ਗੱਲ ਕੀਤੀ ਵੀ ਜਿਹੜਾ ਯੂਥ ਬਾਹਰ ਜਾਣ ਵਾਸਤੇ ਭੱਜਦਾ ਸੀਗਾ, ਆਦੇ ਲੋਕਲ ਜੋ ਉਹਦਾ ਪ੍ਰੋਡਕਟ ਬਣ ਸਕਦਾ ਸੀ, ਤਿਆਰ ਹੋ ਸਕਦਾ ਸੀ, ਉਹਦੇ ਆਦੇ ਇਨਪੁਟਸ ਤੋਂ ਜੋ ਆਊਟਪੁੱਟ ਅੱਛੀ ਨਿਕਲ ਸਕਦੀ ਸੀਗੀ, ਉਹਨੂੰ ਨਹੀਂ ਸਮਝ ਪਾ ਰਿਹਾ ਸੀ। ਲੇਕਿਨ ਹੁਣ ਕੁਦਰਤੀ ਤੌਰ ਤੇ ਵੀ ਇੱਕ ਮਾਹੌਲ ਹੈ ਜਿਹਾ ਬਣ ਗਿਆ ਵੀ ਹੁਣ ਵਿਦੇਸ਼ਾਂ ਜਾਣ ਦਾ ਤਾਂ ਇੱਕ ਖਾਨਾ ਹੀ ਖਤਮ ਹੋ ਗਿਆ, ਪੰਜਾਬੀ ਗੱਲ ਕਰੀਏ ਤਾਂ ਆਪਾਂ ਉਹ ਵੀ ਚੀਜ਼ ਮਿਲਾ ਲਈਏ। ਤੇ ਲੇਕਿਨ ਜਿਹੜਾ ਅੱਜ ਕੱਲ੍ਹ ਮਾਹੌਲ COVID-19 ਦੇ ਕਾਰਨ ਇੱਕ ਪੈਨਿਕ ਵਾਲਾ ਮਾਹੌਲ ਬਣਿਆ। ਚਲੋ ਕੁਝ ਚੀਜ਼ਾਂ ਅੱਛੀਆਂ ਹੋਈਆਂ ਨੇ, ਲੇਕਿਨ ਇੱਕ ਪੈਨਿਕ ਮਾਹੌਲ ਬਣਿਆ ਸਰ, ਉਹਦੇ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਤੇ ਉਹਦਾ ਬਚਾਅ ਦਾ ਹੱਲ ਕੀ ਮੰਨਦੇ ਹੋ ਸਰ? ਦੇਖੋ, ਇਹਦਾ ਇੱਕ ਕੁਦਰਤੀ ਆਫਤਾ ਹੈ। ਇਹਦੇ ਵਾਸਤੇ ਜੋ ਅੱਜ ਦੇ ਮਾਹੌਲ ਦੇ ਮੁਤਾਬਿਕ ਆਪਾਂ ਜਿੰਨੀ ਜ਼ਿਆਦਾ ਆਪਦੇ ਆਪ ਨੂੰ ਬਚਾਅ ਰੱਖਾਂਗੇ ਉਨਾ ਹੀ ਬਚਾ ਪਾਵਾਂਗੇ। ਜਦੋਂ ਤੱਕ ਇਹਦੀ ਕੋਈ ਇਲਾਜ ਜਾਂ ਇਹਦੀ ਕੋਈ ਵੈਕਸੀਨ ਨਹੀਂ ਆਉਂਦੀ, ਹਾਂਜੀ ਅਜੇ ਤੱਕ ਤੁਸੀਂ ਇਹਨੂੰ ਆਪਦੇ ਆਪ ਨੂੰ ਇਹ ਨਾ ਦਿਖਾਓ ਵੀ ਮੈਂ ਬਹੁਤ ਬਹਾਦਰ ਹਾਂ ਤੇ ਮੈਂ ਬਾਹਰ ਜਾ ਕੇ ਤੇ ਕੁਝ ਵੀ ਕਰ ਸਕਣਾ। ਜਿੰਨਾ ਜ਼ਿਆਦਾ ਬਚਾਅ ਆਪਣੇ ਆਪ ਨੂੰ ਕਰਾਂਗੇ ਉਨਾ ਹੀ ਫਾਇਦਾ ਹੋਏਗਾ। ਇਹ ਬਹੁਤ ਜ਼ਰੂਰੀ ਹੈ ਵੀ ਅਸੀਂ ਆਪਦੇ ਆਪ ਨੂੰ ਬਚਾ ਕੇ ਰੱਖੀਏ, ਆਪਦੇ ਆਪ ਨੂੰ ਅੱਛੇ ਤਰੀਕੇ ਨਾਲ ਇਸ ਮੁਸੀਬਤ ਦਾ ਮੁਕਾਬਲਾ ਕਰੀਏ। ਤੇ ਅੱਜ ਬਹਾਦਰੀ ਦਿਖਾਉਣ ਦਾ ਮੌਕਾ ਨਹੀਂ ਹੈਗਾ, ਆਪਦੇ ਆਪ ਨੂੰ ਬਚਾਉਣ ਦਾ ਮੌਕਾ ਹੈ। ਬਹੁਤ ਇਸ ਨੂੰ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਸਰਕਾਰ ਕੁਝ ਨਹੀਂ ਕਰ ਰਹੀ। ਆਪਣੇ ਆਪ ਹੁਣ ਪੈਰਾਂ ਤੇ ਖੜੇ ਹੋਣ ਦਾ
ਟਾਈਮ ਹੈ, ਇਹ ਅੱਜ ਸੋਚ ਬਦਲਣੀ ਪਏਗੀ ਕਿ ਆਪਾਂ ਹਰ ਚੀਜ਼ ਦੇ ਵਿੱਚ ਸਰਕਾਰ ਦੇ ਬਲੇਮ ਕਰ ਦਿੰਦੇ ਜਾਂ ਸਰਕਾਰ ਆ ਨਹੀਂ ਕਰ। ਜੀ ਬਿਲਕੁਲ। ਜਾਂ ਜਿਸ ਤਰ੍ਹਾਂ ਮੇਰਾ ਵੀ ਅਗਰ ਦੇਖੋ ਵੀ ਅੱਜ ਸਿਨੇਮਾ ਬੰਦ ਹੋਇਆ ਤਾਂ ਮੈਂ ਬੈਠਾ ਸਰਕਾਰ ਨੂੰ ਹੀ ਦੋਸ਼ ਦਿੱਤੀ ਜਾਵਾਂ। ਮੈਂ ਸਰ ਉਸੇ ਗੱਲ ਤੇ ਆ ਰਿਹਾ ਸੀਗਾ। ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਵਿਕਲਪਿਕ ਵਿਵਸਥਾ ਹੈਗੀ ਹੈ ਵੀ ਆਪਾਂ ਨੂੰ ਬਚਾਅ ਰੱਖਣਾ ਪਏਗਾ। ਫਿਲਹਾਲ ਮੇਨ ਵੱਡਾ ਸਵਾਲ ਇਹੀ ਹੈ ਕਿ ਸਰਕਾਰ ਦਾ ਸਾਥ ਦੇਈਏ, ਜਿਵੇਂ ਤੁਸੀਂ ਕਿਹਾ ਹੈ। ਲੇਕਿਨ ਇਨ ਬਿਟਵੀਨ ਜਿਹੜੇ ਰੋਜ਼ਗਾਰ ਪ੍ਰਭਾਵਿਤ ਹੋ ਰਹੇ ਨੇ, ਚਾਹੇ ਉਹ ਤੁਹਾਡੇ ਅੰਡਰ ਕੁਝ ਲੇਬਰਰ ਕੰਮ ਕਰਦੇ ਸੀਗੇ ਜਾਂ ਕੁਝ ਆਪਣਾ ਰੋਜ਼ਗਾਰ ਚਲਾਉਂਦੇ ਸੀਗੇ ਜਿਨ੍ਹਾਂ ਦਾ ਕੰਮ ਲੋਕਡਾਊਨ ਦੇ ਕਾਰਨ ਇਫੈਕਟਡ ਹੋ ਗਿਆ ਹੈ, ਉਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ ਹੈ? ਦੇਖੋ ਇਹ ਮੁਸੀਬਤ ਤਾਂ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਲੋਕਾਂ ਨੂੰ ਰੋਜ਼ਗਾਰ ਇਫੈਕਟ ਹੋਇਆ ਹੈ, ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਲੇਕਿਨ ਉਸ ਮੁਸ਼ਕਿਲ ਵਾਸਤੇ ਸਿਰਫ ਦੋਸ਼ ਦੇਣਾ ਦੂਸਰੇ ਨੂੰ ਉਹ ਵੀ ਠੀਕ ਨਹੀਂ। ਥੋੜਾ ਟਾਈਮ ਲੱਗੇਗਾ ਲੇਕਿਨ ਇਹਨਾਂ ਵਿਕਲਪ ਨਿਕਲੇਗਾ। ਦੁਨੀਆ ਕਦੇ ਵੀ ਰੁਕੇਗੀ ਨਹੀਂ। ਦੁਨੀਆ ਨਾ ਪਹਿਲੇ ਰੁਕੀ ਸੀ ਨਾ ਅੱਜ ਰੁਕੇਗੀ। ਥੋੜਾ ਟਾਈਮ ਲੱਗਦਾ ਹੈ, ਵਿਕਲਪ ਹਰ ਚੀਜ਼ ਦੇ ਨਿਕਲਣਗੇ। ਚਲੋ ਆਪਾਂ ਵਿਕਲਪ ਦੀ ਗੱਲ ਹੀ ਕਰੀਏ ਸਰ, ਤਾਂ ਇੱਕ ਨਾਰਾ ਚੱਲ ਰਿਹਾ ਵੋਕਲ ਫਾਰ ਲੋਕਲ। ਉਹਦੇ ਵਿੱਚ ਆਪਾਂ ਆਪਣੇ ਹੀ ਜਿਹੜਾ ਸੰਪੂਰਨ ਐਗਰੀਵੈਂਚਰ ਹੈ ਉਹਨੂੰ ਲੈ ਲਈਏ ਜਾਂ ਲੋਕਲ ਹੋਰ ਤੁਸੀਂ ਕਿਹੜੇ ਐਜ ਏ ਮੰਨਦੇ ਹੋ ਵਪਾਰ ਜਾਂ ਇੰਡਸਟਰੀ ਜਿਹਨੂੰ ਪ੍ਰਮੋਟ ਕੀਤਾ ਜਾ ਸਕਦਾ ਸਰ? ਜਿਵੇਂ ਕਿ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਿਆ, ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਵੋਕਲ ਫॉर ਲੋਕਲ ਜੀ। ਅੱਜ ਇੱਕ ਫੈਸ਼ਨ ਬਣ ਗਿਆ ਸੀ ਵੀ ਆਪਾਂ ਬਾਹਰ ਦੀਆਂ ਚੀਜ਼ਾਂ ਲੈ ਕੇ ਆਉਣੀਆਂ ਨੇ। ਲੋਕੀ ਬਾਹਰ ਜਾ ਕੇ ਬਾਹਰ ਦੇ ਮੁਲਕਾਂ 'ਚ ਜਾ ਕੇ ਸ਼ਾਪਿੰਗ ਕਰਨਾ ਪਸੰਦ ਕਰਦੇ ਸੀ, ਜਾਂ ਜੋ ਆਪਣੇ ਕਰਿਆਨੇ ਦੀ ਦੁਕਾਨਾਂ ਤੇ ਵੀ ਚਲੇ ਜਾਈਏ ਤਾਂ ਆਪਾਂ ਫੋਰਨ ਬ੍ਰਾਂਡ ਨੂੰ ਚੱਕਦੇ ਪਹਿਲੇ। ਬਿਲਕੁਲ। ਕਿਉਂਕਿ ਆਪਾਂ ਆਦਿ ਲੋਕਲ ਪ੍ਰੋਡਿਊਸ ਨੂੰ ਇੰਨਾ ਬਦਨਾਮ ਕਰ ਚੁੱਕੇ ਹਾਂ। ਕੁਝ ਬਾਹਰ ਦੇ ਲੋਕਾਂ ਨੇ ਆਪਣੇ ਚਾਵਲ ਰਿਜੈਕਟ ਕਰਤੇ, ਆਪਣੇ ਸਬਜ਼ੀਆਂ ਰਿਜੈਕਟ ਕਰਤੀਆਂ। ਉਹ ਇੱਕ ਹੋਰ ਪੈਨਿਕ ਕ੍ਰੀਏਟ ਕਰ ਦਿੰਦੇ ਨੇ ਵੀ ਆਪਣੀ ਕੁਆਲਿਟੀ ਅੱਛੀ ਨਹੀਂ ਹੈ। ਸਿਰਫ ਇਹ ਨਾਰਾ ਦੇਣਾ ਵੀ ਸਿਰਫ ਆਪਦਾ ਲੋਕਲ ਚੀਜ਼ ਪਰ ਖਰੀਦੋ, ਉਹਦੇ ਨਾਲ ਨਹੀਂ ਹੁੰਦਾ। ਆਪਾਂ ਨੂੰ ਲੋਕਲ ਦੀ ਪਹਿਲੇ ਕੁਆਲਿਟੀ ਸੁਧਾਰਾਂਗੇ, ਫਿਰ ਉਸ ਕੁਆਲਿਟੀ ਨੂੰ ਜਿਸ ਵੇਲੇ ਪਬਲਿਕ ਦੇ ਸਾਹਮਣੇ ਰੱਖਾਂਗੇ ਵੀ ਇਹ ਅੱਛੀ ਕੁਆਲਿਟੀ ਦੀ ਚੀਜ਼ ਹੈ। ਮਤਲਬ ਕਿ ਹੁਣ ਇੱਕ ਮੌਕਾ ਹੈਗਾ ਆਪਾਂ ਨੂੰ ਲੋਕਲ ਚੀਜ਼ ਨੂੰ ਕੁਆਲਿਟੀ ਵੀ ਸੁਧਾਰਾਂਗੇ, ਲੋਕਲ ਕਾਰੋਬਾਰ ਵੀ ਪੈਦਾ ਕਰਾਂਗੇ, ਲੋਕਲ ਰੋਜ਼ਗਾਰ ਪੈਦਾ ਕਰਾਂਗੇ ਔਰ ਉਸ ਚੀਜ਼ ਨੂੰ ਦੁਨੀਆ ਦੇ ਸਾਹਮਣੇ ਰੱਖਾਂਗੇ। ਇਹ ਜੋ ਅੱਜ ਨਾਰਾ ਦਿੱਤਾ, ਆਪਾਂ ਉਮੀਦ ਹੈ ਵੀ ਆਪਾਂ ਇਹਦੇ ਤੇ ਅੱਗੇ ਬਹੁਤ ਵੱਡੀ ਤਬਦੀਲੀ ਲੈ ਕੇ ਆਵਾਂਗੇ। ਲੋਕਲ ਇਨਪੁਟਸ ਨੂੰ, ਲੋਕਲ ਪ੍ਰੋਡਕਟਸ ਨੂੰ ਪ੍ਰਮੋਟ ਕਰਾਂਗੇ, ਮੌਕਾ ਹੈ ਤੇ ਉਹਨੂੰ ਹੋਣਾ ਵੀ ਚਾਹੀਦਾ ਹੈ। ਲੇਕਿਨ ਉਹਦੇ ਨਾਲ ਲੋਕਲ ਪ੍ਰੋਡਕਟਸ ਤੇ ਵੀ ਇਹ ਫੋਕਸ ਹੋਏਗਾ ਵੀ ਤੁਸੀਂ ਵੀ ਕੁਆਲਿਟੀ ਉਹ ਬਣਾਓ ਜਿਹੜੀ ਕਿ ਦੁਨੀਆ ਦੇ ਵਿੱਚ ਉਹਨੂੰ ਐਕਸੈਪਟੇਬਲ ਹੋਵੇ। ਮਤਲਬ ਆਪਣੇ ਆਪ ਨੂੰ ਸਾਬਿਤ ਕਰਨ ਦਾ ਇੱਕ ਬਹੁਤ ਵੱਡਾ ਅਵਸਰ ਹੈ। ਸੰਜੀਵ ਜੀ, ਜਿੱਦਾਂ ਕਿ ਮੋਸਟਲੀ ਹੁੰਦਾ ਹੈ ਕਿ ਜਦੋਂ ਲੋਕ ਬਾਹਰ ਚਲੇ ਜਾਂਦੇ ਨੇ ਤੇ ਪਿੱਛੇ ਲਗਾਵ ਘਟ ਜਾਂਦਾ ਜੀ। ਤੁਸੀਂ ਐਜ਼ ਇੰਜੀਨੀਅਰ ਸਟੱਡੀ ਵੀ ਕੀਤੀ ਹੈ ਜੀ, ਜਾਂ ਮੇਰੇ ਖਿਆਲ ਨਾਲ 10th ਤੁਸੀਂ ਸ਼ਾਇਦ ਗ੍ਰੈਜੂਏਸ਼ਨ ਜਾਂ 10th ਸੈਨਿਕ ਸਕੂਲ ਤੋਂ ਕੀਤੀ ਹੈ ਜੀ। ਜੀ, ਤੇ ਗ੍ਰੈਜੂਏਸ਼ਨ ਤੋਂ ਬਾਅਦ ਇੰਜੀਨੀਅਰਿੰਗ ਕੀਤੀ, ਤੁਸੀਂ ਬਾਹਰ ਕੀਤੀ ਹੈ ਜੀ। ਲੇਕਿਨ ਫਾਜ਼ਿਲਕਾ ਨਾਲ ਲਗਾਵ ਥੋੜਾ ਜੁੜਿਆ ਰਿਹਾ, ਇਹਦਾ ਕਾਰਨ ਦੇਖੋ ਇਹ ਹਰ ਤਰ੍ਹਾਂ ਦਾ ਹੁੰਦਾ ਹੈ। ਮੈਂ ਵੀ ਜਦੋਂ ਬਾਹਰ ਪੜ੍ਹਦਾ ਸੀ, ਇਸ ਤੋਂ ਬਾਅਦ ਮੈਨੂੰ MBA ਵਿੱਚ ਮੇਰੀ ਐਡਮਿਸ਼ਨ ਵੀ ਹੋ ਗਈ ਸੀ ਔਰ ਮੇਰਾ ਵੀ ਉਦੋਂ ਇੱਛਾ ਸੀ ਵੀ ਮੈਂ ਵੀ ਬਾਹਰ ਜਾਵਾਂ। ਮੇਰੇ ਬੈਚਮੇਟ ਕਈ ਬਾਹਰ ਅਮਰੀਕਾ ਵਗੈਰਾ ਸੈਟਲ ਹੋਏ ਨੇ ਜੀ। ਲੇਕਿਨ ਉਸ ਵਕਤ ਇੱਕ ਘਰ ਦੇ ਵਿੱਚ ਇੱਕ ਮਾਹੌਲ ਐਸਾ ਬਣਿਆ ਵੀ ਮੇਰੇ ਪਿਤਾ ਜੀ ਬਿਮਾਰ ਹੋ ਗਿਆ ਬਹੁਤ ਜ਼ਿਆਦਾ। 1 ਸਾਲ ਦੇ PGI 'ਚ ਐਡਮਿਟ ਰਹੇ। ਸ਼ਾਇਦ ਬਹੁਤ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਧਿਆਨ ਵੀ ਨਹੀਂ ਹੈਗਾ ਜੀ। ਤੇ ਘਰ 'ਚ ਸਾਰੀ ਰਿਸਪੌਂਸਿਬਿਲਿਟੀ ਮੇਰੇ ਤੇ ਆਈ ਜੀ। ਤਾਂ ਮੈਂ ਇਹਨੂੰ MBA ਛੱਡ ਕੇ ਤੇ ਇੱਥੇ ਆਪਦਾ ਕਾਰੋਬਾਰ ਸੰਭਾਲਿਆ। ਲੇਕਿਨ ਇੱਕ ਵਾਰੀ ਜਦੋਂ ਇੱਥੇ ਆ ਕੇ ਜਦੋਂ ਕੰਮ ਕਰਨ ਲੱਗ ਪਿਆ ਤਾਂ ਫਿਰ ਨੈਚੁਰਲੀ ਹੁੰਦਾ ਵੀ ਆਪਦੇ ਸ਼ਹਿਰ ਨਾਲ ਲਗਾਵ ਲੱਗ ਗਿਆ ਜੀ।
ਸਾਨੂੰ ਹੁਣ ਵੀ ਪਤਾ ਲੱਗਿਆ ਵੀ ਮੋਸਟਲੀ ਲੋਕ ਹਜੇ ਵੀ ਜਿਵੇਂ ਚੰਡੀਗੜ੍ਹ ਜਾਂਦੇ ਆ ਨਾ ਜੀ ਤਾਂ ਪਿੱਛੇ ਲਗਾਮ ਘਟ ਜਾਂਦਾ ਪਰ ਲੇਕਿਨ ਤੁਸੀਂ ਜਿੰਨਾ ਦੇਰ ਚੰਡੀਗੜ੍ਹ ਰਹਿੰਦੇ ਹੋ ਉਨੀ ਹੀ ਦੇਰ ਤੁਸੀਂ ਫਾਜ਼ਿਲਕਾ ਵੀ ਰਹਿੰਦੇ ਉੱਥੇ ਤਾਂ ਫਿਰ ਇਸ ਤਰ੍ਹਾਂ ਨਾ ਸਾਰਾ ਕਾਰੋਬਾਰ ਇੱਥੇ ਹੈ, ਅੱਛਾ ਕਾਰੋਬਾਰ ਇੱਥੇ ਜੀ ਸਾਰਾ ਕੰਮ ਇੱਥੇ। ਉੱਥੇ ਤਾਂ ਅਸੀਂ ਸਿਰਫ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਉੱਥੇ ਅੱਛੇ ਮਾਹੌਲ ਵਿੱਚ ਰਹਿਣ ਵਾਸਤੇ ਉੱਥੇ ਆਫਿਸ, ਹੁਣ ਅੱਗੇ ਵਧਣਾ ਹੈ ਤਾਂ ਉੱਥੇ ਆਫਿਸ ਵੀ ਹੁਣ ਸ਼ੁਰੂ ਕੀਤਾ ਮੈਂ ਅੱਗੇ ਕਾਰੋਬਾਰ ਅਸੀਂ ਉੱਥੇ ਵੀ ਇਨਕਰੀਜ਼ ਕਰ ਰਹੇ ਹਾਂ ਜੀ। ਲੇਕਿਨ ਪਿੱਛੇ ਆਪਣਾ ਬੇਸ ਤਾਂ ਇੱਥੇ ਹੀ ਹੈ, ਥੋੜਾ ਲਗਾਵ ਤਾਂ ਰਹਿੰਦਾ ਹੀ ਹੈ। ਜੇ ਮੈਂ ਬਾਊ ਜੀ ਦੀ ਗੱਲ ਕਰਾਂ ਸੇਠ ਰਾਜਾ ਰਾਮ ਜੀ ਦੀ, ਮੈਨੂੰ ਪਤਾ ਲੱਗਿਆ ਕਿ ਉਦੋਂ ਵੈਸੇ ਅਸੀਂ ਤਾਂ ਨਹੀਂ ਹੈਗੇ ਸੀ, ਸ਼ਾਇਦ ਅਮਰਿਤ ਜੀ ਤੁਸੀਂ ਵੀ ਨਹੀਂ ਹੋਵੋਗੇ। 1971 ਦੇ ਵਿੱਚ ਜਿਹੜੀ ਜੰਗ ਹੋਈ ਸੀ ਉਦੋਂ ਉਹਨਾਂ ਨੇ ਫਿਰੋਜ਼ਪੁਰ ਰੋਡ ਤੇ ਜਿਹੜੇ ਲੋਕਾਂ ਨਾਲ ਕਾਫੀ ਲੰਗਰ ਵੀ ਵੰਡਿਆ ਜਾਂ ਕਾਫੀ ਸੇਵਾ ਕੀਤੀ ਹੈ ਜੀ। ਨਹੀਂ 71 ਦੇ ਵਿੱਚ ਇੰਨਾ ਨਹੀਂ ਸੀ, ਲੇਕਿਨ ਜਦੋਂ ਸੰਨ 65 ਦੀ ਲੜਾਈ ਹੋਈ ਸੀ 65 ਦੀ ਲੜਾਈ ਹੋਈ ਉਦੋਂ ਤਾਂ ਕੀ ਸੀ, ਇੱਥੇ ਕੋਈ ਕੰਟੋਨਮੈਂਟ ਨਹੀਂ ਸੀ, ਆਰਮੀ ਵਾਸਤੇ ਆਰਮੀ ਕੋਲ ਕੋਈ ਬੇਸ ਨਹੀਂ ਸੀ ਜੀ। ਤਾਂ ਪਹਿਲੇ 7 ਦਿਨ ਜਦੋਂ ਅਚਾਨਕ ਜਦੋਂ ਵਾਰ ਸ਼ੁਰੂ ਹੋਈ ਹੈ, ਆਰਮੀ ਪਿੱਛੋਂ ਆਈ ਹੈ, ਤਾਂ ਉਹ ਪੂਰੀ ਆਰਮੀ ਨੂੰ ਮੇਰੇ ਫਾਦਰ ਨੇ ਹੋਸਟ ਕੀਤਾ ਸੀ ਆਪਣੇ ਫਿਰੋਜ਼ਪੁਰ ਰੋਡ ਤੇ ਜਿਹੜਾ ਸਾਡਾ ਪੈਟਰੋਲ ਪੰਪ ਸੀ ਜੀ, ਉਹ ਵੀ ਆਰਮੀ ਨੂੰ ਦਿੱਤਾ ਔਰ ਉੱਥੇ ਆਸ-ਪਾਸ ਜ਼ਮੀਨ ਦੇ ਵਿੱਚ ਬਿਠਾਇਆ, ਆਰਮੀ ਨੂੰ ਠਹਿਰਾਇਆ, ਉੱਥੇ ਉਹਨਾਂ ਲੰਗਰ ਪਾਣੀ ਹਰ ਚੀਜ਼ ਦਾ ਅਰੇਂਜਮੈਂਟ ਕੀਤਾ ਗਿਆ। ਉਹ ਸਿਰਫ ਮੇਰੇ ਫਾਦਰ ਨਹੀਂ, ਮੇਰੇ 4-5 ਲੋਕਾਂ ਦਾ ਗਰੁੱਪ ਸੀ, ਜਿਹਦੇ ਵਿੱਚ ਬੇਦੀ ਸਾਹਿਬ ਸੀ, ਰੀ ਸੇਤੀਆ ਜੀ ਸੀ, ਮੁਸ਼ੀਰਾਮ ਜੀ ਮੇਰੇ ਨਾਨਾ ਜੀ ਸੀ। ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਉਪਰਾਲਾ ਕੀਤਾ ਵੀ ਆਰਮੀ ਨੂੰ ਹੋਸਟ ਕੀਤਾ। 71 ਦੇ ਵਿੱਚ ਤਾਂ ਉਦੋਂ ਸਾਰਾ ਤੰਤਰ ਪੂਰਾ ਆਰਮੀ ਦਾ ਹਰ ਚੀਜ਼ ਦਾ ਮਤਲਬ ਜੋ ਸਾਡੇ ਕੋਲ ਪੁਆਇੰਟ ਆਇਆ ਵੀ ਇਹਦਾ ਮਤਲਬ ਵਾਕਈ ਉਹ ਉਦੋਂ ਦੀ ਹੀ ਸੇਵਾ ਕਰ ਰਹੇ ਉਦੋਂ ਕੀਤਾ ਸੀ। ਔਰ ਆਰਮੀ ਨੇ ਉਸ ਤੋਂ ਬਾਅਦ ਆਨਰ ਕੀਤਾ ਸੀ, ਪਾਪਾ ਕੋਲ ਆਰਮ ਲਾਇਸੈਂਸ ਆਰਮੀ ਵੱਲੋਂ ਇਸ਼ੂ ਹੋਇਆ ਸੀ। ਜੀ ਜੀ। ਤੇ ਸੇਠ ਜੀ ਜਿੰਨੀ ਦੇਰ ਰਹੇ ਨੇ ਰਾਜਾ ਰਾਮ ਜੀ ਉਨੀ ਦੇਰ ਹੀ ਮੇਰੇ ਖਿਆਲ ਨਾਲ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਜੀ ਰਿਕ੍ਰੀਏਸ਼ਨ ਕਲੱਬ ਦੇ। ਹਾਂ, ਉਹ ਇਹ ਵੀ ਬੜੀ ਵੱਡੀ ਅਚੀਵਮੈਂਟ ਹੈ ਜੀ, ਲਗਾਤਾਰ ਰੈਗੂਲਰ ਇੱਕ ਹੀ ਪੋਸਟ ਤੇ ਬਣਿਆ ਰਹਿਣਾ ਕਿ ਪ੍ਰੈਜ਼ੀਡੈਂਟ ਆਲਮੋਸਟ 30 ਸਾਲ ਪ੍ਰੈਜ਼ੀਡੈਂਟ ਰਹੇ ਰਿਕ੍ਰੀਏਸ਼ਨ ਕਲੱਬ ਦੇ। ਜਦੋਂ ਤੱਕ ਆਪਣੇ ਹੋਸ਼ੋ-ਹਵਾਸ ਹੈਗੇ ਸੀ ਉਦੋਂ ਤੱਕ ਉਹ ਉਨੀ ਦੇਰ ਤੱਕ ਪ੍ਰੈਜ਼ੀਡੈਂਟਸ਼ਿਪ ਕੀ ਵਾਈਸ ਨਹੀਂ ਪ੍ਰੈਜ਼ੀਡੈਂਟ ਫਿਰ ਉਹ ਚੰਡੀਗੜ੍ਹ ਸ਼ਿਫਟ ਕਰਨਾ ਪਿਆ ਉਹਨਾਂ ਨੂੰ ਜੀ। ਉਸ ਤੋਂ ਬਾਅਦ ਫਿਰ ਪ੍ਰੈਜ਼ੀਡੈਂਟਸ਼ਿਪ ਛੱਡ ਦਿੱਤੀ। ਜੀ। ਹਾਲਾਂਕਿ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਕਲੱਬ ਦੇ ਮੈਂਬਰਸ ਨੇ ਬੜਾ ਕਿਹਾ ਵੀ ਤੂੰ ਬਣ ਜਾ। ਅੱਛਾ। ਮੈਂ ਕਿਹਾ ਨਹੀਂ, ਇਹ ਕੋਈ ਜੱਦੀ ਪੋਸਟ ਨਹੀਂ ਹੈਗੀ। ਨਾਲ ਆਦੇ ਸ਼ੌਕ ਦੀ ਗੱਲ ਹੈ, ਮੈਂ ਜਾਂਦਾ ਹੀ ਕਦੇ ਨਹੀਂ ਕਲੱਬ ਤੇ। ਸੋ ਜਿਹੜੀਆਂ ਸੇਵਾ ਦੀਆਂ ਚੀਜ਼ਾਂ ਸੀ ਉਹ ਤੁਸੀਂ ਲੈ ਲਈਆਂ ਜੀ, ਸੇਵਾ ਉਵੇਂ ਬਰਕਰਾਰ ਹੈ, ਜੋ ਉਹਨਾਂ ਨੇ ਸੇਵਾ ਕੀਤੀ ਹੈ ਜੀ ਉਹ ਸੇਵਾ ਤੁਸੀਂ ਉਵੇਂ ਹੀ ਕਰ ਰਹੇ ਹੋ। ਉਹ ਜੋ ਇੱਕ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਕਰ ਸਕੀ ਉਹਨਾਂ ਕਰ ਲਈਦਾ। ਤੇ ਉਦੋਂ ਵੀ ਜਿਵੇਂ ਜਿਹੜੇ ਭੋਲੇ ਸੇਠ ਦੀ ਮੈਂ ਗੱਲ ਕੀਤੀ ਹੈ ਜੀ, ਯੰਗ ਉਮਰ ਦੇ ਵਿੱਚ ਵੀ ਐਵੇਂ ਨੇਚਰ ਸੀ ਜੀ ਕਿ ਥੋੜੇ ਬਹੁਤੇ ਇਹ ਪਰਸਨਲ ਨੇਚਰ ਨਹੀਂ ਹੁੰਦੀ, ਇੱਕ ਪਰਿਵਾਰ ਦੀ ਨੇਚਰ ਹੁੰਦੀ ਜੀ। ਹੈ। ਉਦੋਂ ਪਾਪਾ ਦੇਖਦੇ ਸੀ ਸਾਰਾ, ਮੈਂ ਉਹਨਾਂ ਨਾਲ ਚੀਜ਼ਾਂ ਦੇਖਦਾ ਰਹਿੰਦਾ ਸੀ, ਉਸਦੀ ਸੇਵਾ ਕਰਦੇ ਰਹਿੰਦੇ ਸੀ, ਮਿਲਦੇ ਰਹਿੰਦੇ ਸੀ। ਇੱਕ ਭਾਵਨਾ ਬਣ ਜਾਂਦੀ ਹੈ ਵੀ ਉਸ ਚੀਜ਼ ਨੂੰ, ਟ੍ਰੈਡੀਸ਼ਨ ਨੂੰ ਕੰਟੀਨਿਊ ਕਰਦੀ ਹੈ। ਤੇ ਇਹ ਤਾਂ ਜਿਵੇਂ ਪਾਪਾ ਨੇ ਮੇਰੇ ਦਾਦਾ ਜੀ ਤੋਂ ਸਿੱਖਿਆ, ਉਹ ਵੀ ਉਹਨਾਂ ਦੀ ਮਸ਼ਹੂਰੀ ਵੀ ਬਹੁਤ ਜ਼ਿਆਦਾ ਕਰਦੇ ਸੀ। ਅਬੋਰ ਵੀ ਧਰਮਸ਼ਾਲਾ ਬਣਾਈ ਹੈ, ਹਰ ਜਗ੍ਹਾ ਤੇ ਉਹਨਾਂ ਨੇ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਸੀ ਜੀ। ਉਹ ਪਰਿਵਾਰ 'ਚ ਰਹਿ ਕੇ ਜਿਵੇਂ ਪਾਪਾ ਕਰ ਰਹੇ ਨੇ, ਅਸੀਂ ਤਾਂ ਸਹਿਯੋਗ ਕਰਦੇ ਸੀ, ਹੌਲੀ ਹੌਲੀ ਹੋਇਆ ਬਣ ਜਾਂਦੀ। ਸਰ ਜਿਵੇਂ ਫੈਮਿਲੀ ਨੇਚਰ ਦੀ ਗੱਲ ਕਰਦੇ ਹੋ, ਗੱਲ ਬਾਊ ਜੀ ਤੋਂ ਚੱਲੀ, ਫਿਰ ਤੁਹਾਡੇ ਤੇ ਆ ਗਈ ਗੱਲ। ਜੋ ਫੈਮਿਲੀ ਨੇਚਰ ਚੱਲਦੀ ਤਾਂ ਹੁਣ ਆਪਣੀ ਭਾਵੀ ਪੀੜ੍ਹੀ ਬਾਰੇ ਵੀ ਸਰ ਥੋੜਾ ਜਿਹਾ ਸਾਡੇ ਦਰਸ਼ਕਾਂ ਨਾਲ ਕੁਝ ਵਿਚਾਰ ਸਾਂਝੇ ਕਰੋ ਕਿ ਹਾਂਜੀ ਤਾਂ ਇਸ ਵੇਲੇ ਜਰਮਨੀ 'ਚ ਸੈਟਲਡ ਹੈ ਜੀ। ਸਰ ਇੱਕ ਗੱਲ ਹੋਰ ਹੈ ਜੀ, ਛੋਟੀ ਟੋਕਰਿਆਂ ਜੀ, ਮੈਂ ਜਿੰਨੇ ਵੀ ਸਰਦਕੇਸੀ ਲਾਈਵ ਦੇਖ ਰਹੇ ਨੇ ਜੀ, ਤੇ ਸਰਦਕੇਸੀ ਪਰਿਵਾਰ ਵੱਲੋਂ, ਦਿਲ ਦੀਆਂ ਗੱਲਾਂ ਦੀ ਟੀਮ ਵੱਲੋਂ ਸੰਜੀਵ ਨਾਗਪਾਲ ਜੀ ਨਾਨਾ ਜੀ ਬਣ ਗਏ ਨੇ ਜੀ। ਲੱਖ ਲੱਖ ਵਧਾਈ ਸਰ ਤੁਹਾਨੂੰ ਤਾਂ ਪਹਿਲੇ ਜੀ। ਕੱਲ ਹੀ ਖੁਸ਼ਖਬਰੀ ਮਿਲੀ ਹੈ ਔਰ ਉਮੀਦ ਹੈ ਵੀ ਫਿਲਹਾਲ ਜੀ ਮੇਰਾ बेटिया भी और नवासा भी बहुत अच्छे सेहत है ਉਹਨਾਂ ਦੀ। ਜੀ ਜੀ। ਸੋ ਪੂਰੀ ਟੀਮ ਵੱਲੋਂ ਜੀ ਵਧਾਈਆਂ ਜੀ, ਪਹਿਲੇ ਤਾਂ ਸਰ ਤੁਹਾਨੂੰ ਜੀ ਲਾਈਵ ਵਧਾਈਆਂ ਦੇ ਰਹੇ ਜੀ ਅਸੀਂ। ਔਰ ਬੇਟਾ ਜਿਹੜਾ ਹੈ ਉਹ ਆਪਣਾ ਚੰਡੀਗੜ੍ਹ ਦਾ ਆਫਿਸ ਰੱਖਿਆ ਹੈ ਔਰ ਕੁਛ ਹੋਰ ਨਵਾਂ ਕਰਨ ਦੀ ਵੀ ਪਲੈਨਿੰਗ ਕਰ ਰਿਹਾ ਹੈ, ਕੁਛ ਹੋਰ ਨਵੀਂ ਜੀ।
ਅਮਰ ਜੀ ਮੈਂ ਸਰ ਦੀ ਇੱਕ ਗੱਲ ਇੱਥੇ ਹੋਰ ਐਡ ਕਰਨੀ ਚਾਹੁੰਦਾ ਜੀ। ਜਿੰਨੇ ਵੀ ਆਪਣੇ ਮੋਸਟਲੀ ਵੈਂਚਰ ਚੱਲ ਰਹੇ ਨੇ, ਸੰਪੂਰਨ ਐਗਰੀਕਲਚਰ ਚੱਲ ਰਿਹਾ ਜਾਂ ਨਾਸਾ ਪ੍ਰਾਈਵੇਟ ਲਿਮਟਿਡ ਚੱਲ ਰਿਹਾ, ਸੰਪੂਰਨ ਮਤਲਬ ਇਨਕਲੇਵ ਚੱਲ ਰਿਹਾ, ਸੰਜੀਵ ਸਿਨੇਮਾ ਚੱਲ ਰਿਹਾ। ਤੁਹਾਨੂੰ ਇੱਕ ਚੀਜ਼ ਮੈਂ ਹੋਰ ਬੜੀ ਵੱਡੀ ਦੱਸਣੀ ਚਾਹੁੰਦਾ ਜੀ, ਇਹਦੇ ਵਿੱਚ ਮੋਸਟਲੀ 90% ਬੰਦੇ ਫਾਜ਼ਿਲਕਾ ਦੇ ਸੈੱਟ ਹੈ ਜੀ, ਜਿਨ੍ਹਾਂ ਨੂੰ ਫਾਜ਼ਿਲਕਾ ਨੂੰ ਇੰਨਾ ਇੰਪਲਾਈ ਦਿੱਤਾ ਹੋਇਆ ਜੀ, ਨੌਕਰੀਆਂ ਦਿੱਤੀਆਂ ਹੋਈਆਂ ਨੇ ਜੀ, ਜੋ ਕਿ ਸਰਕਾਰ ਦਾ ਕੰਮ ਹੈ। ਲੇਕਿਨ ਪ੍ਰੈਜ਼ੈਂਟ ਟਾਈਮ ਤੇ ਇੰਜੀਨੀਅਰ ਯਾਨੀ ਕਿ ਸੇਠ ਸੰਜੀਵ ਨਾਗਪਾਲ ਜੀ ਖੁਦ ਇਹਨਾਂ ਨੂੰ ਦੇਖ ਰਹੇ ਨੇ ਜੀ। ਗੱਲ ਸਰ ਫੈਮਲੀਆਂ 'ਚ ਦੀ ਆ ਜਾਂਦੀ ਹੈ, ਜਿਵੇਂ ਸਰ ਨੇ ਜ਼ਿਕਰ ਕੀਤਾ ਹੈ, ਚਾਹੇ ਉਹ ਆਪ ਰੋਜ਼ਗਾਰ ਜਨਰੇਟ ਕਰ ਰਹੇ ਨੇ, ਚਾਹੇ ਇਹਨਾਂ ਦੀ ਜਿਹੜੀ ਸੰਤਾਨ ਹੈ ਉਹ ਆਪਾਂ ਉਹਨੂੰ ਮਾਂ ਨਹੀਂ ਕਹਿ ਸਕਦੇ, ਜਰਮਨੀ 'ਚ ਆਪਣੇ ਜੀ ਫਾਜ਼ਿਲਕਾ ਦੀ ਬੇਟੀ ਸੇਵਾਵਾਂ ਦੇ ਰਹੀ ਹੈ। ਸਰ ਉਹ ਕਿਸੇ ਬੈਂਕਿੰਗ ਸਰਵਿਸ 'ਚ ਹਾਂ ਡੋਇਸ਼ੇ ਬੈਂਕ ਵਿੱਚ ਜੌਬ ਕਰ ਰਹੀ ਹੈ ਐਗਜ਼ੈਕਟਿਵ ਦੀ ਪੋਸਟ ਤੇ। ਔਰ ਬੇਟਾ ਦੀ ਫਿਲਹਾਲ ਤਾਂ ਕੰਮ ਮੇਰੇ ਨਾਲ ਪਹਿਲੇ ਸਿੱਖ ਰਿਹਾ ਸੀ, ਪਰ ਹੁਣ ਉਹ ਆਪਣੇ ਆਪ ਆਦਾ ਵੀ ਇੱਕ ਨਵੀਂ ਕੋਈ ਸੋਚ ਲਿਆ ਕੇ ਸ਼ੁਰੂ ਕਰੇਗਾ ਜ਼ਿੰਦਗੀ ਜੀ। ਅੱਛਾ ਜੀ, ਚਲੋ ਵਧੀਆ ਗੱਲ ਹੈ। ਸਾਡੀਆਂ ਤਾਂ ਦੁਆਵਾਂ ਨੇ ਜੀ। ਜਿੱਦਾਂ ਕਿ ਮੈਂ 3 ਚੀਜ਼ਾਂ ਦੀ ਗੱਲ ਕਰ ਲਈ ਹੈ, ਉਹਦੇ ਨਾਲ ਮੈਂ ਸਕੂਲ ਦੀ ਵੀ ਗੱਲ ਕਰਨੀ ਚਾਹੁੰਦਾ ਜੀ। ਸਕੂਲ ਵੀ ਫਾਜ਼ਿਲਕਾ ਦੇ ਵਿੱਚ ਦੇਣ ਹੈ ਜੀ। ਸਭ ਤੋਂ ਪਹਿਲਾਂ DAV ਦਾ ਸਕੂਲ ਫਾਜ਼ਿਲਕਾ ਦੇ ਵਿੱਚ ਸੰਜੀਵ ਜੀ ਨਾਗਪਾਲ ਜੀ ਦੀ ਦੇਣ ਸੀ ਜੀ ਫਾਜ਼ਿਲਕਾ ਦੇ ਵਿੱਚ। ਬਿਲਕੁਲ ਸਰ। SKP DAV ਟਾਈਮ ਦੇ ਵਿੱਚ ਕੀ ਹੈ ਵੀ ਇੱਥੇ ਇੰਗਲਿਸ਼ ਮੀਡੀਅਮ ਸਕੂਲ ਨਹੀਂ ਸੀ ਜਦੋਂ ਮੈਂ ਇਹ ਇਨੀਸ਼ੀਏਟਿਵ ਲਿਆ ਸੀ, ਪੜ੍ਹ ਕੇ ਆਇਆ ਸੀ। ਤੇ ਮੇਰੀ ਦਾਦੀ ਕਰਮ ਬਾਈ ਜੀ ਬਹੁਤ ਬਿਮਾਰ ਸੀ, ਡੈਥ ਬੈਡ ਸੇ। ਜਦੋਂ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ, ਕਿਉਂਕਿ ਉਹਨਾਂ ਦੇ ਨਾ ਐਕਚੁਅਲੀ ਆਪਣਾ ਕੋਈ ਸੰਤਾਨ ਨਹੀਂ ਸੀ, ਤਾਂ ਫਿਰ ਮੇਰੇ ਦਾਦਾ ਜੀ ਨੇ ਦੁਬਾਰਾ ਸ਼ਾਦੀ ਕਰਕੇ ਤੇ ਮਾਇਆ ਦੇਵੀ ਨਾਲ ਸ਼ਾਦੀ ਕੀਤੀ। ਲੇਕਿਨ ਉਹ ਤਾਂ ਉਹਨਾਂ ਨੇ ਫਿਰ ਉਹਨਾਂ ਦਾ ਖਾਸ ਕਰ ਮੇਰੇ ਨਾਲ ਬਹੁਤ ਜ਼ਿਆਦਾ ਲਗਾਵ ਸੀ। ਤੇ ਉਹ ਡੈਥ ਬੈਡ ਤੇ ਸੀ ਤੇ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਵੀ ਮੈਂ ਚਾਹੁੰਦੀ ਹਾਂ ਵੀ ਮੇਰੇ ਆਦਾ ਕੋਈ ਔਲਾਦ ਨਹੀਂ ਸੀ, ਪਰ ਮੇਰੇ ਯਾਦ ਵਿੱਚ ਐਸੀ ਚੀਜ਼ ਬਣਾਓ ਜਿੱਥੇ ਬੱਚੇ ਖੇਲਣ। ਵਾਹ। ਤਾਂ ਉਦੋਂ ਫਿਰ ਇਹ ਕੁਦਰਤੀ ਖਿਆਲ ਆਇਆ ਪਾਪਾ ਨੂੰ ਵੀ ਅਸੀਂ ਤੁਹਾਡੇ ਨਾਂ 'ਤੇ ਅੱਛਾ ਇੰਗਲਿਸ਼ ਦਾ ਸਕੂਲ ਖੋਲਾਂਗੇ। ਚਲੋ ਮੈਂ ਤਾਂ ਆਪਦੇ ਬੱਚਿਆਂ ਨੂੰ ਬਾਹਰ ਪੜ੍ਹਾ ਲਿਆ, ਹਰ ਕੋਈ ਬਾਹਰ ਨਹੀਂ ਭੇਜ ਸਕਦਾ, ਤੇ ਮੈਂ ਇਨੀਸ਼ੀਏਟਿਵ ਉਹ ਲਿਆ। ਉਦੋਂ ਪਾਪਾ ਨੇ ਅਨਾਉਂਸ ਕੀਤਾ। ਆਈ ਥਿੰਕ ਕਿ ਫਾਜ਼ਿਲਕਾ ਦਾ ਪਹਿਲਾ CBSE ਸਕੂਲ ਸੀ ਜੀ। ਪਹਿਲਾਂ ਇੰਗਲਿਸ਼ ਮੀਡੀਅਮ ਦਾ ਇੰਗਲਿਸ਼ ਮੀਡੀਅਮ ਪਹਿਲਾ CBSE ਤੇ ਉਦੋਂ ਹੀ ਮੇਰੇ ਹਾਲਾਂਕਿ ਬੜੀ ਅਟੈਚਡ ਗੱਲ ਹੁੰਦੀ ਹੈ ਵੀ ਉਹ ਦਾਦੀ ਨਾ ਸਰਾਣੇ ਥੱਲੋਂ ਪੋਟਲੀ ਕੱਢੀ ਜੀ ਤੇ ਮੇਰੇ ਹੱਥ ਵਿੱਚ ਰੱਖਤੀ, ਮੇਰੇ ਸਿਰ ਤੇ ਹੱਥ ਰੱਖਿਆ ਵੀ ਜੀਦਾ ਰਹੇ। ਸ਼ੀ ਐਕਸਪੈਕਟ ਜਿਹਨਾਂ ਘਰ ਦੇ ਵਿੱਚ ਕੋਈ ਇੱਛਾ, ਦਿਲ 'ਚ ਇੱਛਾ ਅਟਕੀ ਹੁੰਦੀ ਹੈ, ਖੁਸ਼ੀ ਨਾਲ ਉਹਨਾਂ ਨੇ ਚਲੋ ਇੱਕ ਅੱਛਾ ਮੋਟਿਵ ਤੁਹਾਨੂੰ ਦੇ ਗਏ ਸਰ। ਮੈਂ ਜਦੋਂ ਖੋਲ੍ਹਿਆ ਤਾਂ ਉਹਦੇ 'ਚ ਮੇਰੇ ਦਾਦਾ ਜੀ ਹਮੇਸ਼ਾ ਨਾ ਬਾਜੂਬੰਦ ਤੇ ਇੱਕ ਗਲੇ 'ਚ ਸੋਨੇ ਦਾ ਪਾਉਂਦੇ ਨੇ। ਗਲੇ ਦਾ ਬਾਜੂਬੰਦ ਸੀ ਤੇ ਦਾਦਾ ਜੀ ਦੀ ਜੁਐਲਰੀ ਉਹਦੇ ਵਿੱਚ ਹੈਗੀ ਸੀ। ਉਦੋਂ ਫਿਰ ਮੈਂ ਵੇਚੀ ਨਹੀਂ, ਉਹਦੀ ਵੈਲਿਊਏਸ਼ਨ ਕਰਾ ਕੇ ਤੇ ਉਹਨੇ ਪੈਸੇ ਸਕੂਲ ਦੇ ਵਿੱਚ ਪਾ ਦਿੱਤੇ, ਅੱਜ ਵੀ ਮੇਰੇ ਕੋਲ ਹੈਗੀ। ਮਤਲਬ ਜਾਂਦੇ ਜਾਂਦੇ ਪਦਵੀ ਤੁਹਾਨੂੰ ਦੇ ਕੇ ਗਏ ਆ ਜੀ। ਦਾਦਾ ਜੀ ਜੋ ਹਮੇਸ਼ਾ ਇੱਕ ਕਲਗੀ ਤੇ ਇੱਕ ਬਾਜੂਬੰਦ ਸੋਨੇ ਦਾ, ਉਦੋਂ ਕ੍ਰੈਡਿਟ ਕਾਰਡ ਜਾਂ ਚੀਜ਼ਾਂ ਨਹੀਂ ਹੁੰਦੀਆਂ ਸੀ, ਤਾਂ ਜਦੋਂ ਵੀ ਬਾਹਰ ਜਾਣਾ ਤਾਂ ਟਰੈਵਲ ਵਾਸਤੇ ਤੇ ਸਿਕਿਉਰਿਟੀ ਨਾਲ ਚੱਲਦੀ ਸੀ ਵੀ ਚਲੋ ਬਾਹਰ ਕੋਈ ਮੁਸੀਬਤ ਪੈ ਜਾਵੇ ਤਾਂ ਕੱਟਰ ਸੋਨਾ ਹੈਗਾ, ਇਲਾਜ ਵਾਸਤੇ ਜਾਂ ਲੋੜ ਪਵੇ ਤਾਂ ਜ਼ਰੂਰਤ ਪੈ ਜਾਂਦੀ ਸੀ। ਉਹ ਰਿਵਾਜ ਹੁੰਦੇ ਸੀ ਉਦੋਂ। ਉਹ ਫਿਰ ਮੈਨੂੰ ਉਹਨਾਂ ਨੇ ਮੇਰੇ ਹੱਥ 'ਤੇ ਰੱਖਤੀ ਵੀ ਉਹਦੇ ਨਾਲ ਸਕੂਲ ਬਣਾ ਦੇ। ਫਿਰ ਅਸੀਂ ਇਹ ਸਕੂਲ ਦਾ ਨੀਂਹ ਰੱਖੀ। ਤੇ ਫਾਜ਼ਿਲਕਾ ਦੇ ਵਿੱਚ ਪਬਲਿਕ ਸਕੂਲ ਕੋਈ ਨਹੀਂ ਸੀ ਪਹਿਲੇ। ਉਸ ਤੋਂ ਬਾਅਦ ਤਾਂ ਖੈਰ ਆਰਮੀ ਸਕੂਲ ਵੀ, ਤੇ ਉਦੋਂ ਇਕੱਠੇ ਹੀ ਸ਼ੁਰੂ ਹੋਏ ਸੀ ਦੋਨੋਂ। ਸ਼ਾਇਦ ਆਰਮੀ ਸਕੂਲ ਥੋੜ੍ਹੀ ਦੇਰ ਪਹਿਲੇ ਸ਼ੁਰੂ ਹੋਇਆ ਸੀ, ਪਰ ਉਦੋਂ ਕੰਸਟਰਕਸ਼ਨ ਚੱਲ ਰਹੀ ਸੀ ਜਾਂ ਬਾਅਦ ਸ਼ੁਰੂ ਹੋਈ ਹੈ, ਨਾਲ ਹੀ ਸ਼ੁਰੂ ਹੋਈ ਹੈ। ਉਸ ਤੋਂ ਬਾਅਦ ਦਾ ਸੈਕਰਡ ਹਾਰਟ ਤੇ ਸਾਰੇ ਬਾਅਦ 'ਚ ਆਏ ਨੇ, ਪਰ ਪਹਿਲਾ ਇਨੀਸ਼ੀਏਟਿਵ ਉਦੋਂ ਸ਼ੁਰੂ ਕੀਤਾ ਸੀ ਵੀ ਫਾਜ਼ਿਲਕਾ ਵਿੱਚ ਵੀ ਇੰਗਲਿਸ਼ ਮੀਡੀਅਮ ਦਾ ਪਬਲਿਕ ਸਕੂਲ ਅੱਛੀ ਫੈਸਿਲਿਟੀ ਹੋਣੀ ਚਾਹੀਦੀ। ਸਰ ਇਹ ਗੱਲ ਹੋਈ क्षमता ਦੀ, ਆਦਿ ਵਿਚਾਰਾਂ ਦੀ, ਆਦਿ ਭਾਵਨਾ ਦੀ। ਬਹੁਤ ਅੱਛੀ ਗੱਲ ਹੈ, ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਪਰਿਵਾਰ ਦੀ ਭਾਵਨਾ ਹਮੇਸ਼ਾ ਹੀ ਸੇਵਾ ਦੀ ਰਹੀ ਹੈ। ਲੇਕਿਨ ਸਰ ਆਪਾਂ ਵਾਪਿਸ ਉਸੇ ਗੱਲ ਤੇ ਆਉਂਦੇ ਹਾਂ COVID-19 ਤੇ। ਤੁਸੀਂ ਸક્ષਮ ਹੋ, ਤੁਸੀਂ ਸਰਕਾਰ ਦਾ ਸਾਥ ਦੇਣ ਦੀ ਨੀਅਤ ਵੀ ਰੱਖਦੇ ਹੋ, ਇਹ ਵੀ ਬਹੁਤ ਵੱਡੀ ਗੱਲ ਹੈ। ਲੇਕਿਨ ਸਰ ਜਿਵੇਂ ਆਪਾਂ ਗੱਲ ਕਰੀਏ ਸਿਨੇਮਾਜ਼ ਦੀ, ਜਿਮ ਦੀ ਜਾਂ ਰੀਅਲ estate ਦੀ ਵੀ ਆਪਾਂ ਗੱਲ ਕਰ ਲਈ, ਸਾਰੀ ਚੀਜ਼ਾਂ ਤੁਹਾਡੇ ਨਾਲ ਜੁੜੀਆਂ, ਤੁਸੀਂ क्षमता ਰੱਖਦੇ ਹੋ। ਲੇਕਿਨ ਇਹਦੇ ਨਾਲ ਜਿਹੜੇ ਜੁੜੇ ਹੋਰ ਲੋਕ ਨੇ, ਜਿਵੇਂ ਜਿਮ ਦੇ ਨਾਲ ਟ੍ਰੇਨਰ ਜੁੜੇ ਹੋਏ ਨੇ, ਸਿਨੇਮਾ ਦੇ ਨਾਲ ਸਟਾਫ ਜੁੜਿਆ ਹੋਇਆ ਹੈ,
ਸਰ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਰੋਜ਼ਗਾਰ ਦੀ। ਉਹਦੇ ਬਾਰੇ ਸਰ ਤੁਸੀਂ ਕੀ ਮੰਨਦੇ ਹੋ ਵੀ ਆਪਾਂ ਨੂੰ ਕਦੋਂ ਤੱਕ ਤਪ ਕਰਨਾ ਪੈ ਸਕਦਾ ਹੈ ਕਿ ਇਹ ਸਭ ਕੁਝ ਸਮਾਨਿਆ ਹੋ ਜਾਵੇ, ਜਾਂ ਇੱਕ ਕੋਈ ਅਜਿਹਾ ਅਲਟਰਨੇਟਿਵ ਨਿਕਲੇ ਕਿ ਕੁਛ ਨਾ ਕੁਛ ਉਹਨਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਜਾਵੇ? ਦੇਖੋ, ਅੱਜ ਇਮੀਡੀਏਟ ਸਮੱਸਿਆ ਤਾਂ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਵੀ ਉਹਨਾਂ ਵਾਸਤੇ ਜਿਹੜੇ ਕਿ ਬਿਲਕੁਲ ਰੋਜ਼ ਦੇ ਕਮਾਈ ਦੇ ਨਿਰਭਰ ਸੀ, ਉਹਨਾਂ 'ਤੇ ਅਸਰ ਹੋਇਆ ਹੈ। ਔਰ ਉਹਨਾਂ ਵਾਸਤੇ ਉਹਨਾਂ ਨੂੰ ਅੱਜ ਮੁਸ਼ਕਲਾਂ ਵੀ ਆ ਰਹੀਆਂ ਨੇ। ਸਰਕਾਰ ਜਿੰਨਾ ਕੁ ਕੋਸ਼ਿਸ਼ ਹੈ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਇਹਦਾ ਕੋਈ ਕਿਸੇ ਦਾ ਕੋਈ ਕਸੂਰ ਨਹੀਂ, ਕੋਈ ਸਰਕਾਰ ਦਾ ਕਸੂਰ ਨਹੀਂ। ਇਹਨੂੰ ਆਪਾਂ ਨੂੰ ਮੁਸੀਬਤ ਨੂੰ ਝੇਲਣਾ ਪਏਗਾ। ਜਿੱਥੋਂ ਤੱਕ ਆਉਣ ਵਾਲੇ ਟਾਈਮ ਆਪਾਂ ਸੋਚੀਏ ਵੀ ਬਹੁਤ ਜਲਦੀ ਕੋਈ ਇਹਦਾ ਹੱਲ ਨਿਕਲ ਜਾਏਗਾ ਜਾਂ ਕੋਈ ਬਹੁਤ ਜਲਦੀ ਇਹ ਵਾਪਸ ਹੋਵੇ ਹਾਲਾਤ ਬਣਨਗੇ, ਉਹ ਵੀ ਪੋਸੀਬਲ। ਮੈਂ ਉਸੇ ਗੱਲ ਤੇ ਆ ਰਿਹਾ ਸਰ। ਉਹ ਵੀ ਇਹ ਆਉਣ ਵਾਲੇ 2-3 ਸਾਲ ਤੱਕ ਇਹ ਮਾਹੌਲ ਥੋੜਾ ਜਿਹਾ ਐਵੇਂ ਹੀ ਰਹੇਗਾ। ਇਹਦਾ ਕੋਈ ਅਲਟਰਨੇਟ ਜਿਹੜਾ ਹੈਗਾ ਵੀ ਪੂਰੀ ਪ੍ਰੀਕਾਸ਼ਨਸ ਦੇ ਨਾਲ ਲੋਕਾਂ ਨੂੰ ਹੈਬਿਟ ਹੋ ਜਾਏਗੀ ਆਪਦੇ ਆਪ ਨੂੰ ਪ੍ਰੋਟੈਕਸ਼ਨ ਕਰਨ ਦੀ, ਮਾਸਕ ਪਾ ਕੇ ਕੰਮ ਕਰਨ ਦੀ। ਔਰ ਛੋਟੇ ਛੋਟੇ ਦੂਸਰੇ ਜਿਹੜੇ ਜਿਵੇਂ ਮੈਂ ਦੱਸਿਆ ਨਾ ਵੀ ਲੋਕਲ ਕੰਮ ਨਿਕਲਣਗੇ। ਅਖੀਰ ਰੋਟੀ ਤਾਂ ਚੱਲਣੀ, ਖੇਤੀਬਾੜੀ ਦਾ ਕੰਮ ਹੈ, ਉਹਦੇ ਨਾਲ ਜੁੜੇ ਛੋਟੇ ਵਪਾਰ ਸ਼ੁਰੂ ਹੋ ਜਾਣਗੇ। ਪਹਿਲੇ ਬਲਕ ਹੁੰਦੇ ਸੀ, ਹੁਣ ਛੋਟੇ ਸ਼ੁਰੂ ਹੋ ਜਾਣਗੇ। ਤਾਂ ਇਹ ਛੋਟੇ ਹਰ ਲੋਕਾਂ ਨੂੰ ਥੋੜਾ ਥੋੜਾ ਕਾਰੋਬਾਰ ਮਿਲਣਾ ਸ਼ੁਰੂ ਹੋਏਗਾ। ਜਿਮਸ ਵੀ ਖੁੱਲਣਗੇ, ਠੀਕ ਹੈ, ਉਵੇਂ ਨਹੀਂ ਖੁੱਲਣਗੇ ਪਹਿਲੇ ਤਰ੍ਹਾਂ ਵੀ ਜਿੰਨਾ ਮਰਜ਼ੀ ਰਸ਼ ਹੋ ਜਾਵੇ। ਇੱਕ ਲਿਮਿਟ ਨੂੰ ਪਰਸਨਸ ਦੀ ਲਿਮਿਟ ਰੱਖਣੀ ਪਏਗੀ ਹੌਲੀ ਹੌਲੀ। ਇਹ ਜਿਹੜਾ ਲੋਕਡਾਊਨ ਦਾ ਮਕਸਦ ਹੀ ਇਹ ਸੀ ਵੀ ਪਹਿਲੇ ਕੁਝ ਸਰਕਾਰ ਤਿਆਰ ਹੋਵੇ ਵੀ ਹਸਪੀਟਲ ਦੇ ਵਿੱਚ ਖੁਸ਼ਬੂ ਆਈ ਹੈ ਜੀ, ਕੁਛ ਲੋਕਾਂ ਨੂੰ ਹੈਬਿਟ ਹੋ ਜਾਏ, ਅਹਿਸਾਸ ਹੋ ਜਾਏ ਵੀ ਆਪਾਂ ਕਿਸ ਚੀਜ਼ ਨੂੰ ਫੇਸ ਕਰ ਰਹੇ। ਹੁਣ ਆਪਾਂ ਦੇਖਿਆ ਜਿਹੜਾ ਅਨਲੌਕਡਾਊਨ ਕੀਤਾ ਥੋੜੀ ਦੇਰ, ਥੋੜੀ ਜਿਹੀ ਛੋਟ ਦਿੱਤੀ ਹੈ ਤਾਂ ਕਿੰਨਾ ਇੱਕਦਮ ਫੈਲਿਆ। ਅਗਰ ਉਦੋਂ ਲੋਕਡਾਊਨ ਨਹੀਂ ਹੁੰਦਾ ਤਾਂ ਹੁਣ ਤੱਕ ਤਾਂ ਬਹੁਤ ਵੱਡੀ ਮੁਸੀਬਤ ਬਣ ਗਈ। ਬਿਲਕੁਲ ਜੀ। ਤੇ ਹਾਲੇ ਵੀ ਲੋਕ ਪੂਰੀ ਤਰ੍ਹਾਂ ਨਹੀਂ ਆਪਦੇ ਆਪ ਨੂੰ ਅਡਾਪਟ ਕਰ ਪਾਏ। ਤਾਂ ਇਹ ਵਿੱਚੋਂ ਝਟਕਾ ਥੋੜਾ ਥੋੜਾ ਲੋਕਡਾਊਨ ਦਾ ਆਏਗਾ। ਜਦੋਂ ਤੱਕ ਲੋਕਾਂ ਨੂੰ ਇਹ ਹੈਬਿਟ ਨਾ ਬਣੇ, ਲੋਕਾਂ ਨੂੰ ਸਮਝ ਨਾ ਆਵੇ, ਤਾਂ ਇਹ ਚੀਜ਼ਾਂ ਚੱਲਣਗੀਆਂ। ਲੇਕਿਨ ਉਮੀਦ ਹੈ ਕਿ ਅਜੇ ਸਮਝ ਨਹੀਂ ਪਾ ਰਹੇ ਨੇ ਜੀ। ਮਜਬੂਰੀ ਵੀ ਹੈ। ਜਿਹੜਾ ਬੰਦਾ ਅੰਦਰ ਬੈਠਾ ਜਿਹਨੂੰ ਰੋਟੀ ਦੀ ਮੁਸ਼ਕਲ ਹੋਈ ਵੀ ਉਹ ਬਾਹਰ ਨਿਕਲ ਰਿਹਾ ਵੀ ਕੁਝ ਕਮਾ ਕੇ ਲਿਆਵਾਂ। ਹਰ ਤਰ੍ਹਾਂ ਦੀ ਚੀਜ਼, ਹਰ ਤਰ੍ਹਾਂ ਦੀ ਕੰਬੀਨੇਸ਼ਨ ਹੈ। ਕੋਈ ਹੁਣ ਕਹਿੰਦਾ ਵੀ ਮੈਂ ਭਾਵੇਂ ਜਿੰਨਾ ਵੀ ਮੁਸੀਬਤ ਹੋਵੇ ਮਜਬੂਰੀ ਹੈ, ਮੈਂ ਕੰਮ ਤੇ ਨਹੀਂ ਜਾਵਾਂਗਾ ਤਾਂ ਰੋਟੀ ਕਿੱਥੋਂ ਖਾਵਾਂਗਾ। ਹਾਂ, ਸਰਕਾਰ ਦੇ ਸਾਰੇ ਵਿਕਲਪ ਤੱਕ ਲਿਆ ਜਾ ਸਕਦਾ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਅਹਿਸਾਸ ਹੈ ਵੀ ਲੋਕਾਂ ਨੂੰ, ਕੋਸ਼ਿਸ਼ ਵੀ ਕਰਦੇ ਨੇ ਵੀ ਮਾਸਕ ਪਾ ਕੇ ਜਾਈਏ, ਪਰ ਮਜਬੂਰੀ ਬਾਹਰ ਤਾਂ ਨਿਕਲਣਾ ਪਏਗਾ। ਆਪਾਂ ਵਨ ਬਾਈ ਵਨ ਨੂੰ ਖੋਲਣਾ ਤਾਂ ਪਏਗਾ। ਆਪਾਂ ਵਨ ਬਾਈ ਵਨ ਗੱਲ ਕਰੀਏ ਸਰ। ਜਿਵੇਂ ਇੱਕ ਐਜੂਕੇਸ਼ਨ ਇੱਕ ਬਹੁਤ ਵੱਡਾ ਆਧਾਰ ਹੁੰਦਾ ਹੈ, ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਚਲੋ ਛੋਟੇ ਬੱਚਿਆਂ ਨੂੰ ਇੱਕ ਵਾਰ ਛੱਡ ਹੀ ਦੇ, ਲੇਕਿਨ ਜਿਹੜੇ ਵੱਡੇ ਬੱਚੇ ਨੇ, ਸਮਝਦਾਰ ਨੇ, ਉਹਨਾਂ ਦੀ ਕਲਾਸਾਂ 1/3 ਰੇਸ਼ੋ ਤੇ ਲਗਾਈਆਂ ਜਾ ਸਕਦੀਆਂ ਨੇ, ਕਿਉਂਕਿ ਸਕੂਲਾਂ ਦੀ ਬਹੁਤ ਵੱਡੀ ਜ਼ਰੂਰਤ ਹੈ। ਪਲੈਨਿੰਗ ਚੱਲ ਰਹੀ ਹੈ ਉਸ ਲਾਈਨ ਦੇ ਉੱਤੇ ਵੀ ਆਲਟਰਨੇਟ ਡੇ ਤੇ ਸਕੂਲ ਲੱਗੇ। ਜਿਵੇਂ ਇੱਕ ਤੋਂ ਫਸਟ ਦਾ 3rd ਦਾ ਵੀ ਸਕੂਲ ਦੇ ਕੈਂਪਸ ਵਿੱਚ ਇੱਕ ਦਿਨ ਛੱਡ ਕੇ ਸਕੂਲ ਔਰ ਈਵਨ ਕਲਾਸਿਸ ਨੂੰ ਹਰ ਤਰ੍ਹਾਂ ਦੀ ਪਲੈਨਿੰਗ ਚੱਲ ਰਹੀ ਹੈ। ਪਰ ਜਦੋਂ ਤੱਕ ਕੋਈ ਠੋਸ ਚੀਜ਼ ਨਹੀਂ ਆਉਂਦੀ, ਮਤਲਬ ਕਿ ਦੇਰੀ ਦਾ ਕਾਰਨ ਨਹੀਂ ਮੰਨਿਆ ਜਾਂਦਾ। ਸਰਕਾਰ ਕੋਈ ਰਿਸਕ ਲੋਕਾਂ ਦੀ ਜ਼ਿੰਦਗੀ ਨਾਲ ਵੀ ਖਿਲਵਾੜ ਨਹੀਂ ਕੀਤਾ ਜਾਂਦਾ। ਸਰਕਾਰ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਤਰ੍ਹਾਂ ਕਿ ਹਾਲਾਂਕਿ ਸਿਰਫ ਐਗਜ਼ਾਮਪਲ ਲੈ ਲਈ ਆਪਾਂ ਗੁੜਗਾਉਂ DPS ਸਕੂਲ ਦਾ, ਕੀ ਹੋਇਆ, ਸਿਰਫ ਲਾਕਡਾਊਨ ਖੁੱਲਿਆ ਬੱਚਿਆਂ ਨੂੰ, ਹਾਲਾਂਕਿ ਸਕੂਲ ਨਹੀਂ ਖੁੱਲਿਆ ਜੀ, ਲੇਕਿਨ ਘਰੋਂ ਨਿਕਲ ਕੇ ਸਕੂਲ ਪਿਕਨਿਕ ਨਾਲ ਚਲੇ ਗਏ। 30 ਬੱਚੇ ਸੀ, 30 ਦੇ 30 ਕੋਵਿਡ ਦੇ ਵਿੱਚ ਪੋਜ਼ਿਟਿਵ ਆ ਗਏ। ਉਹ 30 ਨਾਲ ਉਹਨਾਂ ਦੇ ਸਾਰੇ ਪਰਿਵਾਰ, ਕਿੰਨਾ ਲੋਕ ਨੂੰ ਇੱਕਦਮ ਹੜਕੰਪ ਹੋ ਗਿਆ। ਕਈ ਵਾਰੀ ਜਿਵੇਂ ਕਹਿੰਦੇ ਨਾ ਵੀ ਹਾਲੀ ਉਹ ਵੀ ਲੋਕਾਂ ਨੂੰ ਸਰ ਆਪ ਹੀ ਸਮਝਣਾ ਪਏਗਾ, ਲੋਕਾਂ ਨੂੰ ਆਪ ਹੀ ਸਮਝਣਾ ਹੋਣ ਲੱਗਿਆ, ਸਮਝਣ ਲੱਗਿਆ, ਟਾਈਮ ਲੱਗ ਰਿਹਾ। ਉਸ ਚੀਜ਼ ਕਰਕੇ ਮੁਸ਼ਕਿਲ ਆਪਾਂ ਨੂੰ ਲੱਗ ਰਹੀ ਹੈ। ਥੋੜੇ ਦਿਨਾਂ ਤੱਕ ਜਦੋਂ ਲੋਕ ਹੈਬਿਚੁਅਲ ਹੋ ਗਏ, ਆਪਦੇ ਆਪ ਨੂੰ ਪ੍ਰੀਕਾਸ਼ਨ ਕਰਨ ਦਾ ਉਹਨਾਂ ਨੂੰ ਸਿਸਟਮ ਬਣ ਗਿਆ ਵੀ ਕਿਵੇਂ ਹੱਥ ਧੋਣਾ ਹੈ ਜਾਂ ਕਿਸ ਤਰ੍ਹਾਂ। ਜਿਵੇਂ ਟੇਪਰ ਡਾਊਨ ਹੁਣ ਕਈ ਮੁਲਕਾਂ ਨੇ ਕਰ ਹੀ ਲਿਆ। ਜਰਮਨੀ ਦੇ ਵਿੱਚ ਹੁਣ ਅੱਜ ਕੋਈ ਕੇਸ ਨਹੀਂ ਨਵਾਂ ਆ ਰਿਹਾ।
क्योंकि लोगों ने अपने आप को इमीजिएटली टाल लिया भी बाहरों आना है, शूज़ बाहर उतार देने ने, पहले सारे नाल पहले हथ धोना है, या बाहर जाना है तो मास्क पा के जाना है। भीड़ भाड़ की जगह 'च नहीं जाना तो कंट्रोल हो ही रहा। इत्थे की है भी हाली बच्चों को या लोगों को ये समझ नहीं आई, एकदम बाहर आ गए, ਇੱਕਦਮ ਬਾਹਰ ਆ ਗਏ ਲੋਕਾਂ ਨੇ ਤਾਂ ਪਿਕਨਿਕ ਸ਼ੁਰੂ ਕਰਤੀ ਜਿਵੇਂ ਤੁਸੀਂ ਸਰ, ਆਪਾਂ ਇੱਕ ਚੀਜ਼ कुछ लोगों को मजबूरी भी बाहर आना पे। नहीं ਆਪਾਂ ਉਹਨੂੰ ਮਜ਼ਾਕ ਜੀ ਲੈ ਸਕਦੇ ਆ ਸਰ। कुछ कमावांगे नहीं तो खावांगे। ਖਾਵਾਂਗੇ ਕਿਵੇਂ ਇਹ ਸਰ ਕੱਲਾ ਲੋਕਡਾਊਨ ਤੇ ਨਹੀਂ ਆਏ ਬਾਹਰ, ਲੋਕਡਾਊਨ ਖੁੱਲਣ ਤੇ ਬਾਹਰ ਨਹੀਂ ਆਏ ਜਾਂ ਛੂਟ ਮਿਲਣ ਤੇ ਬਾਹਰ ਨਹੀਂ ਆਏ, ਲੇਕਿਨ ਇੱਕ ਸੱਚਾਈ, ਕੜਵੀ ਸੱਚਾਈ ਆਪਾਂ ਐਸੀ ਨਹੀਂ ਮੰਨ ਸਕਦੇ ਆ, ਮੰਨ ਕੀ ਸਕਦਾ ਹੈਗੀ ਏ ਕਿ ਲੋਕ ਲੋਕਡਾਊਨ ਦੇ ਦੌਰਾਨ ਵੀ ਇਲੀਗਲੀ ਬਾਹਰ ਆਉਂਦੇ ਰਹੇ ਨੇ, ਮਿਲਦੇ ਜੁਲਦੇ ਰਹੇ ਨੇ। ਅਜੇ ਤੱਕ ਲੋਕ ਅਵੇਅਰ ਨਹੀਂ ਹੈਗੇ ਜਾਂ ਇਸ ਖਤਰੇ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾ ਰਹੇ। वो ये तो है, इनके ਵਿੱਚ कोई दो राय नहीं। ਮਤਲਬ ਕਿ ਸਾਰੀ ਚੀਜ਼ਾਂ ਉਸ ਚੀਜ਼ ਨਾਲ ਜੁੜੀਆਂ ਹੋਈਆਂ ਨੇ ਕਿ ਚਾਹੇ ਸਕੂਲ ਨੇ, ਚਾਹੇ ਜਿਮ ਨੇ, ਚਾਹੇ ਕਿਸੇ ਤਰੀਕੇ ਦਾ ਕਾਰੋਬਾਰ ਹੈ, ਸਾਰਿਆਂ ਨਾਲ ਪਹਿਲਾਂ ਲੋਕਾਂ ਦੀ ਆਦੀ ਸਮਝ ਚਾਹੀਦੀ। बिल्कुल आधे आप जो तक नहीं कंट्रोल करांगे कोई कुछ नहीं कर सकता। वो जिस तरह की लॉकडाउन होया, फैक्ट्रियां बंद हुई हैं, सानू तीसरे दिन मीटिंग बुलाई गई क्योंकि इसैंशियल कमोडिटी एडिबल ऑयल ਦੇ ਵਿੱਚ ਡੀਲਿੰਗ ਕਰਨੇ ਆ, ਇਸ ਕਰਕੇ ਇਹਦੀ ਜ਼ਰੂਰਤ ਸੀ ਮੁਲਕ ਨੂੰ ਤੇ ਇੰਡਸਟਰੀ। ਲੇਕਿਨ ਉਸ ਵੇਲੇ ਸਾਨੂੰ ਇੰਸਪੈਕਟਰ ਆਏ, ਦੱਸਿਆ ਗਿਆ ਇੱਥੇ ਵਾਸ਼ਵੇਸ਼ਨ ਲਾਓ ਜੀ, ਇੱਥੇ ਸਪਰੇਅ ਕਰਾਓ, ਸਪਿਰਿਟ ਦਾ ਡੇਲੀ ਸਪਰੇਅ ਹੋਣਾ ਚਾਹੀਦਾ, ਡੇਲੀ ਆਪਣਾ। ਉਹ ਮੈਂ ਸਰ ਅੱਜ ਇੱਕ ਵਿਜ਼ਿਟ ਵੀ ਕੀਤੀ ਹੈ, ਪਰ ਮੈਨੂੰ ਬੜਾ ਅੱਛਾ ਲੱਗਿਆ ਕਿ ਜੇ ਉਹਨੂੰ ਕਹੀਏ ਵੀ ਸਰਕਾਰ ਨੇ ਤਾਂ ਸਾਡੇ ਤੇ ਬੋਝ ਪਾਤਾ ਜੀ, ਸਰਕਾਰ ਨੇ ਇਹਦੇ ਬਦਲੇ ਸਾਨੂੰ ਕੀ ਦਿੱਤਾ ਜੀ, ਅਸੀਂ ਤਾਂ ਨਹੀਂ ਕਰਦੇ ਜੀ, ਤਾਂ ਬਿਮਾਰੀ ਫੈਲੇਗੀ। ਉਹ ਅਸੀਂ ਉਹਨੂੰ ਪੂਰਾ ਫੋਲੋ ਕੀਤਾ, ਜੋ ਪ੍ਰੀਕਾਸ਼ਨਸ ਲੈਣ ਦਾ, ਹਰ ਬੰਦੇ ਦਾ ਟੈਂਪਰੇਚਰ ਚੈੱਕ ਕਰਨਾ ਡੇਲੀ, ਹਰ ਚੀਜ਼ ਉਹਨੂੰ ਅਸੀਂ ਫੋਲੋ ਕਰ ਰਹੇ ਹਾਂ। ਸੋ ਇਹ ਬੜੀ ਵਧੀਆ ਗੱਲ ਵੀ ਹੈ ਅਮਰੀਤ ਜੀ। ਮੈਂ ਅੱਜ ਦਾ ਐਗਜ਼ਾਮਪਲ ਵੀ ਹਾਂ ਜੀ। ਮੈਂ ਅੱਜ ਸਵੇਰੇ ਨਾਸਾ ਦੇ ਵਿੱਚ ਗਿਆ ਜੀ, ਵਾਕਈ ਉੱਥੇ ਟੈਂਪਰੇਚਰ ਵੀ ਚੈੱਕ ਕੀਤਾ ਗਿਆ, ਸੈਨੀਟਾਈਜ਼ਰ ਦੀ ਮਸ਼ੀਨ ਵੀ ਲੱਗੀ ਹੋਈ ਹੈ ਜੀ, ਹੈਂਡ ਵਾਸ਼ ਕਰਕੇ ਅੰਦਰ ਜਾਇਆ ਗਿਆ ਜੀ। ਜੇ ਤੁਸੀਂ ਕਿਸੇ ਨੂੰ ਸਰਵ ਵੀ ਕਰ ਰਹੇ ਆ ਤਾਂ ਉਹਦਾ ਵੀ ਧਿਆਨ ਰੱਖਿਆ ਗਿਆ ਜੀ। ਇਹ ਮੈਂ ਅੱਜ ਬਕਾਇਦਾ, ਉਹ ਕਹਿੰਦੇ ਨਾ ਕਿ ਅੱਖੀ ਵੇਖ ਕੇ ਆਇਆ ਜੀ, ਸੋ ਜੋ ਇੰਜੀਨੀਅਰ ਸਾਹਿਬ ਕਹਿ ਰਹੇ ਨੇ ਜੀ, ਇਹ ਵਾਕਈ ਹੀ ਉਵੇਂ ਹੀ ਹੈ ਜੀ ਇਹਨਾਂ ਦੀ ਲਿਮਟਨ ਦੇ ਵਿੱਚ। ਜਦੋਂ ਅਸੀਂ ਇਹ ਸਾਰਾ ਕੁਝ ਉਹਨਾਂ ਨੇ ਸਾਨੂੰ ਇੰਸਟਰਕਸ਼ਨ ਸਰਕਾਰ ਵੱਲੋਂ ਸਾਨੂੰ ਸਿਖਾਇਆ ਗਿਆ ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਇੱਥੇ, ਫਿਰ ਤੁਸੀਂ ਫੈਕਟਰੀ ਸਟਾਰਟ ਕਰੋ, ਤਾਂ ਉਸ ਚੀਜ਼ ਨੂੰ ਹੁਣ ਤੁਸੀਂ ਜੇ ਨਹੀਂ ਕਰਦੇ ਤਾਂ ਕੋਈ ਆਉਂਦਾ ਹੁੰਦਾ ਵੀ ਮੈਨੂੰ ਸਰ ਕਿਹੜਾ ਮੇਰਾ ਪੋਲੀਟੀਕਲ ਲਿੰਕ ਹੈ ਜੀ, ਮੈਂ ਤਾਂ ਜੋ ਮਰਜ਼ੀ ਕਰਦਾ, ਤਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਲ ਰਹੇ ਹੋ, ਆਦੇ ਆਪ ਦੀ ਜ਼ਿੰਦਗੀ ਨਾਲ ਖੇਲ ਰਹੇ ਹੋ, ਆਦੀ ਪ੍ਰੀਕਾਸ਼ਨ ਨਹੀਂ ਲੈ ਰਹੇ। ਅਸੀਂ ਉਹ ਪੂਰਾ ਫੋਲੋ ਕਰ ਰਹੇ ਹਾਂ, ਪੂਰਾ ਸਿਸਟਮ ਪ੍ਰੋਟੋਕੋਲ ਜੋ ਸਾਨੂੰ ਦਿੱਤਾ ਗਿਆ। ਉਸੇ ਤਰ੍ਹਾਂ ਇਹਨੂੰ ਹਰ ਇੰਡਸਟਰੀ ਨੂੰ, ਹਰ ਲੋਕਾਂ ਨੂੰ ਇਹਨੂੰ ਹੌਲੀ ਹੌਲੀ, ਜਦੋਂ ਤੱਕ ਇਸ ਚੀਜ਼ ਦੀ ਅਵੇਅਰਨੈਸ ਨਹੀਂ ਆਉਂਦੀ, ਇਹ ਪ੍ਰੋਬਲਮ ਆਉਣਗੀਆਂ। ਸਰ ਸਾਨੂੰ ਇਹ ਕਹਿੰਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਸਾਡੀ ਅੱਜ ਦੀ ਸ਼ਖਸੀਅਤ ਹੈ, ਮੈਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਜੋ ਸਾਡੀ ਅੱਜ ਦੀ ਸ਼ਖਸੀਅਤ ਹੈ ਉਹ ਨਾ ਕੇਵਲ ਖੁਦ ਅਵੇਅਰ ਹੈ, ਬਲਕਿ ਹਰ ਕਿਸੇ ਉਹਨਾਂ ਕੋਲ ਆਉਣ ਵਾਲੇ ਜਾਂ ਉਹਨਾਂ ਦੇ ਜਿਹੜੇ ਬਿਜ਼ਨਸ ਦੇ ਵਿੱਚ ਜਾਂ ਉਹਨਾਂ ਦੀ ਇੰਡਸਟਰੀ ਦੇ ਵਿੱਚ ਜੋ ਪ੍ਰਵੇਸ਼ ਕਰਨ ਵਾਲੇ ਲੋਕ ਨੇ, ਬਾਹਰੀ ਲੋਕ ਨੇ, ਉਹਨਾਂ ਵਾਸਤੇ ਪੂਰੀ ਪ੍ਰੀਕਾਸ਼ਨਸ ਵਰਤ ਰਹੇ ਨੇ ਤਾਂ ਕਿ ਕੋਈ ਵੀ ਕਿਸੇ ਵੀ ਲੈਵਲ ਤੇ ਪ੍ਰਭਾਵਿਤ ਨਾ ਹੋਵੇ। ਇਹੋ ਜਿਹੀ ਧਾਰਨਾ, ਇਹੋ ਜਿਹੇ ਵਿਚਾਰ, ਇਹੋ ਜਿਹਾ ਹੀ ਆਪਣਾ ਕਹਿ ਲਈਏ ਕਿ ਲਾਈਫ ਸਟਾਈਲ ਅਪਣਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਅਮਰਿਤ ਜੀ, ਸੂਈਆਂ ਨੇ ਇਸ਼ਾਰਾ ਕਰ ਦਿੱਤਾ ਜੀ, ਤੇ ਬੈਟਰੀਆਂ ਦਾ ਵੀ ਇਸ਼ਾਰਾ ਹੋ ਗਿਆ, ਤੇ ਮੈਂ ਇੰਜੀਨੀਅਰ ਸਾਹਿਬ ਨੂੰ ਇੱਕ ਜਾਂਦੇ ਜਾਂਦੇ ਰਿਕੁਐਸਟ ਇਹ ਕਰਾਂਗਾ ਜੀ, ਕਰੋਨਾ 19 ਚੱਲ ਰਿਹਾ, ਕਰਫਿਊ ਤੋਂ ਬਾਅਦ ਲੋਕਡਾਊਨ ਚੱਲਿਆ ਤੇ ਅਨਲੌਕ ਆ ਗਿਆ ਜੀ, ਫਿਰ ਲੋਕਡਾਊਨ ਆ ਗਿਆ ਜੀ। ਇੱਕ ਜਾਂਦੇ ਜਾਂਦੇ ਇੱਕ ਅੱਛਾ ਜਿਹਾ ਫਾਜ਼ਿਲਕਾ ਵਾਸਤੇ ਮੈਸੇਜ ਤੇ ਪੂਰੇ ਪੰਜਾਬ ਜਾਂ ਹਿੰਦੁਸਤਾਨ ਵਾਸਤੇ ਸਾਡੇ ਦਰਸ਼ਕਾਂ ਲਈ ਸਰ ਮੇਰਾ ਮੈਸੇਜ ਇਹੀ ਹੈ ਕਿ ਬਜਾਏ ਦੂਸਰੇ ਨੂੰ ਦੋਸ਼ ਦੇਣ ਨੂੰ ਸੁਧਾਰਨ ਦੀ ਜ਼ਰੂਰਤ ਹੈ। ਆਪਾਂ ਸਾਰੇ ਮਿਲ ਕੇ ਅੱਛੀ ਅਗਰ ਨੀਤੀ ਅਪਣਾਵਾਂਗੇ, ਅੱਛਾ ਤਰੀਕੇ ਨਾਲ ਆਪਦੇ ਆਪ ਨੂੰ ਬਚਾਅ ਵੀ ਕਰਾਂਗੇ, ਔਰ ਆਪਾਂ ਸਾਰੇ ਮਿਲ ਕੇ ਇਸ ਨਾ ਸਿਰਫ ਫਾਜ਼ਿਲਕਾ ਨੂੰ, ਇਸ ਦੇਸ਼ ਨੂੰ, ਇਸ ਦੁਨੀਆ ਦੇ ਵਿੱਚ ਇਹਦਾ ਨਾਮ ਰੋਸ਼ਨ ਕਰਾਂਗੇ। ਜ਼ਰੂਰਤ ਹੈ ਆਪਦੇ ਆਪ ਨੂੰ ਸੰਭਾਲਣ ਦੀ, ਆਪਦੇ ਆਪ ਨੂੰ ਅਵੇਅਰ ਕਰਨ ਦੀ, ਔਰ ਆਪਦੇ ਆਪ ਨੂੰ ਸੰਭਾਲਣ ਦੀ। ਸੋ ਇਹ ਸੀ ਸਾਡੇ ਨਾਲ ਬਣੇ ਹੋਏ, ਜੋ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ, ਇੱਕ ਸੰਪੂਰਨ ਮੈਨ, ਯਾਨੀ ਕਿ ਸੰਪੂਰਨ ਮੈਨ ਮੀਨ ਜਿਨ੍ਹਾਂ ਨੇ ਸਕੂਲ ਦੇ ਵਾਸਤੇ ਵੀ ਉਪਰਾਲਾ ਕੀਤਾ ਜੀ,
ਮੈਂ ਗੱਲ ਕਰਾਂ ਤਾਂ ਸਿਨੇਮਾ ਇੰਡਸਟਰੀ ਐਂਟਰਟੇਨਮੈਂਟ ਦੇ ਵਿੱਚ ਵੀ ਉਪਰਾਲਾ ਕੀਤਾ ਜੀ। ਮੈਂ ਗੱਲ ਕਰਾਂ ਤਾਂ ਸੰਜੀਵ ਪੈਲਸ ਦੇ ਵਿੱਚ ਵੀ ਉਪਰਾਲਾ ਕੀਤਾ ਜੀ। ਮੈਂ ਗੱਲ ਕਰਾਂ ਤਾਂ ਧਰਮਸ਼ਾਲਾ ਦੇ ਵਿੱਚ ਵੀ ਉਪਰਾਲਾ ਕੀਤਾ ਜੀ। ਜੇ ਮੈਂ ਗੱਲ ਕਰਾਂ ਤਾਂ ਨਾਸਾ ਐਗਰੀਕਲਚਰ ਦੇ ਵਿੱਚ ਬਹੁਤ ਸਾਰੇ EMPLOYEE ਵਰਕ ਕਰ ਰਹੇ ਨੇ ਜੀ। ਜੇ ਮੈਂ ਲਾਸਟ ਗੱਲ ਕਰਾਂ ਤਾਂ ਸੰਪੂਰਨ ਐਗਰੀ ਵੈਂਚਰ ਦੇ ਵਿੱਚ, ਜੋ ਕਿ ਪੂਰੇ ਵਰਲਡ ਦੇ ਵਿੱਚ 1 ਨੰਬਰ ਦੇ ਉੱਪਰ ਚੱਲ ਰਹੀ ਹੈ ਜੀ। ਸੋ ਅੱਜ ਸਾਡੇ ਨਾਲ ਸੀ ਜੀ ਇਹ ਸੰਪੂਰਨ ਮੇਨ ਇੰਜੀਨੀਅਰ ਸੰਜੀਵ ਨਾਗਪਾਲ ਜੀ ਨਾਲ ਤੁਸੀਂ ਦਿਲ ਦੀਆਂ ਗੱਲਾਂ ਕੀਤੀਆਂ ਨੇ। ਸੋ ਜਾਂਦੇ ਜਾਂਦੇ ਸੇਮ ਗੱਲ ਫਿਰ ਕਰਾਂਗਾ ਜੀ। ਕੱਲ ਦੇਖਣਾ ਨਾ ਭੁੱਲਣਾ, ਸੇਮ ਟਾਈਮ ਤੇ ਸੇਮ ਸ਼ੋ, ਯਾਨੀ ਕਿ ਤੁਹਾਡਾ ਆਪਣਾ ਸ਼ੋ ਸੇਮ 7 ਵਜੇ ਕਪਲ ਇੰਤਾਕਸ਼ਰੀ ਬੰਟੀ ਸ਼ਰਮਾ ਜੀ ਦੇ